ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਅੱਜ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ ਪੰਜਾਬ ਜੀਕੇ ਦਾ ਨੈਕਸਟ ਪਾਰਟ, ਜਿਹੜਾ ਆਪਾਂ ਕਰ ਰਹੇ ਹਾਂ ਇੱਥੇ ਬਹੁਤ ਵਧੀਆ ਢੰਗ ਦੇ ਨਾਲ। ਲਾਸਟ ਟਾਈਮ ਆਪਾਂ ਕੀ ਕੀਤਾ ਸੀ ਰਾਜੇ, ਆਪਾਂ ਪੜ੍ਹਿਆ ਸੀਗਾ ਸਿੱਖ ਐਂਗਲੋ ਵਾਰ ਜਿਹੜੀਆਂ ਵੰਨ ਹੋਈਆਂ ਨੇ, ਠੀਕ ਹੈ ਜੀ। ਤੇ ਅੱਜ ਗੱਲ ਕਰਾਂਗੇ ਜੀ ਅਗਲਾ ਸਿੱਖ ਐਂਗਲੋ ਜਿਹੜੇ ਯੁੱਧ ਹੋਏ ਆ, ਉਹਦੇ ਵਿੱਚ ਕਿਹੜੇ ਕਿਹੜੇ ਯੁੱਧ ਹੋਏ ਆ ਦੂਜੇ ਐਂਗਲੋ ਸਿੱਖ ਵਾਰ ਦੇ ਵਿੱਚ। ਉਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਰਾਜੇ, ਪੰਜਾਬ ਦੇ ਵਿੱਚ ਇੱਕ ਬਹੁਤ ਮਾੜੀ ਘਟਨਾ ਹੋਈ ਹੈ। ਤਾਂ ਉਹ ਮਾੜੀ ਘਟਨਾ ਕੀ ਹੈ ਜੀ, ਜਿਹੜੇ ਬਹੁਤ ਹੀ ਮਸ਼ਹੂਰ ਗਾਇਕ ਨੇ ਸਿੱਧੂ ਮੂਸੇਵਾਲਾ ਜੀ, ਜਿਹਨੂੰ ਆਪਾਂ ਸ਼ੁਭਦੀਪ ਸਿੰਘ ਸਿੱਧੂ ਦੇ ਨਾਮ ਨਾਲ ਵੀ ਜਾਣਦੇ ਹਾਂ, ਉਹਨਾਂ ਦੀ ਅਚਨਚੇਤ ਡੈਥ ਹੋ ਜਾਂਦੀ ਹੈ, ਜਿਹੜਾ ਕਿ ਇੱਕ ਬਹੁਤ ਮੰਦਭਾਗੀ ਘਟਨਾ ਆਪਾਂ ਕਹਿ ਸਕਦੇ ਹਾਂ। ਕਿਉਂਕਿ ਕੱਲਾ ਕੱਲਾ ਪੁੱਤ ਸੀਗਾ ਮਾਪਿਆਂ ਦਾ, ਔਰ ਬਹੁਤ ਭਰੀ ਜਵਾਨੀ ਦੇ ਵਿੱਚ ਚਲਾ ਗਿਆ। ਤੇ ਇਹ ਸਭ ਕੁਝ ਦੇਖੋ, ਦੇਖ ਕੇ ਬੜਾ ਮਨ ਉਦਾਸ ਹੁੰਦਾ ਕਿ ਸਾਡਾ ਪੰਜਾਬ ਇਦਾਂ ਦਾ ਨਹੀਂ ਸੀਗਾ। ਸਾਡਾ ਪੰਜਾਬ ਜਿਹੜਾ ਸਾਡੇ ਪੁਰਖਿਆਂ ਨੇ ਸਾਨੂੰ ਸੌਂਪਿਆ ਸੀਗਾ, ਉਹ ਪੰਜਾਬ ਇੱਕ ਬਹੁਤ ਖੁਸ਼ਹਾਲੀ ਵਾਲਾ ਪੰਜਾਬ ਸੀਗਾ, ਜਾਂ ਇਹ ਕਹਿ ਲਓ ਸੋਨੇ ਦੀ ਚਿੜੀ ਵਾਲਾ ਦੇਸ਼ ਸੀਗਾ। ਤੇ ਇਹ ਸਭ ਕੁਝ ਤਾਂ ਹੀ ਹੋ ਰਿਹਾ, ਕਿਤੇ ਨਾ ਕਿਤੇ ਆਪਾਂ ਵੀ ਇਹਦੇ ਜ਼ਿੰਮੇਵਾਰ ਹੈਗੇ ਆ। ਸਰਕਾਰਾਂ ਤਾਂ ਚਲੋ ਹੈਗੀਆਂ ਹੀ ਹੈਗੀਆਂ, ਆਪਾਂ ਵੀ ਬਹੁਤ ਜ਼ਿੰਮੇਵਾਰ ਹੈਗੇ ਇਸ ਚੀਜ਼ਾਂ ਦੇ। ਆਪਾਂ ਵੀ ਆਪਣੇ ਇਤਿਹਾਸ ਨਾਲ ਟੁੱਟ ਚੁੱਕੇ ਆ। ਜੇ ਆਪਾਂ ਨੂੰ ਖੁਦ ਇਤਿਹਾਸ ਨਹੀਂ ਪਤਾ ਹੋਊਗਾ ਤਾਂ ਆਪਾਂ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਕੀ ਇਤਿਹਾਸ ਦੱਸਾਂਗੇ। ਤਾਂ ਇਸੇ ਕਰਕੇ ਦੇਖੋ, ਪੇਪਰ ਤਾਂ ਚਲੋ ਆਪਣੇ ਵਾਸਤੇ ਇੰਪੋਰਟੈਂਟ ਹੈਗੇ ਹੀ ਹੈਗੇ ਆ, ਗਵਰਨਮੈਂਟ ਜੌਬ ਲੈਣੀ ਵੀ ਇੰਪੋਰਟੈਂਟ ਹੈਗੀ ਆ, ਬਟ ਆਪਣਾ ਇਤਿਹਾਸ ਦੇ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਤਾਂ ਇਹੀ ਇੱਕ ਮੇਰੀ ਕੋਸ਼ਿਸ਼ ਸੀਗੀ ਕਿ ਜਦੋਂ ਮੈਨੂੰ ਬੱਚਿਆਂ ਨੇ ਮੈਸੇਜ ਕੀਤੇ ਕਿ ਸਰ ਪੇਡ ਦੇ ਵਿੱਚ ਕੋਰਸ ਲਾਂਚ ਕਰ ਦਿਓ, ਮੇਰੇ ਫ੍ਰੀ ਦੇ ਵਿੱਚ ਲਾਂਚ ਕਰਨ ਦਾ ਕਾਰਨ ਸਭ ਤੋਂ ਵੱਡਾ ਇਹੀ ਸੀਗਾ ਕਿ ਜਿਹੜਾ ਮੇਰਾ ਨੌਜਵਾਨ ਵਰਗ ਹੈਗਾ, ਮੇਰੇ ਪੰਜਾਬ ਦਾ ਹੁਣ ਜਿਹੜਾ ਇਤਿਹਾਸ ਤੋਂ ਕੀ ਹੈ ਮੁਨਕਰ ਹੋ ਚੁੱਕਿਆ ਹੈ, ਉਹਨੂੰ ਵੱਧ ਤੋਂ ਵੱਧ ਨਾਲ ਜੋੜਿਆ ਜਾਵੇ। ਚਲੋ ਸਾਨੂੰ ਵੀ ਬਹੁਤ ਜ਼ਿਆਦਾ ਦੁੱਖ ਹੈ ਰਾਜੇ ਇਸ ਬੱਚੇ ਦੇ ਜਾਣ ਦਾ। ਪਰਮਾਤਮਾ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਤੇ ਇਹਦੇ ਮਾਤਾ ਪਿਤਾ ਨੂੰ ਤੇ ਪਰਿਵਾਰਕ ਮੈਂਬਰਾਂ ਨੂੰ ਬਲ ਬਖਸ਼ੇ। ਠੀਕ ਹੈ ਜੀ, ਇਹ ਘਾਟਾ ਕਦੇ ਵੀ ਨਹੀਂ ਪੂਰਾ ਹੁੰਦਾ, ਪਰ ਵਕਤ ਕਹਿੰਦੇ ਜੀ ਸਾਰੇ ਜ਼ਖਮ ਭਰ ਦਿੰਦਾ। ਪਰਮਾਤਮਾ ਮਿਹਰ ਕਰੇ, ਪਰ ਆਪਾਂ ਕੁਝ ਨਹੀਂ ਕਰ ਸਕਦੇ, ਬਾਕੀ ਲਿਖੀ ਹੁੰਦੀ ਹੈ ਬੰਦੇ ਦੀ। ਠੀਕ ਹੈ ਜੀ, ਗੁਰਬਾਣੀ ਦਾ ਮੁੱਖ ਵਾਕ ਹੈ ਜੀ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਏ ਨਾਨਕਾ ਸੱਦੇ ਉੱਠ ਜਾਏ। ਤੇ ਜਿਹੜਾ ਬੰਦਾ ਭਾਈ ਇੱਥੇ ਆਇਆ ਉਹ ਨਾਸ਼ਵਾਨ ਹੈ, ਨਾਸ਼ਵਾਨ ਦਾ ਮਤਲਬ ਉਹਨੇ ਜਾਣਾ ਹੀ ਜਾਣਾ ਹੈ। ਤਾਂ ਇਸ ਕਰਕੇ ਆਪਾਂ ਯਾਦ ਰੱਖੀਏ, ਦੇਖੋ ਜਿਹੜੀ ਮੌਤ ਹੈ ਇੱਕ ਸੱਚਾਈ ਹੈ, ਇਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਤਾਂ ਹੀ ਕੋਈ ਮਾੜਾ ਕਰਮ ਨਹੀਂ ਕਰਨਾ ਚਾਹੀਦਾ, ਹਮੇਸ਼ਾ ਚੰਗੇ ਕਰਮ ਕਰੋ, ਚੰਗੇ ਲੋਕ ਕਮਾਓ, ਚੰਗਾ ਆਪਣੇ ਆਸੇ-ਪਾਸੇ ਦਾ ਮਾਹੌਲ ਸਿਰਜੋ ਤਾਂ ਜੋ ਤੁਹਾਨੂੰ ਚੰਗਿਆਈ ਮਿਲੇ। ਠੀਕ ਹੈ ਜੀ, ਆਪਣੇ ਆਸੇ-ਪਾਸੇ ਦਾ ਮਾਹੌਲ ਆਪਣੇ ਬਹੁਤ ਡਿਪੈਂਡੈਂਟ ਕਰਦਾ ਹੈ, ਬਹੁਤ ਡਿਪੈਂਡ ਕਰਦਾ ਕਿ ਆਪਾਂ ਕਿੱਦਾਂ ਦੇ ਹੈਗੇ ਆ, ਆਪਣਾ ਆਸੇ-ਪਾਸੇ ਦਾ ਮਾਹੌਲ ਕਿੱਦਾਂ ਦਾ ਹੈਗਾ, ਆਪਾਂ ਉਦਾਂ ਦੇ ਹੀ ਬਣ ਜਾਵਾਂਗੇ। ਇਹ ਵੀ ਆਪਾਂ ਅੱਜ ਦੀ ਵੀਡੀਓ 'ਚ ਪੜਾਂਗੇ ਬਹੁਤ ਵਧੀਆ ਢੰਗ ਦੇ ਨਾਲ। ਤੁਹਾਨੂੰ ਕਰਾਊਂਗਾ ਲਾਸਟ ਦੇ ਵਿੱਚ ਜਾ ਕੇ ਵੀ ਆਪਣੇ ਆਸੇ-ਪਾਸੇ ਦਾ ਮਾਹੌਲ ਆਪਣੇ ਵਾਸਤੇ ਕਿੰਨਾ ਕੁ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਤਾਂ ਚਲੋ ਜੀ ਆਪਾਂ ਸਟਾਰਟ ਕਰਦੇ ਰਾਜੇ। ਆਪਾਂ ਜਿਹੜੀ ਅੱਜ ਦੀ ਵੀਡੀਓ ਹੈਗੀ ਆ, ਆਪਾਂ ਸਟਾਰਟ ਕਰਨੀ ਹੈ ਦੂਜਾ ਐਂਗਲੋ ਸਿੱਖ ਵਾਰ ਤੋਂ ਸਟਾਰਟ ਕਰਨੀ ਹੈ। ਦੂਜਾ ਐਂਗਲੋ ਸਿੱਖ ਵਾਰ ਜਿਹੜੀਆਂ ਹੋਈਆਂ ਰਾਜੇ, ਉਹ 1848-49 ਦੇ ਵਿਚਕਾਰ ਹੋਈਆਂ। ਇਹ ਡੇਟਸ ਜੇ ਪੁੱਛ ਲੈਂਦੇ ਐਗਜ਼ਾਮ ਦੇ ਵਿੱਚ, ਡੇਟਸ ਯਾਦ ਰੱਖਣੀਆਂ ਨੇ। ਤੇ ਹੁਣ ਕਈ ਬੱਚੇ ਮੈਨੂੰ ਪੁੱਛਦੇ ਆ ਸਰ ਪੰਜਾਬ ਜੀਕੇ, ਤਾਂ ਪੰਜਾਬ ਜੀਕੇ ਦੀ ਜਿਹੜੀ ਵੇਟੇਜ ਹੈਗੀ ਹੈ ਰਾਜੇ, PSSS ਬੋਰਡ ਵੱਲੋਂ ਲਗਭਗ 20 ਨੰਬਰ ਦੀ ਕਰ ਦਿੱਤੀ ਗਈ ਹੈ, ਤੇ ਆਉਣ ਵਾਲੇ ਪੇਪਰਾਂ ਦੇ ਵਿੱਚ ਵੀ ਲਗਭਗ ਤੁਹਾਨੂੰ 20 ਨੰਬਰ ਦੀ ਮਿਲੂਗੀ ਪੰਜਾਬ ਜੀਕੇ। ਤਾਂ ਪੰਜਾਬ ਜੀਕੇ ਨੂੰ ਕੋਈ ਲਾਈਟਲੀ ਨਾ ਲਿਓ ਕਿ ਹਾਂ ਯਾਰ ਪੰਜਾਬ ਜੀਕੇ ਦਾ ਤਾਂ ਇੱਕ ਅੱਧਾ ਕੁਐਸਚਨ ਆਊਗਾ, ਨਹੀਂ, 20 ਨੰਬਰ ਬਹੁਤ ਮੈਟਰ ਕਰਦੇ ਆ। ਇਸ ਤੋਂ ਇਲਾਵਾ ਜਿਹੜੀ ਜੀਕੇ ਪੁੱਛੀ ਜਾਂਦੀ ਹੈ ਰਾਜੇ, ਕਲਰਕ 2021 ਦੇ ਵਿੱਚ ਬਹੁਤ ਹਾਈ ਲੈਵਲ ਦੀ ਜੀਕੇ ਪੁੱਛੀ ਗਈ ਸੀ ਡੂੰਘਾਈ ਦੇ ਵਿੱਚ। ਤਾਂ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ। ਅੱਜ ਆਪਣਾ ਇਹ ਖਤਮ ਹੋ ਜਾਊਗਾ, ਇਸ ਤੋਂ ਬਾਅਦ ਆਪਣੀ ਮਾਡਰਨ ਹਿਸਟਰੀ ਸ਼ੁਰੂ ਹੋਊਗੀ। ਤਾਂ ਦੂਜਾ ਐਂਗਲੋ ਸਿੱਖ ਵਾਰ ਰਾਜੇ 1848-49 ਦੇ ਵਿੱਚ ਹੋਇਆ ਸੀ। ਪਰ ਆਪਾਂ ਦੇਖਦੇ ਹਾਂ ਜੀ, ਇਸ ਤੋਂ ਪਹਿਲਾਂ ਆਪਾਂ ਪੜ੍ਹ ਕੇ ਗਏ ਹਾਂ ਪਹਿਲਾ ਐਂਗਲੋ ਸਿੱਖ ਵਾਰ, ਤੇ ਨਾਲ ਪੜ੍ਹੀ ਸੀ ਆਪਾਂ ਲਾਹੌਰ ਦੀ ਸੰਧੀ ਤੇ ਭੈਰੋਵਾਲ ਦੀ ਸੰਧੀ। ਹੁਣ ਆਪਾਂ ਦੇਖਦੇ ਹਾਂ ਜੀ ਕੀ ਕਾਰਨ ਬਣੇ ਆ, ਕਿਉਂ ਇਹ ਦੂਜਾ ਐਂਗਲੋ ਸਿੱਖ ਵਾਰ ਹੁੰਦਾ ਹੈ। ਠੀਕ ਹੈ, ਇਹਦਾ ਕਾਰਨ ਪਹਿਲਾਂ ਜਾਣਨਾ ਬਹੁਤ ਜ਼ਰੂਰੀ ਹੈ। ਤਾਂ ਕਾਰਨ ਵੱਲ ਵੱਧਦੇ ਹਾਂ ਆਪਾਂ। ਤੁਹਾਨੂੰ ਇੱਕ ਮੈਪ ਦਿਖਾ ਰਿਹਾ ਰਾਜੀ, ਇਸ ਮੈਪ ਦੇ ਵਿੱਚ ਧਿਆਨ ਦੇ ਨਾਲ ਦੇਖੋਗੇ ਤਾਂ ਆ ਜਿਹੜਾ ਹੈਗਾ ਜੀ ਸਾਰਾ ਸਿੱਖ ਰਾਜ ਹੈ, ਜਿਹਨੂੰ ਆਪਾਂ ਸਿੱਖ ਅੰਪਾਇਰ ਕਹਿ ਸਕਦੇ ਹਾਂ। ਠੀਕ ਹੈ ਜੀ, ਬਹੁਤ ਵੱਡਾ ਸਿੱਖ ਅੰਪਾਇਰ ਸੀਗਾ ਉਸ ਟਾਈਮ ਤੇ ਆ ਹੈਗਾ ਜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਕਹਿ ਲਓ, ਅੰਗਰੇਜ਼ ਕਹਿ ਲਓ। ਠੀਕ ਹੈ ਜੀ, ਇਹਨਾਂ ਦੋਵਾਂ ਦੇ ਵਿਚਕਾਰ ਇੱਕ ਨਦੀ ਸੀਗੀ ਸਤਲੁਜ ਦਰਿਆ। ਤਾਂ ਸਤਲੁਜ ਦਰਿਆ ਜਿਹੜਾ ਹੈਗਾ ਰਾਜੇ, ਉਹ ਐਜ਼ ਏ ਬਾਉਂਡਰੀ ਦਾ ਕੰਮ ਕਰ ਰਿਹਾ। ਕਹਿਣ ਦਾ ਮਤਲਬ ਕਿ ਇਹਨਾਂ ਦੋਵਾਂ ਦੇ ਵਿਚਕਾਰ ਜਦੋਂ ਇਹ ਲੜਾਈ ਹੁੰਦੀ ਹੈ ਤਾਂ ਜਿਹੜੀ ਆ ਚੀਜ਼ ਹੈਗੀ ਹੈ ਬਾਉਂਡਰੀ ਦਾ ਕੰਮ ਕਰਦੀ ਹੈ। ਠੀਕ ਹੈ, ਤੇ ਅੰਗਰੇਜ਼ਾਂ ਦਾ ਕਹਿਣਾ ਹੈ, ਅੰਗਰੇਜ਼ ਤਾਂ ਝੂਠੇ ਇਲਜ਼ਾਮ ਲਾਉਂਦੇ ਵੀ ਰਹੇ ਆ ਕਿ ਕਹਿੰਦੇ ਜੀ ਸਿੱਖਾਂ ਨੇ ਸੰਧੀ ਤੋਂ ਬਾਅਦ ਇਹ ਟੱਪਣ ਦੀ ਕੋਸ਼ਿਸ਼ ਕੀਤੀ ਹੈ, ਇੱਧਰ ਆਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਏਰੀਏ ਦੇ ਵਿੱਚ। ਠੀਕ ਹੈ, ਚਲੋ ਬਥੇਰੇ ਮਤਲਬ ਚੀਜ਼ਾਂ ਕਾਰਨ ਬਣਦੇ ਆ ਦੂਜੇ ਐਂਗਲੋ ਸਿੱਖ ਵਾਰ ਦੇ, ਬਟ ਜਿਹੜਾ ਮੇਨ ਕਾਰਨ ਬਣਦਾ ਤੁਹਾਨੂੰ ਮੈਂ ਉਹ ਦੱਸੂਗਾ। ਇਹ ਤਾਂ ਚਲੋ ਇੱਕ ਮਨ ਘੜਤ ਕਹਾਣੀ ਵੀ ਹੋ ਸਕਦੀ ਹੈ, ਇਹਦਾ ਕੋਈ ਤੱਥ ਨਹੀਂ ਮਿਲਦਾ ਇਤਿਹਾਸ ਦੇ ਵਿੱਚੋਂ। ਹੁਣ ਤੁਹਾਨੂੰ ਮੈਂ ਦੱਸਦਾ, ਦੇਖੋ ਜੇ ਮੁੱਖ ਕਾਰਨ ਦੇਖਣਾ ਹੋਵੇ ਤਾਂ ਸਭ ਤੋਂ ਪਹਿਲਾਂ ਬਣਦੀ ਹੈ ਜੀ ਲਾਹੌਰ ਦੀ ਸੰਧੀ। ਲਾਹੌਰ ਦੀ ਸੰਧੀ ਤੁਹਾਨੂੰ ਦੱਸਿਆ ਸੀ, ਲਾਹੌਰ ਦੀ ਸੰਧੀ ਦੇ ਵਿੱਚ ਕੀ ਕੀਤਾ ਸੀ ਅੰਗਰੇਜ਼ਾਂ ਨੇ, ਇੱਕ ਮਤਲਬ ਐਂ ਕਹਿ ਲਓ ਵੀ ਸਿੱਖ ਰਾਜ ਦੇ ਵਿੱਚ ਵੜਨ ਵਾਸਤੇ ਇੱਕ ਦਰਵਾਜ਼ਾ ਕਾਇਮ ਕਰ ਲਿਆ ਕਿ ਸਿੱਖਾਂ ਦੇ ਉੱਪਰ ਉਹਨਾਂ ਨੇ ਕੀ ਕੀਤਾ, ਮਤਲਬ ਕਿ ਇੱਕ
ਐਂ ਕਹਿ ਲਓ ਇੱਕ ਗੁਰੀਲਾ ਯੁੱਧ ਸ਼ੁਰੂ ਕਰ ਲਿਆ। ਗੁਰੀਲਾ ਯੁੱਧ ਹੁੰਦਾ ਕਿ ਅੰਦਰ ਖਾਤੇ ਆਪਾਂ ਕੀ ਲੜਾਈ ਲੜਨੀ ਆ, ਸਿੱਖਾਂ ਨੂੰ ਕਮਜ਼ੋਰ ਕਿਵੇਂ ਕਰਨਾ ਹੈ। ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਸਿੱਖਾਂ ਦੀ ਤਾਕਤ ਜਿਹੜੀ ਹੈਗੀ ਆ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਲਾਹੌਰ ਦੀ ਸੰਧੀ ਦੇ ਵਿੱਚ ਉਹਨਾਂ ਨੇ ਕੀਤਾ ਕੀ ਹੈ ਰਾਜੇ, ਕਹਿੰਦੇ ਜੀ ਸਿੱਖਾਂ ਦੀ ਸਾਰੀ ਤਾਕਤ ਖੋਲੀ ਹੈ। ਕਹਿਣ ਦਾ ਮਤਲਬ ਉਹ ਕੋਈ ਸੈਲਫ ਡਿਸੀਜਨ ਨਹੀਂ ਲੈ ਸਕਦੇ ਸੀਗੇ ਸਿੱਖ। ਉਹਨਾਂ ਨੂੰ ਅਗਰ ਕੋਈ ਵੀ ਡਿਸੀਜਨ ਲੈਣਾ ਹੈ ਤਾਂ ਅੰਗਰੇਜ਼ਾਂ ਕੋਲੋਂ ਕੀ ਲੈਣੀ ਪੈਂਦੀ ਸੀਗੀ, ਪਰਮਿਸ਼ਨ ਲੈਣੀ ਪੈਂਦੀ ਸੀਗੀ ਈਸਟ ਇੰਡੀਆ ਕੰਪਨੀ ਕੋਲੋਂ। ਅਗਲੀ ਗੱਲ ਕਰਦੇ ਹਾਂ ਜੀ, ਇਸ ਤੋਂ ਬਾਅਦ ਜਿਹੜਾ ਦੂਜਾ ਮੇਨ ਕਾਰਨ ਬਣਿਆ ਕਿ ਇਹਨਾਂ ਨੇ ਸਿੱਖਾਂ ਨੂੰ ਜਿਹੜੀ ਲੜਾਈਆਂ ਲੜੀਆਂ ਨੇ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ, ਉਹਦੇ ਹਰਜਾਨੇ ਦੇ ਵਜੋਂ ਕੀ ਹੈ ਸਿੱਖਾਂ ਤੋਂ ਕੀ ਮੰਗ ਲਿਆ ਸੀ ਇਹਨਾਂ ਨੇ, 1 ਕਰੋੜ ਰੁਪਇਆ ਜੁਰਮਾਨਾ ਮੰਗ ਲਿਆ ਸੀਗਾ। ਤਾਂ ਇਹ ਕਹਿੰਦੇ ਭਾਈ ਤੁਸੀਂ ਸਾਡੇ ਨਾਲ ਯੁੱਧ ਕੀਤਾ ਹੈ, ਇਸ ਕਰਕੇ ਤੁਸੀਂ ਗਲਤੀ ਕੀਤੀ ਹੈ ਤੇ ਤੁਸੀਂ 1 ਕਰੋੜ ਰੁਪਇਆ ਜੁਰਮਾਨਾ ਦਿਓ। ਤਾਂ ਜੁਰਮਾਨਾ ਤਾਂ ਉਹਦੇ ਵਿੱਚ 25 ਲੱਖ ਰੁਪਇਆ ਉਸ ਟਾਈਮ ਤੇ 25 ਲੱਖ ਰੁਪਇਆ ਕੀ ਸੀਗਾ ਸਿੱਖਾਂ ਕੋਲੇ ਕੈਸ਼ ਸੀਗਾ, ਲੇਕਿਨ 75 ਲੱਖ ਰੁਪਇਆ ਲੈਣ ਵਾਸਤੇ, 75 ਲੱਖ ਦਾ ਇੰਤਜ਼ਾਮ ਕਰਨ ਵਾਸਤੇ ਸਿੱਖਾਂ ਨੂੰ ਆਪਣੇ ਦੋ ਬਹੁਤ ਹੀ ਖਾਸ ਇਲਾਕੇ ਵੇਚਣੇ ਪਏ ਸੀਗੇ। ਉਹ ਇਲਾਕੇ ਕਿਹੜੇ ਆ ਰਾਜੇ, ਉਹ ਵੀ ਪੁੱਛਿਆ ਜਾਂਦਾ ਹੁੰਦਾ ਤੁਹਾਨੂੰ ਪੇਪਰ ਦੇ ਵਿੱਚ। ਉਹ 2 ਇਲਾਕੇ ਸਿੱਖਾਂ ਨੇ ਆਪਣੇ ਜਿਹੜੇ ਇਲਾਕੇ ਸੀਗਾ, ਇੱਕ ਸੀਗਾ ਜੰਮੂ ਤੇ ਇੱਕ ਸੀਗਾ ਜੀ ਸ਼੍ਰੀਨਗਰ। ਜੰਮੂ ਕਸ਼ਮੀਰ, ਕਿਉਂਕਿ ਜਿਹੜਾ ਸ਼੍ਰੀਨਗਰ ਜੰਮੂ ਕਸ਼ਮੀਰ ਦੇ ਵਿੱਚ ਹੀ ਆਉਂਦਾ, ਤਾਂ ਜੰਮੂ ਤੇ ਸ਼੍ਰੀਨਗਰ ਜਿਹੜਾ ਹੈਗਾ ਸੀ ਰਾਜੇ, ਉਹ ਗੁਲਾਬ ਸਿੰਘ ਨੂੰ ਕੀ ਕਰਦਾ ਸੀਗਾ, ਵੇਚਦਾ ਸੀਗਾ। ਕਿੰਨੇ ਵਿੱਚ, ਚਲੋ ਉਹ ਵੱਖਰੀ ਗੱਲ ਹੈ ਕਿੰਨੇ ਚ ਵੇਚਿਆ। ਕਹਿਣ ਦਾ ਮਤਲਬ ਕਿ 1 ਕਰੋੜ ਰੁਪਏ ਦਾ ਇੰਤਜ਼ਾਮ ਕਰਨ ਵਾਸਤੇ ਸਿੱਖਾਂ ਨੂੰ ਇਹ ਕਦਮ ਚੱਕਣਾ ਪਿਆ, ਜਿਹਦੇ ਕਰਕੇ ਸਿੱਖਾਂ ਦੇ ਵਿੱਚ ਬਹੁਤ ਭਾਰੀ ਰੋਸ ਸੀਗਾ। ਠੀਕ ਹੈ ਜੀ। ਹੁਣ ਇਸ ਤੋਂ ਬਾਅਦ ਜਿਹੜੀ ਪਹਿਲੀ ਲਾਹੌਰ ਦੀ ਸੰਧੀ ਹੁੰਦੀ, ਜਦੋਂ ਲਾਹੌਰ ਦੀ ਸੰਧੀ ਹੁੰਦੀ ਹੈ ਉਸ ਟਾਈਮ ਤੇ ਜਿਹੜਾ ਰਾਜਾ ਸੀਗਾ ਸਿੰਘਾਸਨ ਤੇ, ਉਹ ਦਲੀਪ ਸਿੰਘ ਸੀਗਾ। ਪਰ ਦਲੀਪ ਸਿੰਘ ਦੀ ਉਮਰ ਉਦੋਂ ਬਹੁਤ ਛੋਟੀ ਸੀਗੀ, 5 ਤੋਂ 7 ਸਾਲ ਆਪਾਂ ਲਗਾ ਸਕਦੇ ਹਾਂ, ਤਾਂ ਬਹੁਤ ਛੋਟੀ ਉਮਰ ਸੀਗੀ। ਉਹਨੂੰ ਰਾਜ ਭਾਗ ਬਾਰੇ ਕੋਈ ਵੀ ਗਿਆਨ ਨਹੀਂ ਸੀਗਾ, ਨਾ ਉਹਨੂੰ ਸਮਝ ਸੀਗੀ। ਬਟ ਜਿਹੜੀ ਰਾਣੀ ਜਿੰਦ ਕੌਰ ਜੀ ਸੀਗੇ, ਠੀਕ ਹੈ ਜੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੇ ਰਾਣੀ ਸੀਗੇ, ਉਹ ਉਹਨਾਂ ਦੀ ਅਗਵਾਈ ਕਰਦੇ ਸੀਗੇ। ਤਾਂ ਫਿਲਹਾਲ ਹਜੇ ਵੀ ਇਸ ਹੱਦ ਤੱਕ ਬਹੁਤ ਠੀਕ ਸੀਗਾ, ਕਿਉਂਕਿ ਰਾਣੀ ਜਿੰਦਾ ਜੀ ਨੂੰ ਬਹੁਤ ਸਮਝ ਸੀਗੀ ਰਾਜ ਭਾਗ ਦੀ। ਬਟ ਕਾਰਨ ਕੀ ਬਣਦਾ, ਜਿਹੜੀ ਅੱਗੇ ਭੈਰੋਵਾਲ ਦੀ ਸੰਧੀ ਹੈ ਉਹਦੇ ਵਿੱਚ ਕੀ ਕਰਦੇ ਨੇ, ਠੀਕ ਹੈ ਜੀ, ਉਹਦੇ ਵਿੱਚ ਤੁਹਾਨੂੰ ਮੈਂ ਦੱਸਦਾ ਅੰਗਰੇਜ਼ ਕੀ ਕਰਦੇ ਨੇ। ਪਹਿਲਾਂ ਭੈਰੋਵਾਲ ਦੀ ਸੰਧੀ ਆਪਾਂ ਪੜ੍ਹਦੇ ਹਾਂ, ਠੀਕ ਹੈ, ਦੂਜਾ ਕਾਰਨ ਪੜ੍ਹਦੇ ਹਾਂ। ਪਰ ਜਿਹੜੀ ਭੈਰੋਵਾਲ ਦੀ ਸੰਧੀ ਹੈ ਰਾਜੇ, ਉਹਦੇ ਵਿੱਚ ਕਾਰਨ ਕੀ ਬਣਦਾ, ਦੂਜਾ ਐਂਗਲੋ ਸਿੱਖ ਯੁੱਧ ਦਾ ਮੇਨ ਕਾਰਨ ਬਣਦਾ। ਉਹਦਾ ਕਾਰਨ ਕੀ ਹੈ, ਕਹਿੰਦੇ ਜੀ ਰਾਣੀ ਜਿੰਦਾ ਨਾਲ ਬਹੁਤ ਬਦਸਲੂਕੀ ਕੀਤੀ ਗਈ। ਇਹਨਾਂ ਨੇ ਕੀ ਕੀਤਾ, ਬਦਸਲੂਕੀ ਇਹ ਕੀਤੀ, ਇਹਨਾਂ ਨੇ ਰਾਣੀ ਜਿੰਦਾ ਨੂੰ ਕੀ ਕੀਤਾ, ਪੰਜਾਬ ਚੋਂ ਬਾਹਰ ਕੱਢਤਾ। ਕਿਉਂਕਿ ਜਿਹੜੇ ਡੋਗਰੇ ਸੀਗੇ ਰਾਜੇ, ਉਹ ਆਲਰੇਡੀ ਮਿਲੇ ਹੋਏ ਸੀ ਅੰਗਰੇਜ਼ਾਂ ਦੇ ਨਾਲ। ਉਹਨਾਂ ਨੇ ਅੰਗਰੇਜ਼ਾਂ ਨੂੰ ਕੰਨ ਭਰਤੇ ਵੀ ਜੇ ਦਲੀਪ ਸਿੰਘ ਮਹਾਰਾਣੀ ਜਿੰਦ ਕੌਰ ਦੇ ਛਤਰ ਛਾਇਆ ਹੇਠ ਕੀ ਆ ਵਧੂਗਾ, ਪਲੂਗਾ, ਤਾਂ ਇਹ ਕੀ ਕਰੂਗਾ, ਇਹਦੇ ਅੰਦਰ ਕੀ ਹੋਊਗੀ, ਬਗਾਵਤ ਦੀ ਬੋ ਹੋਊਗੀ ਤੇ ਇਹ ਇੱਕ ਦਿਨ ਵੱਡਾ ਹੋ ਕੇ ਆਪਣਾ ਰਾਜ ਪੱਕਾ ਖੋਊਗਾ। ਤਾਂ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੇ ਸਲਾਹ ਦਿੱਤੀ ਅੰਗਰੇਜ਼ਾਂ ਨੂੰ ਕਿ ਰਾਣੀ ਜਿੰਦ ਕੌਰ ਨੂੰ ਅਲੱਗ ਕਰ ਦਿਓ ਕਿਤੋਂ, ਮਹਾਰਾਜਾ ਦਲੀਪ ਸਿੰਘ ਤੋਂ। ਤਾਂ ਇਹਨਾਂ ਨੇ ਉਹੀ ਕੰਮ ਕੀਤਾ, ਰਾਣੀ ਜਿੰਦ ਨਾਲ ਬਹੁਤ ਬਦਸਲੂਕੀ ਕੀਤੀ, ਉਹਨੂੰ ਜੇਲ੍ਹ 'ਚ ਵੀ ਰੱਖਿਆ, ਠੀਕ ਆ, ਤੇ ਉਹਦੀ ਇੱਕ ਪੈਨਸ਼ਨ ਲਗਾ ਕੇ ਉਹਨੂੰ ਪੰਜਾਬ ਤੋਂ ਬਾਹਰ ਕਢਾਤਾ। ਕਹਿਣ ਦਾ ਮਤਲਬ ਮਾਂ ਪੁੱਤਰ ਨੂੰ ਅਲੱਗ ਕਰਤਾ, ਕਹਿਣ ਦਾ ਮਤਲਬ ਕਰਨ ਦੀ ਕੋਸ਼ਿਸ਼ ਕੀਤੀ। ਹਜੇ ਫਿਲਹਾਲ ਨਹੀਂ ਕੀਤਾ, ਪਰ ਕਰਨਗੇ ਅੱਗੇ ਜਾ ਕੇ, ਤੁਹਾਨੂੰ ਮੈਂ ਦੱਸੂਗਾ ਜਦੋਂ ਸੈਕੰਡ ਐਂਗਲੋ ਸਿੱਖ ਵਾਰ ਖਤਮ ਹੋਊਗਾ, ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸੂਗਾ ਬੈਟਲ ਆਫ ਗੁਜਰਾਤ ਤੋਂ ਬਾਅਦ। ਤਾਂ ਇਸ ਤੋਂ ਬਾਅਦ ਕਹਿੰਦੇ ਜੀ ਜਦੋਂ ਇਹ ਕੰਮ ਕਰਨ ਲੱਗ ਗਏ, ਇਹ ਰਾਣੀ ਜਿੰਦਾ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਤਾਂ ਕਹਿੰਦਾ ਜੀ ਹੈਨਰੀ ਲਾਰੈਂਸ ਸੀਗਾ ਜਿਹੜਾ, ਉਹਨੂੰ ਰੈਜ਼ੀਡੈਂਟ ਬਣਾ ਦਿੱਤਾ ਗਿਆ। ਤਾਂ ਜਿਹੜੀ ਮੁੱਖ ਤਾਕਤ ਸੀਗੀ ਉਹਦੇ ਕੋਲੇ ਸੀਗੀ, ਹੈਨਰੀ ਕੋਲੇ। ਤਾਂ ਜੋ ਵੀ ਡਿਸੀਜਨ ਲੈਣਾ ਸੀਗਾ ਰਿਗਾਰਡਿੰਗ ਕੋਈ ਵੀ ਚੀਜ਼ ਦੇ, ਤਾਂ ਹੈਨਰੀ ਲੈਂਦਾ ਸੀਗਾ। ਕਲੀਅਰ ਹੈ। ਦੂਜਾ ਕਾਰਨ ਇਹ ਬਣ ਗਿਆ, ਦੂਜਾ ਕਾਰਨ ਤੁਹਾਨੂੰ ਮੈਂ ਦਿਖਾਉਣਾ ਇੱਕ ਵਾਰੀ, ਵਾਪਸ ਚੱਲਦੇ ਹਾਂ। ਆਹ ਦੇਖੋ ਜੀ, ਇਹ ਸਿੱਖ ਅੰਪਾਇਰ ਹੈਗਾ 1839 ਤੱਕ, ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਹੈ ਕਿ ਇਹ ਸਾਰੇ ਇਲਾਕੇ ਸਿੱਖਾਂ ਕੋਲੇ ਆ। ਜੇ ਮੈਂ ਗੱਲ ਕਰਾਂ, ਦੇਖੋ ਚਿੱਲਿਆਂ ਵਾਲਾ, ਆਪਾਂ ਜਿਹੜਾ ਅੱਜ ਪੜ੍ਹਨਾ, ਇਹਦੀ ਲੜਾਈ ਵੀ ਹੁੰਦੀ ਹੈ, ਠੀਕ ਹੈ। ਗੁਜਰਾਤ, ਇਹ ਗੁਜਰਾਤ ਭਾਈ ਉਹ ਗੁਜਰਾਤ ਨਹੀਂ ਜਿਹੜਾ ਤੁਸੀਂ ਇੰਡੀਆ ਦੇ ਵਿੱਚ ਸਮਝਦੇ ਹੋ, ਪਾਕਿਸਤਾਨ ਦੇ ਵਿੱਚ ਹੈ। ਪਹਿਲਾਂ ਕੀ ਸੀਗਾ, ਇਹ ਇੰਡੀਆ ਦਾ ਮਤਲਬ ਕਿ ਪੰਜਾਬ ਦਾ ਜਾਂ ਕਹਿ ਲਓ ਸਿੱਖ ਅੰਪਾਇਰ ਦਾ ਇੱਕ ਪਾਰਟ ਸੀਗਾ। ਗੁਜਰਾਤ ਜੇਹਲਮ ਨਦੀ ਦੇ ਕੋਲੇ ਹੈ ਇਹ, ਠੀਕ ਹੈ, ਚਨਾਬ ਦੇ ਕੋਲੇ, ਠੀਕ ਹੈ, ਜੇਹਲਮ ਚਨਾਬ ਦੇ ਵਿਚਕਾਰ ਪੈਂਦਾ ਇੱਕ ਇਲਾਕਾ ਹੈ ਗੁਜਰਾਤ, ਠੀਕ ਹੈ ਜੀ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਠੀਕ ਹੈ ਜੀ, ਇਹ ਹੋ ਗਿਆ, ਠੀਕ ਹੈ, ਤੁਹਾਡਾ ਰਾਮਨਗਰ ਹੋ ਗਿਆ। ਇਹ ਲੜਾਈ ਪੜ੍ਹਨੀ ਆਪਾਂ ਅੱਜ, ਇਹ ਸਾਰੀਆਂ ਲੜਾਈਆਂ ਲੜੀਆਂ ਗਈਆਂ। ਕਹਿਣ ਦਾ ਮਤਲਬ ਚਨਾਬ ਹੋ ਗਿਆ ਤੇ ਜੇਹਲਮ ਹੋ ਗਿਆ, ਇਹ ਦਰਿਆ ਦੇ ਨੇੜੇ ਤੇੜੇ ਲੜੀਆਂ ਗਈਆਂ। ਇਹ ਇਲਾਕਾ ਅੱਜ ਕੱਲ੍ਹ ਕਿੱਥੇ ਆ, ਪਾਕਿਸਤਾਨ ਦੇ ਵਿੱਚ ਹੈ। ਕਲੀਅਰ ਹੈ। ਤਾਂ ਇੱਥੇ ਮੇਨ ਕਾਰਨ ਇਹ ਬਣਦਾ ਵੀ ਜਿਹੜਾ ਆਹ ਇਲਾਕਾ ਸੀ ਨਾ, ਅਨੰਦਪੁਰ ਸਾਹਿਬ ਵਾਲਾ, ਜਿਹੜਾ ਜਲੰਧਰ ਵਾਲਾ ਇਲਾਕਾ ਸੀਗਾ, ਇੱਥੇ ਅੰਗਰੇਜ਼ਾਂ ਨੇ ਕੀ ਕੀਤਾ ਸੀ, ਲਗਭਗ ਕਬਜ਼ਾ ਕਰ ਲਿਆ ਸੀਗਾ, ਧੱਕੇ ਨਾਲ ਕਬਜ਼ਾ ਕਰ ਲਿਆ ਸੀਗਾ। ਜਦ ਕਿ ਸੰਧੀ ਹੋਈ ਸੀਗੀ, ਇਹਦੇ ਵਿੱਚ ਇਹ ਕਬਜ਼ਾ ਨਹੀਂ ਕਰ ਸਕਦੇ ਸੀਗੇ, ਬਟ ਇਹਨਾਂ ਨੇ ਕਬਜ਼ਾ ਕਰ ਲਿਆ ਸੀਗਾ। ਕਹਿਣ ਦਾ ਮਤਲਬ ਕੀ ਸੀ, ਅੰਗਰੇਜ਼ ਆਪਣੀਆਂ ਮਨਮਾਨੀਆਂ ਕਰਨੀਆਂ ਸ਼ੁਰੂ ਕਰਨ ਲੱਗ ਗਏ ਸੀ। ਦੇਖੋ ਕਿਉਂ ਕਰਨ ਲੱਗ ਗਏ ਸੀ, ਦੇਖੋ ਧਿਆਨ ਦੇ ਨਾਲ ਤੁਹਾਨੂੰ ਇੱਕ ਗੱਲ ਦੱਸਦਾ। ਜਦੋਂ ਲਾਹੌਰ ਦੀ ਸੰਧੀ ਹੋਈ ਸੀਗੀ, ਲਾਹੌਰ ਦੀ ਸੰਧੀ ਦੇ ਵਿੱਚ ਕੀ ਸੀਗਾ ਰਾਜੇ, ਲਾਹੌਰ ਦੀ ਸੰਧੀ ਵਿੱਚ ਇਹ ਸੀਗਾ ਜਿਹੜਾ ਆ ਸਤਲੁਜ ਦਰਿਆ ਤੋਂ ਪਰਲਾ ਪਾਸਾ ਸਾਰਾ ਹੈਗਾ, ਇਹ ਆਪਣੇ ਸਿੱਖਾਂ ਦਾ ਹੈ। ਇਹਦੇ ਤੇ ਜਿਹੜਾ ਆ ਏਰੀਆ ਹੈਗਾ, ਇਹ ਸਾਰਾ ਕੀ ਹੈ, ਸਿੱਖ ਅੰਪਾਇਰ ਹੈ। ਇਹ ਤੇ ਕੀ ਹੈ, ਆ ਹੈਗਾ ਈਸਟ ਇੰਡੀਆ ਕੰਪਨੀ ਦਾ। ਤਾਂ ਇਹ ਵਾਲੇ ਇਲਾਕੇ ਤੇ ਕਬਜ਼ਾ ਨਹੀਂ ਕਰ ਸਕਦੇ, ਬਟ ਇਹਨਾਂ ਨੇ ਕੀ ਕੀਤਾ, ਜਿਹੜਾ ਆ ਵੇਖੋ ਪੂਰਾ ਏਰੀਆ ਹੈਗਾ, ਇਹ ਤੇ ਧੱਕੇ ਨਾਲ ਕਬਜ਼ਾ ਕਰ ਲਿਆ ਸੀਗਾ, ਜਿਹਦੇ ਕਰਕੇ ਸਿੱਖਾਂ ਦੇ ਮਨ ਵਿੱਚ ਬਹੁਤ ਰੋਸ ਸੀਗਾ ਵੀ ਆਪਦੀਆਂ ਮਨਮਾਨੀਆਂ ਕਰ ਰਹੇ ਨੇ ਤੇ ਇਹਨਾਂ ਤੋਂ ਬਦਲਾ ਲੈਣਾ ਹੀ ਲੈਣਾ। ਤਾਂ ਇਹੀ ਮੇਨ 3-4 ਕਾਰਨ ਬਣਦੇ ਆ। ਇਹ ਕਾਰਨ ਦੱਸਣੇ ਤਾਂ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਮੈਂ ਦੱਸਿਆ, ਕਹਾਣੀ ਵਾਂਗੂ ਪੜੋਗੇ ਤਾਂ ਯਾਦ ਰਹਿ ਜਾਊਗਾ। ਕਾਰਨ ਨਹੀਂ ਪਤਾ ਵੀ ਲੜਾਈ ਕਾਹਤੋਂ ਹੋਈ ਹੈ, ਤਾਂ ਲੜਾਈ
ਯਾਦ ਕਿਵੇਂ ਰਹੂਗੀ। ਅੱਛਾ, ਅਗਲਾ ਮੁੱਖ ਕਾਰਨ ਬਣਦਾ ਜਿਹੜਾ ਦੀਵਾਨ ਸੀਗਾ ਮੂਲ ਰਾਜ ਉਹਦਾ ਵਿਦਰੋਹ। ਠੀਕ ਹੈ, ਉਹ ਵਿਦਰੋਹ ਕਿਉਂ ਕਰਦਾ ਰਾਜੇ? ਦੀਵਾਨ ਮੂਲ ਰਾਜ ਜਿਹੜਾ ਸੀਗਾ ਉਹ ਵਿਦਰੋਹ ਕਰਦਾ। ਵਿਦਰੋਹ ਇਸ ਕਰਕੇ ਕਰਦਾ, ਜਿਹੜਾ ਉਹ ਇਲਾਕਾ ਸੀਗਾ ਮੁਲਤਾਨ, ਉਹ ਸਿੱਖ ਰਾਜ ਦਾ ਇੱਕ ਇਲਾਕਾ ਸੀਗਾ, ਸਿੱਖ ਰਾਜ ਦਾ ਹੀ ਕਹਿ ਲਓ ਇੱਕ ਪਾਰਟ ਸੀਗਾ। ਉੱਥੇ ਕੀ ਹੋ ਜਾਂਦਾ, ਉੱਥੇ ਅੰਗਰੇਜ਼ ਧੱਕੇ ਨਾਲ ਉੱਥੋਂ ਕੀ ਲੈਂਦੇ, ਟੈਕਸ ਵਸੂਲਣਾ ਸ਼ੁਰੂ ਕਰ ਦਿੰਦੇ ਆ। ਤਾਂ ਅੱਗੇ ਜਾ ਕੇ ਦੇਖਾਂਗੇ ਆਪਾਂ, ਦੇਖੋ ਉਹ ਵੀ ਆਪਾਂ ਕਹਾਣੀ ਪੜ੍ਹਨੀ ਆ। ਠੀਕ ਹੈ, ਮੁਲਤਾਨ ਦੀ ਲੜਾਈ ਵੀ ਆਪਾਂ ਪੜਾਂਗੇ। ਠੀਕ ਹੈ, ਤਾਂ ਚਲੋ ਜੀ, ਇਹ ਜਿਹੜੇ ਮੁੱਖ ਕਾਰਨ ਬਣ ਗਏ ਨੇ, ਇਹ ਕਾਰਨ ਬਣ ਕਰਨ ਕਰਕੇ ਕੀ ਹੋ ਗਈ ਆ, ਦੂਜਾ ਐਂਗਲੋ ਸਿੱਖ ਯੁੱਧ ਹੋ ਗਿਆ। ਠੀਕ ਹੈ, ਤਾਂ ਇਹਦਾ ਕਾਰਨ ਬਣ ਗਿਆ ਜੀ। ਚਲੋ ਆਪਾਂ ਸਟਾਰਟ ਕਰਦੇ ਹਾਂ ਜੀ ਇਹਦੇ ਵਿੱਚ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ, ਪਹਿਲਾ ਯੁੱਧ ਸ਼ੁਰੂ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ, ਕਹਿੰਦਾ ਜੀ ਦੂਜਾ ਐਂਗਲੋ ਸਿੱਖ ਯੁੱਧ 1848-49 ਈਸਵੀ ਵਿੱਚ ਹੋਇਆ ਸੀਗਾ, ਜਦੋਂ ਲਾਰਡ ਡਲਹੌਜੀ ਭਾਰਤ ਦਾ ਗਵਰਨਰ ਜਨਰਲ ਬਣਿਆ। ਤਾਂ ਧਿਆਨ ਦੇ ਨਾਲ, ਇਸ ਟਾਈਮ ਤੇ ਗਵਰਨਰ ਜਨਰਲ ਕੌਣ ਹੈ ਰਾਜੇ? ਲਾਰਡ ਡਲਹੌਜੀ। ਲਾਰਡ ਡਲਹੌਜੀ ਇੱਕ ਬਹੁਤ ਹੀ ਕਹ ਲਓ ਬਹੁਤ ਘਟੀਆ ਸੋਚ ਦਾ ਮਾਲਕ ਸੀਗਾ ਬੰਦਾ, ਤੁਹਾਨੂੰ ਪਤਾ ਹੀ ਹੈ, ਇਹਨੇ ਬਹੁਤ ਜ਼ੁਲਮ ਕੀਤੇ ਆ। ਇਹ ਲਗਭਗ ਮੈਨੂੰ ਲੱਗਦਾ ਵੀ ਇਹਨੇ 56 ਤੱਕ ਆਪਣੇ ਇੰਡੀਆ ਦੇ ਵਿੱਚ ਰਿਹਾ ਇਹ। ਠੀਕ ਹੈ, 56 ਤੱਕ ਰਿਹਾ, ਤੇ ਇਹਨੇ ਕੀ ਕੀਤਾ, ਬਹੁਤ ਮਤਲਬ ਧੱਕਾ ਕੀਤਾ ਆਪਣੇ ਇੰਡੀਆ ਦੇ ਵਿੱਚ। ਡਾਕਟਰਨ ਆਫ ਲੈਪਸ ਵੀ ਇਹੀ ਲੈ ਕੇ ਆਇਆ ਸੀਗਾ, ਜਿਹਦੇ ਵਿੱਚ ਕੀ ਹੁੰਦਾ ਸੀਗਾ ਤੁਹਾਨੂੰ ਪਤਾ ਹੀ ਹੈ, ਜਦੋਂ ਉਹ ਆਪਣਾ, ਠੀਕ ਹੈ, ਝਾਂਸੀ ਦੀ ਰਾਣੀ ਵਾਲਾ ਜਿਹੜਾ ਕਾਂਡ ਹੈਗਾ, ਤੁਸੀਂ ਸਾਰਿਆਂ ਨੇ ਤੁਸੀਂ ਪੜ੍ਹਿਆ ਹੋਊਗਾ, ਫਿਲਮ ਵੀ ਦੇਖੀ ਹੋਊਗੀ, ਵੀ ਜਿਹੜੇ ਰਾਜੇ ਦੀ ਆਪਣੀ ਖੁਦ ਦੀ ਔਲਾਦ ਨਹੀਂ ਹੁੰਦੀ ਸੀਗੀ, ਉਹ ਧੱਕੇ ਨਾਲ ਉਹਦਾ ਜਿਹੜਾ ਰਾਜ ਭਾਗ ਸੀਗਾ ਉਹ ਅੰਗਰੇਜ਼ ਸਰਕਾਰ ਹੜਪ ਲੈਂਦੀ ਸੀਗੀ। ਤਾਂ ਕਹਿਣ ਦਾ ਮਤਲਬ ਇਹਦੀਆਂ ਨੀਤੀਆਂ ਬਹੁਤ ਮਾੜੀਆਂ ਸੀਗੀਆਂ। ਤਾਂ ਦੂਜੇ ਐਂਗਲੋ ਸਿੱਖ ਯੁੱਧ ਦੇ ਵਿੱਚ ਇਹ ਬੰਦਾ ਸੀਗਾ, ਐਂ ਕਹਿ ਲਓ ਵੀ ਸਿੱਖਾਂ ਦੀ ਮਾੜੀ ਕਿਸਮਤ ਕਹਿ ਲਓ, ਜਾਂ ਸਿੱਖਾਂ ਦੇ ਐਂ ਕਹਿ ਲਓ ਵੀ ਮਾੜਾ ਕਾਰਨ ਬਣਿਆ ਵੀ ਇਹ ਬੰਦਾ, ਕਿਉਂਕਿ ਇਹ ਬੰਦੇ ਦੀਆਂ ਨੀਤੀਆਂ ਬਹੁਤ ਮਾੜੀਆਂ ਸੀਗੀਆਂ। ਠੀਕ ਹੈ, ਤਾਂ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਨੈਕਸਟ। ਹੁਣ ਕਹਿੰਦੇ ਜੀ ਉਸ ਟਾਈਮ ਤੇ ਜਿਹੜਾ ਮਹਾਰਾਜਾ ਦਲੀਪ ਸਿੰਘ ਸੀਗਾ, ਲਾਹੌਰ ਦਾ ਨਾਬਾਲਗ ਸ਼ਾਸਕ ਸੀਗਾ, ਤੇ ਸਿੱਖਾਂ ਦੇ ਅੰਗਰੇਜ਼ਾਂ ਦੇ ਵਿਚਕਾਰ ਲੜਾਈਆਂ ਹੋਈਆਂ ਨੇ। ਸਿੱਖਾਂ ਵੱਲੋਂ ਫਿਰ ਵੀ ਭਾਵੇਂ ਅਸੀਂ ਮੰਨਦੇ ਹਾਂ ਵੀ ਮਹਾਰਾਜਾ ਦਲੀਪ ਸਿੰਘ ਦੀ ਛਤਰ ਛਾਇਆ ਹੇਠ ਆਪਾਂ ਲੜਾਈਆਂ ਲੜੀਆਂ। ਤਾਂ ਕਿਹੜੀਆਂ ਲੜਾਈਆਂ ਲੜੀਆਂ ਗਈਆਂ ਜੀ? ਆਪਾਂ ਪਹਿਲੀ ਲੜਾਈ ਵੱਲ ਵੱਧਦੇ ਹਾਂ। ਪਹਿਲੀ ਲੜਾਈ ਹੋਈ ਹੈ ਜੀ ਰਾਮਨਗਰ ਦੀ ਲੜਾਈ ਹੋਈ ਹੈ। ਇਹ ਹੋਈ ਹੈ ਜੀ 22 ਨਵੰਬਰ 1848, ਡੇਟ ਯਾਦ ਰੱਖਣੀ ਆ, 22 ਨਵੰਬਰ 1848 ਨੂੰ ਲੜਾਈ ਹੁੰਦੀ ਹੈ ਪਹਿਲੀ ਰਾਮਨਗਰ ਦੀ ਲੜਾਈ। ਠੀਕ ਹੈ, ਦੂਜੇ ਐਂਗਲੋ ਸਿੱਖ ਯੁੱਧ ਦਾ ਪਹਿਲਾ ਯੁੱਧ। ਇਹਦੇ ਵਿੱਚ ਕੀ ਹੁੰਦਾ ਰਾਜੇ? ਕਹਿੰਦਾ ਜੀ ਅੰਗਰੇਜ਼ਾਂ ਵੱਲੋਂ ਕਹਿੰਦੇ ਭਾਰਤ ਪੰਜਾਬ ਤੇ ਕਬਜ਼ਾ ਕਰਨ ਮਗਰੋਂ ਕਹਿੰਦਾ ਜੀ ਚਤਰ ਸਿੰਘ ਤੇ ਸ਼ੇਰ ਸਿੰਘ ਅਟਾਰੀ ਵਾਲਾ। ਠੀਕ ਹੈ ਜੀ, ਸ਼ੇਰ ਸਿੰਘ ਅਟਾਰੀ ਵਾਲੇ ਦਾ ਜ਼ਿਕਰ ਆ ਗਿਆ, ਸ਼ਾਮ ਸਿੰਘ ਅਟਾਰੀ ਵਾਲੇ ਦਾ। ਠੀਕ ਹੈ ਜੀ, ਤਾਂ ਸ਼ੇਰ ਸਿੰਘ ਅਟਾਰੀ ਵਾਲਾ ਤੇ ਅੰਗਰੇਜ਼ਾਂ ਦੇ ਵਿਚਕਾਰ ਕਹਿੰਦਾ ਜੰਗ ਦੀ ਤਿਆਰੀਆਂ ਦਾ ਮਾਹੌਲ ਤਕਰੀਬਨ 2 ਮਹੀਨੇ ਚੱਲਦਾ ਰਿਹਾ। ਤਾਂ ਦੋਨੇ ਪਾਸੇ ਕੀ ਹੋ ਗਈਆਂ ਭਾਈ, ਤਿਆਰੀਆਂ ਹੋ ਗਈਆਂ। ਠੀਕ ਹੈ ਜੀ, ਲੜਨ ਵਾਸਤੇ। ਤਾਂ ਇਸ ਤੋਂ ਬਾਅਦ ਅੱਗੇ ਹੁੰਦਾ ਕੀ ਹੈ ਜੀ? ਕਹਿੰਦਾ ਜੀ ਦੋਵਾਂ ਧਿਰਾਂ ਦੇ ਵਿੱਚ ਪਹਿਲੀ ਵਾਰ ਲੜਾਈ ਹੁੰਦੀ ਹੈ 22 ਨਵੰਬਰ 1848 ਦੇ ਦਿਨ ਰਾਮਨਗਰ ਦੇ ਵਿੱਚ ਹੋਈ। ਤਾਂ ਇਧਰੋਂ ਸਿੱਖ ਸੀਗੇ, ਸਿੱਖਾਂ ਵੱਲੋਂ ਕੌਣ ਸੀਗਾ? ਚਤਰ ਸਿੰਘ ਤੇ ਸ਼ੇਰ ਸਿੰਘ ਅਟਾਰੀ ਵਾਲਾ, ਤੇ ਉਧਰੋਂ ਕੌਣ ਸੀਗਾ? ਜਨਰਲ ਹਿਊ ਗੱਫ। ਇਹ ਯਾਦ ਰੱਖ ਲਿਓ ਰਾਜੇ, ਇਹ ਵੀ ਪੁੱਛਦੇ ਹੁੰਦੇ ਆ ਕੌਣ ਉਧਰੋਂ ਲੜਿਆ? ਜਨਰਲ ਹਿਊ ਗੱਫ ਲੜਿਆ ਸੀਗਾ। ਤੇ ਕਹਿੰਦਾ ਜਿਹੜਾ ਹਿਊ ਗੱਫ ਸੀਗਾ ਉਹ ਸਿੱਖਾਂ ਨੂੰ ਕਹਿੰਦਾ ਚਨਾਬ ਦੇ ਪੜਨ ਦੇ ਪਾਸੇ ਰੋਕਣਾ ਚਾਹੁੰਦਾ ਸੀਗਾ। ਚਨਾਬ ਤੁਹਾਨੂੰ ਮੈਂ ਨਕਸ਼ਾ ਦਿਖਾਇਆ ਨਾ ਹੁਣੇ, ਚਨਾਬ ਦੇ ਪਰਲੇ ਪਾਸੇ ਰੋਕਣਾ ਚਾਹੁੰਦਾ ਸੀਗਾ। ਤਾਂ ਚਲੋ ਨਕਸ਼ੇ ਵਾਲੇ ਇੱਕ ਵਾਰੀ, ਚਲੋ ਪਿੱਛੇ ਜਾਣਾ ਬਹੁਤ ਔਖਾ ਹੈ, ਮੈਂ ਤੁਹਾਨੂੰ ਫੇਰ ਕਦੇ ਤੁਸੀਂ ਦਿਖਾ ਹੀ ਦਿੱਤਾ ਤੁਹਾਨੂੰ ਮੈਂ ਨਕਸ਼ਾ। ਤਾਂ ਠੀਕ ਹੈ, ਕਹਿਣ ਦਾ ਮਤਲਬ ਕਿ ਚਨਾਬ ਦੇ ਵੱਲ ਕੀ ਹੈ, ਇੱਕ ਮਿੰਟ ਤੁਹਾਨੂੰ ਮੈਂ ਦਿਖਾ ਹੀ ਦਵਾਂ ਨਕਸ਼ਾ, ਬਹੁਤ ਦਿਖਾਉਣਾ ਜ਼ਰੂਰੀ ਹੈ, ਇੱਕ ਮਿੰਟ ਬਸ। ਇਹ ਮੈਂ ਨਾ ਥੋੜੀ ਜਿਹੀ ਐਨੀਮੇਸ਼ਨ ਲੱਗੀ ਹੋਈ ਆ। ਆਹ ਦੇਖੋ ਜੀ, ਆ ਜਾਂਦੀ ਹੈ ਚਨਾਬ। ਠੀਕ ਹੈ ਜੀ, ਆਹ ਨਦੀ ਜਾ ਰਹੀ ਹੈ ਚਨਾਬ। ਠੀਕ ਹੈ, ਤਾਂ ਕਹਿਣ ਦਾ ਮਤਲਬ ਇਹਦੀ ਨੀਤੀਆਂ ਕਿੰਨੀਆਂ ਮਾੜੀਆਂ ਸੀਗੀਆਂ। ਜਿਹੜਾ ਆਹ ਇਲਾਕਾ ਇਹ ਵੀ ਹੜੱਪਣਾ ਚਾਹੁੰਦੇ ਸੀਗੇ ਇਹ। ਤਾਂ ਇੱਥੇ ਲੜਾਈ ਹੋਈ ਆ ਰਾਮਨਗਰ ਦੇ ਵਿੱਚ। ਤਾਂ ਕਹਿਣ ਦਾ ਮਤਲਬ ਇਹ ਚਾਹੁੰਦੇ ਸੀ ਵੀ ਸਿੱਖ ਇੱਧਰ ਹੋਰ ਪਿੱਛੇ ਚਲੇ ਜਾਣ ਤੇ ਆਹ ਇਲਾਕੇ ਤੇ ਵੀ ਅਸੀਂ ਕਬਜ਼ਾ ਕਰ ਲਈਏ। ਸਮਝ ਗਏ ਮੇਰੀ ਗੱਲ, ਕਹਾਣੀ ਸਮਝ ਗਏ? ਤਾਂ ਇਹ ਰਾਮਨਗਰ ਦੀ ਲੜਾਈ ਆ। ਠੀਕ ਹੈ ਜੀ, ਰਾਮਨਗਰ ਦੀ ਲੜਾਈ ਦੇ ਵਿੱਚ ਹੁਣ ਕਿਉਂ ਨਾ ਹਿਊ ਗੱਫ ਹੈ, ਤੇ ਦੂਜੇ ਪਾਸੇ ਕੌਣ ਨੇ ਆਪਣੇ ਸਿੱਖ ਨੇ? ਕੌਣ ਨੇ? ਚਤਰ ਸਿੰਘ ਤੇ ਸ਼ਾਮ ਸਿੰਘ ਅਟਾਰੀ ਵਾਲਾ। ਤਾਂ ਕਹਿੰਦਾ ਜਿਹੜਾ ਗੱਫ ਹੈਗਾ ਸਿੱਖਾਂ ਨੂੰ ਕਹਿੰਦਾ ਚਨਾਬ ਦੇ ਚੜ੍ਹਦੇ ਪਾਸੇ ਰੋਕਣਾ ਚਾਹੁੰਦਾ ਸੀ। ਚੜ੍ਹਦਾ ਪਾਸਾ ਕਿਹੜਾ? ਜਿਵੇਂ ਪਰਲੇ ਪਾਸੇ ਵਾਲਾ ਆਪਾਂ ਕਰਦੇ ਹਾਂ, ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ। ਠੀਕ ਹੈ ਜੀ, ਠੀਕ ਹੈ, ਤੇ ਚੜ੍ਹਦੇ ਪਾਸੇ ਪਾਕਿਸਤਾਨ ਵਾਲੀ ਸਾਈਡ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਅੱਗੇ ਹੁੰਦਾ ਕੀ ਆ, ਪਰ ਅੱਗੇ ਕਹਾਣੀ ਕੀ ਬਣਦੀ ਆ? ਕਹਾਣੀ ਇਹ ਬਣਦੀ ਆ, ਠੀਕ ਹੈ ਜੀ, ਜਿਹੜੇ ਸਿੱਖ ਨੇ ਰਾਜੇ ਜੀ ਉਹ ਜਵਾਬੀ ਕਾਰਵਾਈ, ਤਾਂ ਕਹਿੰਦਾ ਜੀ ਫਰੰਗੀਆਂ ਦੀ ਇੱਕ ਵੱਡੀ ਤੋਪ ਜਿਹੜੇ ਤੇ 2 ਬਰੂਦਾਂ ਦੀਆਂ ਬੋਗੀਆਂ ਛੱਡ ਕੇ ਭੱਜ ਗਏ। ਤਾਂ ਸਿੱਖਾਂ ਨੇ ਕੀ ਕੀਤਾ ਰਾਜੇ? ਇਸ ਵਾਰੀ ਸਿੱਖਾਂ ਨੇ ਪੂਰੀ ਤਿਆਰੀ ਕੀਤੀ ਸੀਗੀ, ਉਹਨਾਂ ਨੇ ਜਵਾਬੀ ਕਾਰਵਾਈ ਕੀਤੀ। ਤਾਂ ਜਿਹੜੇ ਫਰੰਗੀ ਸੀਗੇ ਉਹ ਡਰ ਗਏ, ਤੇ ਉਹ ਆਪਣੀ ਇੱਕ ਵੱਡੀ ਤੋਪ ਤੇ 2 ਬਰੂਦ ਦੀਆਂ ਕਿੰਨੀਆਂ ਬੋਗੀਆਂ, ਮਤਲਬ ਬੋਗੀਆਂ ਹੁੰਦੀਆਂ ਗੱਡੀਆਂ, ਗੱਡੇ ਕਹਿ ਲਓ। ਠੀਕ ਹੈ, ਤਾਂ ਉਹ ਛੱਡ ਕੇ ਭੱਜ ਜਾਂਦੇ, ਜਿਹੜੇ ਕਿ ਸਿੱਖਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਏ। ਠੀਕ ਹੈ ਜੀ, ਇੱਕ ਮਤਲਬ ਕਿ ਬਹੁਤ ਵੱਡੀ ਇੱਕ ਕਾਮਯਾਬੀ ਮਿਲੀ ਸਿੱਖਾਂ ਨੂੰ। ਇਸ ਤੋਂ ਬਾਅਦ ਕਹਿੰਦੇ ਜੀ ਸਿੱਖਾਂ ਨੇ ਦਰਿਆ ਪਾਰ ਕਰ ਲਿਆ, ਤੇ ਬਰਤਾਨਵੀ ਜਿਹੜੀ ਈਸਟ ਇੰਡੀਆ ਕੰਪਨੀ ਦੀ ਫੌਜ ਹੈਗੀ, ਅੰਗਰੇਜ਼ਾਂ ਦੀ ਫੌਜ ਹੈਗੀ, ਉਹਦੇ 150 ਦੇ ਕਰੀਬ ਫੌਜੀ ਜਿਹੜੇ ਹੈਗੇ ਆ ਸ਼ਿਕਾਰ ਬਣਾ ਲਿਆ, ਜਿਹਦੇ ਵਿੱਚ 12 ਅਫਸਰ ਵੀ ਸ਼ਾਮਲ ਸੀਗੇ। ਤਾਂ ਕਹਿਣ ਦਾ ਮਤਲਬ ਕਿ ਸਿੱਖਾਂ ਦੀ ਇਸ ਵਾਰੀ ਕੀ ਹੋ ਰਹੀ ਸੀਗੀ? ਸਿੱਖਾਂ ਦਾ ਪਲੜਾ ਕੀ ਸੀਗਾ? ਭਾਰੀ ਸੀਗਾ ਅੰਗਰੇਜ਼ਾਂ ਦੇ ਉੱਪਰ। ਉਹਦਾ ਕਾਰਨ ਕੀ ਸੀਗਾ? ਕਹਿੰਦਾ ਜੀ ਇਹਦੇ ਵਿੱਚ ਕਹਿੰਦਾ ਫਰੰਗੀਆਂ ਦੇ 140 ਘੋੜਿਆਂ ਦਾ ਨੁਕਸਾਨ ਹੋਇਆ, ਤੇ ਲੈਫਟੀਨੈਂਟ ਜਿਹੜਾ ਸੀਗਾ ਰਾਜੇ ਕੈਲਨੋਲ ਹੈਵਲੌਕ ਦੀਆਂ ਲਾਸ਼ਾਂ, ਕਹਿੰਦਾ ਲਾਸ਼ ਝਨਿਆਰ ਦਰਿਆ ਦੇ ਕੰਢੇ 12ਵੇਂ ਦਿਨ ਲੱਭੀ। ਤਾਂ ਕਹਿਣ ਦਾ ਮਤਲਬ ਸਿੱਖਾਂ ਦੇ ਵਿੱਚ ਇੰਨਾ ਜ਼ਿਆਦਾ ਰੋਸ ਸੀਗਾ, ਸਿੱਖਾਂ ਨੇ ਮਤਲਬ ਕਿ ਆਹੂਲਾ ਤੇ ਐਂ ਕਹਿ ਲਓ ਵੀ ਜਿਹੜਾ ਸਾਹਮਣੇ ਆ ਗਿਆ ਉਹਨੂੰ ਵੜਤਾ। ਠੀਕ ਹੈ, ਤੇ ਇਹਦੇ ਵਿੱਚ ਜਿਹੜਾ ਉਹਨਾਂ ਦਾ ਲੈਫਟੀਨੈਂਟ ਸੀਗਾ ਹੈਵਲੌਕ, ਉਹਦੀ ਲਾਸ਼ ਵੀ ਕਹਿੰਦੇ 12ਵੇਂ ਦਿਨ ਜਾ ਕੇ ਲੱਭੀ। ਠੀਕ ਹੈ ਜੀ, ਇੰਨੀ ਮਾੜੀ ਹਾਲਾਤ ਕਰਤੇ ਸੀਗੇ। ਤੇ ਉਹਦਾ ਜਿਹੜਾ
ਸਿਰ ਸੀਗਾ ਧੜ ਤੋਂ ਵੱਖ ਕੀਤਾ ਹੋਇਆ ਸੀ, ਲੱਤਾਂ ਬਾਹਾਂ ਵੀ ਵੱਢਤੀਆਂ ਸੀਗੀਆਂ। ਮਤਲਬ ਕਿ ਬਹੁਤ ਗੁੱਸਾ ਸੀ ਸਿੱਖਾਂ ਦੇ ਵਿੱਚ, ਕਿਉਂਕਿ ਸਿੱਖਾਂ ਦੇ ਵਿੱਚ ਗੁੱਸੇ ਦਾ ਕਾਰਨ ਤੁਹਾਨੂੰ ਮੈਂ ਦੱਸ ਦਿੱਤਾ। ਜਿੰਦ ਕੌਰ ਜੀ ਦਾ ਜਿਹੜਾ ਆਪਣਾ ਕਹਿ ਲਓ, ਜਿੰਦ ਕੌਰ ਜੀ ਦਾ ਜਿਹੜਾ ਤੁਸੀਂ ਕਹਿ ਲਓ ਵੀ ਅਪਮਾਨ ਕਰਦੇ ਸੀਗੇ। ਕਹਿੰਦੇ ਜੀ ਸਮਾਂ ਕਦੇ ਵੀ ਨਾ ਇੱਕੋ ਜਿਹਾ ਨਹੀਂ ਰਹਿੰਦਾ ਗਾ। ਮਹਾਰਾਣੀ ਜਿੰਦ ਕੌਰ ਉਹ ਰਾਣੀ ਆ ਵੀ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਦੋਂ ਉਹਦਾ ਇੱਕ ਹੰਝੂ ਵੀ ਗਿਰਦਾ ਸੀ ਨਾ, ਤਾਂ ਮਤਲਬ ਕਿ ਲੜਾਈਆਂ ਲੱਗ ਜਾਂਦੀਆਂ ਸੀਗੀਆਂ। ਕਹਿਣ ਦਾ ਮਤਲਬ ਕਿ ਕਿਸੇ ਟਾਈਮ ਤੇ ਉਹਦਾ ਜਿਹੜੇ ਹੰਝੂਆਂ ਦਾ ਮੁੱਲ ਸੀ ਇੱਕ ਮੋਤੀਆਂ ਦੇ ਸਮਾਨ ਸੀਗਾ, ਬਟ ਉਹਦੇ ਅੱਜ ਹੰਝੂਆਂ ਦਾ ਜਿਹੜਾ ਮੁੱਲ ਹੈਗਾ ਰਾਜੇ ਇੱਕ ਤਰੇਲ ਦੇ ਤੁਪਕੇ ਦੇ ਸਮਾਨ ਮਿਲ ਰਿਹਾ। ਤਾਂ ਸਮਾਂ ਕਦੇ ਵੀ ਬਰਾਬਰ ਨਹੀਂ ਰਹਿੰਦਾ, ਸਮਾਂ ਕਦੇ ਵੱਧ ਜਾਂਦਾ, ਕਦੇ ਘਟ ਜਾਂਦਾ, ਕਦੇ ਬਲਵਾਨ ਹੁੰਦਾ, ਕਦੇ ਆਪਣੇ ਅਨੁਕੂਲ ਹੁੰਦਾ, ਕਦੇ ਆਪਣੇ ਓਪੋਜ਼ਿਟ ਹੁੰਦਾ। ਤਾਂ ਅੱਜ ਦਾ ਜਿਹੜਾ ਸਮਾਂ ਸੀਗਾ ਮਹਾਰਾਣੀ ਜਿੰਦ ਕੌਰ ਦੇ ਓਪੋਜ਼ਿਟ ਸੀਗਾ ਕਹਿਣ ਦਾ ਮਤਲਬ। ਪਰ ਉਹਦੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਫੌਜੀ ਸੀਗੇ, ਉਹਨਾਂ ਦੇ ਮਨ ਦੇ ਵਿੱਚ ਬਹੁਤ ਸਤਿਕਾਰ ਸੀਗਾ, ਤੇ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਬਹੁਤ ਸੀਗਾ। ਇਸ ਕਰਕੇ ਦੇਖੋ ਉਹਦੀ ਲਾਸ਼ ਇੰਨੀ ਮਾੜੀ ਹਾਲਾਤ ਕੀਤੀ ਆ ਉਹਦੀ ਲੈਫਟੀਨੈਂਟ ਦੀ, ਕਿ ਉਹਦੀਆਂ ਲੱਤਾਂ ਬਾਹਾਂ ਵੀ ਵੱਡੀਆਂ ਹੋਈਆਂ ਸੀਗੀਆਂ ਤੇ ਜਿਹੜਾ ਸਿਰ ਸੀਗਾ ਧੜ ਤੋਂ ਵੱਖ ਕੀਤਾ ਹੋਇਆ ਸੀਗਾ। ਤਾਂ ਅੱਗੇ ਚੱਲਦੇ ਹਾਂ ਜੀ, ਅੱਗੇ ਆਪਾਂ ਇਸ ਲੜਾਈ ਦੇ ਵਿੱਚ ਹੋਰ ਦੇਖਦੇ ਹਾਂ। ਕਹਿੰਦੇ ਜੀ ਉਹਦੇ ਨਾਲ ਜਿਹੜੇ ਹੋਰ 9 ਸਿਪਾਹੀ ਸੀਗੇ ਉਹਨਾਂ ਦੀ ਵੀ ਲਾਸ਼ਾਂ ਮਿਲੀਆਂ। ਕਹਿਣ ਦਾ ਭਾਵ ਕਿ ਲੜਾਈ ਬਹੁਤ ਜ਼ਬਰਦਸਤ ਹੋਈ ਹੈ। ਤਾਂ ਇਸ ਲੜਾਈ ਦੇ ਵਿੱਚ ਕਹਿੰਦਾ ਇੱਕ ਬ੍ਰਿਗੇਡੀਅਰ ਸੀਗਾ ਜਨਰਲ ਕੁਰਟੇਨ ਦੀ ਮੌਤ ਹੋ ਗਈ ਹੈ ਜੀ। ਬਰਤਾਨਵੀ ਫੌਜ ਵਾਸਤੇ ਵੱਡਾ ਘਾਟਾ ਸੀਗਾ। ਇੱਕ ਜਨਰਲ ਸੀਗਾ ਬ੍ਰਿਗੇਡੀਅਰ, ਉਹਦੀ ਵੀ ਮੌਤ ਹੋ ਗਈ ਆ। ਠੀਕ ਹੈ ਜੀ। ਤਾਂ ਕਹਿਣ ਦਾ ਮਤਲਬ ਇਹਦੇ ਵਿੱਚ ਵੱਡੇ ਵੱਡੇ ਜਿਹੜੇ ਅਫਸਰ ਸੀਗੇ ਉਹਨਾਂ ਦੀ ਵੀ ਮੌਤ ਹੋਈ ਹੈ। ਤੇ ਕਹਿੰਦਾ ਜੀ ਅੰਗਰੇਜ਼ ਜਿਹੜੇ ਹੈਗੇ ਸੀਗੇ ਖਾਲਸਾ ਰਾਜ ਪੰਜਾਬ ਦੀਆਂ ਫੌਜਾਂ ਨੂੰ ਰੋਕਣ ਦੇ ਵਿੱਚ ਨਾਕਾਮ ਰਹੇ, ਤੇ ਇਸ ਨੁਕਸਾਨ ਤੋਂ ਉਹ ਕੀ ਹੋ ਗਏ, ਪਿੱਛੇ ਹਟ ਗਏ। ਕਹਿਣ ਦਾ ਮਤਲਬ ਡਰ ਗਏ, ਭੱਜ ਗਏ। ਠੀਕ ਹੈ ਜੀ। ਤਾਂ ਕਹਿਣ ਦਾ ਮਤਲਬ ਇਹਦੇ ਵਿੱਚ ਸਿੱਖਾਂ ਦੀ ਕੀ ਹੋ ਗਈ, ਜਿੱਤ ਹੋ ਗਈ। ਤਾਂ ਕਹਿੰਦੇ ਜੀ ਇਸ ਤਰ੍ਹਾਂ ਇਹ ਛੋਟੀ ਜਿਹੀ ਲੜਾਈ ਦੇ ਵਿੱਚ ਖਾਲਸਾ ਫੌਜ ਨੇ ਇੱਕ ਜਿੱਤ ਦਰਜ ਕਰਵਾਈ। ਤਾਂ ਕਹਿਣ ਦਾ ਮਤਲਬ ਪਹਿਲੀ ਲੜਾਈ ਕੌਣ ਜਿੱਤ ਗਏ, ਸਿੱਖ ਜਿੱਤ ਗਏ, ਤੇ ਫੌਜ ਜਿਹੜੀ ਸੀਗੀ ਈਸਟ ਇੰਡੀਆ ਕੰਪਨੀ ਦੀ ਉਹ ਭੱਜ ਗਈ ਹੈ ਡਰ ਕੇ। ਤਾਂ ਕਲੀਅਰ ਹੈ ਜੀ, ਇਹ ਹੈਗੇ ਰਾਮਨਗਰ ਦੀ ਲੜਾਈ। ਅਗਲੀ ਆਪਾਂ ਚੱਲਦੇ ਹਾਂ ਜੀ ਨੈਕਸਟ। ਹੁਣ ਰਾਮਨਗਰ ਦੀ ਲੜਾਈ ਦੇ ਵਿੱਚ ਇੱਕ ਚੀਜ਼ ਹੋਰ ਹੈ। ਕਹਿੰਦਾ ਜੀ ਇੰਨਾ ਨੁਕਸਾਨ ਕਰਾਉਣ ਤੋਂ ਬਾਅਦ ਜਿਹੜੇ ਅੰਗਰੇਜ਼ ਕਈ ਹਫ਼ਤੇ ਤੱਕ ਕਹਿੰਦਾ ਸਹਿਮੇ ਰਹੇ ਤੇ ਅਗਲਾ ਪੈਂਤਰਾ ਸੋਚਦੇ ਰਹੇ, ਪਰ ਉੱਪਰਲੇ ਅਫਸਰਾਂ ਦਾ ਕੀ ਕਰਦੇ ਸੀਗੇ, ਹੁਕਮ ਉਡੀਕਦੇ ਸੀਗੇ। ਕਹਿਣ ਦਾ ਮਤਲਬ ਕਿ ਬਹੁਤ ਡਰ ਗਏ ਸੀਗੇ। ਅਗਲੀ ਲੜਾਈ ਵਾਸਤੇ ਕੀ ਕਰਦੇ ਸੀ, ਉੱਪਰੋਂ ਸੋਚਦੇ ਸੀਗੇ। ਤਾਂ ਕਹਿੰਦੇ ਜੀ 7 ਹਫ਼ਤੇ ਚੁੱਪ ਰਹਿਣ ਦੇ ਮਗਰੋਂ ਕਹਿੰਦਾ ਜੀ ਬ੍ਰਿਟਿਸ਼ ਫੌਜਾਂ ਨੇ ਇੱਕ ਵਾਰੀ ਕੀ ਕੀਤਾ, ਫੇਰ ਟੱਕਰ ਲੈਣ ਵਾਸਤੇ ਤਿਆਰ ਹੋ ਗਈ ਆ। 7 ਹਫ਼ਤੇ ਕੀ ਹੈ ਚੁੱਪ ਰਹੇ, ਤਿਆਰੀਆਂ ਕਰਦੇ ਰਹੇ ਤੇ ਦੁਬਾਰਾ ਤਿਆਰ ਹੋ ਗਏ। ਤੇ ਅਗਲੀ ਲੜਾਈ ਕਦੋਂ ਹੋਊਗੀ ਜੀ, ਹੁਣ 13 ਜਨਵਰੀ 1849 ਨੂੰ ਪਿੰਡ ਚਿਲਿਆਂਵਾਲਾ, ਠੀਕ ਹੈ, ਚੇਲਿਆਂਵਾਲਾ ਨਹੀਂ ਚਿਲਿਆਂਵਾਲਾ ਵਿਖੇ ਹੋਊਗੀ। ਠੀਕ ਹੈ ਜੀ, 13 ਜਨਵਰੀ 1849 ਨੂੰ। ਤਾਂ ਕਹਿਣ ਦਾ ਮਤਲਬ ਅਗਲੀ ਲੜਾਈ ਕਿਹੜੀ ਹੁੰਦੀ ਹੈ, ਚਿਲਿਆਂਵਾਲੇ ਵਿਖੇ ਹੁੰਦੀ ਹੈ। ਤਾਂ ਚੱਲਦੇ ਹਾਂ ਜੀ ਆਪਾਂ ਨੈਕਸਟ ਲੜਾਈ ਦੇ ਵੱਲ ਵੱਧਦੇ ਹਾਂ। ਤਾਂ ਇਹ ਲੜਾਈ ਹੁੰਦੀ ਹੈ ਜੀ 13 ਜਨਵਰੀ 1849 ਈਸਵੀ ਨੂੰ ਹੁੰਦੀ ਹੈ ਰਾਜੇ, ਇਹ ਯਾਦ ਰੱਖਣੀ ਹੈ। ਤਾਂ ਇਸ ਤੋਂ ਬਾਅਦ ਅਗਰ ਆਪਾਂ ਯਾਦ ਰੱਖਾਂਗੇ ਜੀ, ਕਹਿੰਦੇ ਜੀ ਇਹ ਲੜਾਈ ਕਹਿੰਦਾ ਸ਼ੇਰ ਸਿੰਘ ਅਤੇ ਲਾਰਡ ਹਿਊ ਗੱਫ ਦੀਆਂ ਫੌਜਾਂ ਦੇ ਵਿਚਕਾਰ ਲੜੀ ਗਈ। ਇੱਥੇ ਇਕੱਲਾ ਸ਼ੇਰ ਸਿੰਘ ਆ ਜੀ, ਧਿਆਨ ਰੱਖਿਓ। ਤਾਂ ਅੱਗੇ ਕਹਿੰਦਾ ਜੀ ਸਿੱਖ ਫੌਜੀ ਇਸ ਲੜਾਈ ਦੇ ਵਿੱਚ ਜੀ ਜਾਨ ਨਾਲ ਲੜੇ। ਠੀਕ ਹੈ, ਬਹੁਤ ਮਤਲਬ ਜੀ ਜਾਨ ਨਾਲ ਲੜੇ। ਤਾਂ ਕਹਿੰਦੇ ਜੀ ਉਹਨਾਂ ਦੇ ਦਿਲਾਂ ਦੇ ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਖਿਲਾਫ ਰੋਹ ਫੈਲ ਚੁੱਕਿਆ ਸੀਗਾ। ਤਾਂ ਪਹਿਲੀ ਲੜਾਈ ਦੇ ਵਿੱਚ ਵੀ ਉਹ ਬਹੁਤ ਗੁੱਸੇ ਦੇ ਵਿੱਚ ਸੀਗੇ, ਤੇ ਸੈਕੰਡ ਦੇ ਵਿੱਚ ਓਬਵੀਅਸ ਹੈ ਜਦੋਂ ਦੁਬਾਰਾ ਅੰਗਰੇਜ਼ਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ, ਤਾਂ ਓਬਵੀਅਸ ਹੈ ਕਿ ਉਹਨਾਂ ਦਾ ਗੁੱਸਾ ਕੀ ਹੋ ਜਾਊਗਾ, ਡਬਲ ਹੋ ਜਾਊਗਾ, ਭੜਕ ਜਾਊਗਾ। ਤਾਂ ਉਹਨਾਂ ਨੇ ਕਾਫੀ ਭੜਾਸ ਕੱਢੀ ਆਪਣੀ ਇਸ ਲੜਾਈ ਦੇ ਵਿੱਚ, ਤੇ ਉਹ ਅੰਗਰੇਜ਼ਾਂ ਨੂੰ ਕੀ ਕਰਦੇ ਚਾਹੁੰਦੇ ਸੀਗੇ, ਤਾਰੇ ਦਿਖਾਉਣਾ ਚਾਹੁੰਦੇ ਸੀਗੇ। ਠੀਕ ਹੈ, ਦਿਨੇ ਤਾਰੇ ਦਿਖਾਉਣ ਦਾ ਮਤਲਬ ਹੁੰਦਾ ਬਹੁਤ ਗੁੱਸਾ, ਕਿ ਬਦਲਾ ਲੈਣਾ ਚਾਹੁੰਦੇ ਸੀਗੇ ਆਪਣਾ। ਤਾਂ ਕਹਿੰਦਾ ਜੀ ਉਧਰ ਜਿਹੜੀਆਂ ਅੰਗਰੇਜ਼ ਫੌਜੀਆਂ ਨੂੰ ਕਹਿੰਦਾ ਮੁਦਕੀ ਦੀ ਲੜਾਈ ਅਤੇ ਫਿਰੋਜ਼ ਸ਼ਾਹ ਦੀ ਲੜਾਈ ਦੋਨਾਂ ਦਾ ਭੁਲੇਖਾ ਸੀਗਾ। ਕਹਿਣ ਦਾ ਮਤਲਬ ਜਿਹੜੇ ਅੰਗਰੇਜ਼ ਸੀਗੇ ਉਹ ਐ ਲਾਈਟਲੀ ਲੈਂਦੇ ਸੀਗੇ, ਯਾਰ ਕਿੰਨੇ ਕੁ ਤਕੜੇ ਹੈਗੇ, ਅਸੀਂ ਇਹਨਾਂ ਨੂੰ ਇੱਕ ਦਿਨ ਚ ਮਾਰ ਮਕਾਵਾਂਗੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਜਿਹੜੀ ਮੁਦਕੀ ਦੀ ਲੜਾਈ ਹੈ ਜਾਂ ਫਿਰੋਜ਼ ਸ਼ਾਹ ਦੀ ਲੜਾਈ ਆ, ਉਹਦੇ ਵਿੱਚ ਤਾਂ ਗਦਾਰ ਸੀਗੇ ਡੋਗਰੇ ਵਰਗੇ, ਪਰ ਇਹਦੇ ਵਿੱਚ ਗਦਾਰ ਨਹੀਂ ਹੈਗੇ। ਇਹਦੇ ਵਿੱਚ ਕੀ ਆ ਨੇ, ਸ਼ੇਰ ਨੇ, ਗੁਰੂ ਦੀ ਲਾਡਲੀਆਂ ਫੌਜਾਂ ਨੇ ਲੜਨ ਵਾਸਤੇ। ਤਾਂ ਕਹਿੰਦਾ ਜੀ ਇਹਨਾਂ ਨੂੰ ਭੁਲੇਖਾ ਸੀਗਾ, ਪਰ ਕਹਿੰਦਾ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਇਸ ਲੜਾਈ ਦੇ ਵਿੱਚ ਲਾਲ ਸਿੰਘ ਡੋਗਰੇ ਵਰਗੇ ਗਦਾਰ ਅਗਵਾਈ ਨਹੀਂ ਕਰ ਰਹੇ, ਬਲਕਿ ਇਹ ਫੌਜਾਂ ਸ਼ੇਰ ਦੀਆਂ ਫੌਜਾਂ ਸੀਗੀਆਂ ਜੋ ਜਜ਼ਬਾਤ ਦੀ ਛਾਂ ਹਿਟਕੀ ਰਹੀਆਂ ਸੀ, ਜੂਝ ਰਹੀਆਂ ਸੀਗੀਆਂ। ਤਾਂ ਕਹਿਣ ਦਾ ਮਤਲਬ ਦਿਲ ਤੋਂ ਲੜ ਰਹੇ ਸੀਗੇ। ਠੀਕ ਹੈ, ਉਹ ਕੋਈ ਨਾਮ ਪਾਉਣ ਵਾਸਤੇ, ਕੋਈ ਇਲਾਕਾ ਜਿੱਤਣ ਵਾਸਤੇ ਨਹੀਂ ਲੜ ਰਹੇ ਸੀਗੇ, ਆਪਣੇ ਸੈਲਫ ਡਿਫੈਂਸ ਵਾਸਤੇ ਲੜ ਰਹੇ ਸੀਗੇ, ਆਪਣੇ ਸਨਮਾਨ ਵਾਸਤੇ ਲੜ ਰਹੇ ਸੀਗੇ, ਆਪਣੇ ਰਾਣੀ ਦੇ ਸਨਮਾਨ ਵਾਸਤੇ ਲੜ ਰਹੇ ਸੀਗੇ। ਤਾਂ ਠੀਕ ਹੈ ਜੀ, ਇਹ ਚਿਲਿਆਂਵਾਲੇ ਦੀ ਲੜਾਈ ਚੱਲਦੀ ਰਹਿੰਦੀ ਆ। ਤਾਂ ਇਸ ਲੜਾਈ ਦੇ ਵਿੱਚ ਕਹਿੰਦਾ ਜੀ ਬ੍ਰਿਟਿਸ਼ ਫੌਜ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ। ਤਾਂ ਇਹ ਲੜਾਈ ਦੇ ਵਿੱਚ ਕਹਿੰਦਾ 2446 ਅੰਗਰੇਜ਼ੀ ਫੌਜੀ ਤੇ 132 ਅਫਸਰ ਮਾਰੇ ਗਏ, ਤੇ ਅੰਗਰੇਜ਼ਾਂ ਦੀਆਂ 4 ਤੋਪਾਂ ਵੀ ਕੀ ਹੋ ਗਈਆਂ, ਗਵਾ ਲਈਆਂ, ਮਤਲਬ ਕਿ ਸਿੱਖਾਂ ਨੇ ਕਬਜ਼ਾ ਕਰ ਲਿਆ। ਤਾਂ ਇਹ ਲੜਾਈ ਦਾ ਜੀ ਇਹ ਕਾਰਨ ਨਿਕਲਿਆ। ਤਾਂ ਠੀਕ ਹੈ ਜੀ, ਇਹ ਹੈਗਾ ਜੀ ਸੈਕੰਡ ਯੁੱਧ ਚਿਲਿਆਂਵਾਲਾ। ਹੁਣ ਗੱਲ ਕਰਦੇ ਹਾਂ ਜੀ ਮਲਤਾਨ ਦੀ ਲੜਾਈ। ਮਲਤਾਨ ਕੀ ਹੈ ਰਾਜੇ, ਇੱਕ ਇਲਾਕਾ ਹੈ, ਇਹ ਆਪਣਾ ਸਿੱਖ ਰਾਜ ਦਾ ਇੱਕ ਹਿੱਸਾ ਕਹਿ ਸਕਦੇ ਹਾਂ। ਉੱਥੋਂ ਦਾ ਜਿਹੜਾ ਵਜ਼ੀਰ ਹੁੰਦਾ ਰਾਜੇ, ਉਹਦੀ ਡੈਥ ਹੋ ਜਾਂਦੀ ਹੈ। ਜਦੋਂ ਡੈਥ ਹੋਣ ਕਾਰਨ ਉੱਥੇ ਵਿਦਰੋਹ ਫੈਲ ਜਾਂਦਾ, ਵਿਦਰੋਹ ਫੈਲਦਾ ਤਾਂ ਉੱਥੇ ਜਿਹੜੇ ਅੰਗਰੇਜ਼ ਹੁੰਦੇ ਆ ਰਾਜੇ, ਉਹ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ। ਫਿਰ ਉੱਥੇ ਲੜਾਈ ਹੁੰਦੀ ਹੈ ਸਿੱਖਾਂ ਤੇ ਅੰਗਰੇਜ਼ਾਂ ਦੇ ਵਿਚਕਾਰ। ਤਾਂ ਇਹ ਵੀ ਇੱਕ ਹਿੱਸਾ ਮੰਨਿਆ ਜਾਂਦਾ। ਕਈ ਬੁੱਕਸ ਦੇ ਵਿੱਚ ਇਹਨੂੰ ਸਕਿਪ ਕੀਤਾ ਗਿਆ, ਲੇਕਿਨ ਇੱਕ ਮੇਨ ਪਾਰਟ ਹੈ ਰਾਜੇ, ਇਹਨੂੰ ਸਕਿਪ ਨਹੀਂ ਕਰਨਾਗਾ, ਇੱਕ ਮੇਨ ਪਾਰਟ ਸਮਝਦਾ ਮੈਂ। ਤਾਂ ਕਈ ਬੁੱਕ ਦੇ ਵਿੱਚ 1-2 ਲਾਈਨਾਂ ਦੇ ਵਿੱਚ ਖਤਮ ਕਰ ਦਿੱਤਾ ਗਿਆ ਇਸ ਲੜਾਈ ਨੂੰ, ਬਟ ਇਸ ਲੜਾਈ ਨੂੰ ਜਾਣਨਾ, ਇਹਦੇ ਕਾਰਨ ਜਾਣਨੇ ਬਹੁਤ ਜ਼ਰੂਰੀ ਆ। ਤੁਹਾਨੂੰ ਮੈਂ ਸਾਰਾ ਵਿਸਥਾਰ ਪੂਰਵਕ ਇੱਥੇ ਸਮਝਾਊਂਗਾ, ਤਾਂ ਪਲੀਜ਼ ਧਿਆਨ ਦੇ ਨਾਲ, ਕਿਉਂਕਿ ਆਪਣਾ ਇਤਿਹਾਸ ਹੈ, ਇਹਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ।
ਕਹਿੰਦੇ ਜੀ ਸਤੰਬਰ 1844 ਈਸਵੀ ਦੇ ਵਿੱਚ ਕੀ ਹੋ ਗਿਆ ਜੀ, ਆਪਣੇ ਪਿਤਾ ਦੀ ਮੌਤ ਹੋ ਗਈ ਆ। ਕਿਹਦੀ? ਦੀਵਾਨ ਮੂਲ ਰਾਜ ਨੂੰ ਕਹਿੰਦਾ ਮਲਤਾਨ ਦਾ ਗਵਰਨਰ ਬਣਾਇਆ ਗਿਆ। ਤਾਂ ਮੂਲ ਰਾਜ ਦੇ ਫਾਦਰ ਦੀ ਡੈਥ ਹੋ ਜਾਂਦੀ ਹੈ, ਤਾਂ ਉਸ ਤੋਂ ਮਗਰੋਂ ਉਹਨੂੰ ਗਵਰਨਰ ਬਣਾਇਆ ਜਾਂਦਾ ਉੱਥੋਂ ਦਾ, ਕਿੱਥੋਂ ਦਾ? ਮਲਤਾਨ ਦਾ। ਤੇ ਹੈ ਕਿਹਦੇ ਅੰਡਰ ਹੈ ਇਹ? ਸਿੱਖਾਂ ਦਾ ਇੱਕ ਇਲਾਕਾ ਹੈ, ਠੀਕ ਹੈ। ਤਾਂ ਉੱਥੋਂ ਦਾ ਗਵਰਨਰ ਕੌਣ ਹੈ? ਮੂਲ ਰਾਜ, ਠੀਕ ਹੈ ਜੀ, ਆਪਣੇ ਪਿਤਾ ਦੀ ਮੌਤ ਤੋਂ ਬਾਅਦ। ਬਟ ਕਹਿੰਦਾ ਜੀ 1846 ਵਿੱਚ ਕਹਿੰਦਾ ਜਿਹੜੇ ਅੰਗਰੇਜ਼ ਹੈਗੇ ਆ ਲਾਹੌਰ ਦਰਬਾਰ ਤੇ ਕਬਜ਼ਾ ਕਰ ਲੈਂਦੇ। ਤੁਹਾਨੂੰ ਮੈਂ ਦੱਸਿਆ ਜਦੋਂ ਪਹਿਲੀ ਸੰਧੀ ਹੁੰਦੀ ਹੈ ਲਾਹੌਰ ਦੀ ਸੰਧੀ, ਪਹਿਲੇ ਐਂਗਲੋ ਸਿੱਖ ਵਾਰ ਤੋਂ ਬਾਅਦ, ਤਾਂ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਂਦਾ। ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਂਦਾ, ਕਹਿਣ ਦਾ ਭਾਵ ਕਿ ਅੰਗਰੇਜ਼ ਜਿੰਨੇ ਵੀ ਇਲਾਕੇ ਹੁੰਦੇ ਆ ਸਿੱਖ ਜਿਹੜੇ ਆਪਣੇ ਰਾਜ ਦੇ, ਉੱਥੇ ਆਪਣਾ ਕੀ ਹੈ ਧੌਂਸ ਜਮਾਉਣੀ ਚਾਹੁੰਦੇ ਆ। ਤਾਂ ਇਹ ਕੀ ਕਰਦੇ ਆ, ਕਹਿੰਦੇ ਲਾਲ ਸਿੰਘ ਜਿਹੜਾ ਹੈਗਾ ਇੱਕ ਗਦਾਰ ਹੈ ਨਾ, ਉਹਦੀ ਸਾਜ਼ਿਸ਼ਾਂ ਹੇਠ ਕੀ ਕਰਦੇ ਆ, ਇੱਥੋਂ ਦਾ ਜਿਹੜਾ ਮਾਮਲਾ ਹੁੰਦਾ ਟੈਕਸ, ਇੱਥੋਂ ਦਾ ਜਿਹੜਾ ਟੈਕਸ ਹੈਗਾ ਉਹਦਾ 25% ਵਧਾ ਦਿੰਦੇ ਸਿੱਧਾ ਹੀ। ਕਹਿਣ ਦਾ ਮਤਲਬ ਜੇ 1 ਲੱਖ ਰੁਪਇਆ ਟੈਕਸ ਹੈਗਾ ਤਾਂ ਉਹਦਾ 25% ਵਧਾਤਾ, ਕਹਿਣ ਦਾ ਮਤਲਬ ਸਿੱਧਾ ਹੀ 25% ਵਧਾਤਾ। ਕਹਿੰਦਾ ਜੀ ਪਰ ਉਹਨਾਂ ਨੇ ਕੀ ਕਰ ਲਿਆ, ਜਿਹੜਾ ਮਲਤਾਨ ਦਾ ਜਿਹੜਾ ਆਪਣਾ ਗਵਰਨਰ ਹੈਗਾ ਮੂਲ ਰਾਜ, ਉਹਨੇ ਕਿਸੇ ਬਿਨਾਂ ਸ਼ਰਤ ਦੇ ਕੀ ਕਰ ਲਿਆ, ਇਹਨੂੰ ਮਨਜ਼ੂਰ ਕਰ ਲਿਆ। ਕਿਉਂਕਿ ਉਹਨੂੰ ਪਤਾ ਸੀ ਮੇਰੇ ਕੋਲ ਹਜੇ ਇੰਨੀ ਤਾਕਤ ਨਹੀਂ ਹੈਗੀ ਅੰਗਰੇਜ਼ਾਂ ਦੇ ਨਾਲ ਲੜਨ ਵਾਸਤੇ, ਕਿਉਂਕਿ ਉਹਨੂੰ ਪਤਾ ਸੀਗਾ ਹੁਣੇ ਪਹਿਲਾਂ ਐਂਗਲੋ ਸਿੱਖ ਵਾਰ ਹੋਈਆਂ ਨੇ, ਹੁਣੇ ਸੰਧੀਆਂ ਹੋਈਆਂ ਨੇ, ਤੇ ਮੇਰੇ ਕੋਲ ਇੰਨੀ ਤਾਕਤ ਨਹੀਂ ਹੈਗੀ ਕਿ ਮੈਂ ਇਹਨਾਂ ਨਾਲ ਲੜ ਸਕਾਂ। ਤਾਂ ਉਹਨੇ ਮਨਜ਼ੂਰ ਕਰ ਲਿਆ, ਕੋਈ ਚੱਕਰ ਨਹੀਂ ਹੈਗਾ, ਉਹਨੇ ਮਨਜ਼ੂਰ ਕਰ ਲਿਆ। ਪਰ ਅੱਗੇ ਕੀ ਹੁੰਦਾ ਜੀ, ਅੱਗੇ ਕਹਾਣੀ ਇਹ ਬਣਦੀ ਹੈ, ਜਿਹੜਾ ਲਾਲ ਸਿੰਘ ਹੈਗਾ ਗਦਾਰ, ਉਹਨੇ ਇੱਥੇ ਬਸ ਨਹੀਂ ਕੀਤੀ। ਉਹਨੇ ਕਹਿੰਦਾ ਮੂਲ ਰਾਜ ਦੇ ਕਈ ਜਿਹੜੇ ਰਾਈਟਸ ਹੈਗੇ ਆ, ਜਿਹੜੇ ਉਹਨੂੰ ਰਾਈਟਸ ਮਿਲਦੇ ਆ ਗਵਰਨਰ ਨੂੰ, ਉਹ ਵੀ ਖੋਲੇ ਸੀਗੇ। ਤਾਂ ਉਸ ਖੋਣ ਕਰਕੇ ਕਹਿੰਦਾ ਜਿਹੜੀ ਮੂਲ ਰਾਜ ਦੇ ਕਹਿੰਦਾ ਜਿਹੜਾ ਅਦਾਲਤੀ ਤਾਕਤਾਂ ਸੀਗੀਆਂ ਉਹ ਵੀ ਘਟਾਤੀਆਂ। ਕਹਿੰਦਾ ਮਤਲਬ ਉਹਦੇ ਕੋਲ ਜਿਹੜੇ ਰਾਈਟ ਸੀਗੇ, ਫੈਸਲੇ ਸੁਣਾਉਣ ਦੇ ਰਾਈਟ ਸੀਗੇ, ਉਹ ਵੀ ਉਹਨਾਂ ਨੇ ਕੀ ਕਰ ਲਏ, ਖੋਲੇ। ਠੀਕ ਹੈ ਜੀ। ਖੋਣ ਕਰਨ ਕਰਕੇ ਕੀ ਹੋ ਗਿਆ ਜੀ, ਅਖੀਰ ਉਹ ਤੰਗ ਆ ਗਿਆ। ਤਾਂ ਤੰਗ ਹੋ ਕੇ ਉਹਨੇ 1847 ਦਸੰਬਰ ਦੇ ਮਹੀਨੇ ਵਿੱਚ ਕੀ ਕਰਤਾ, ਆਪਣਾ ਅਸਤੀਫਾ ਦੇਤਾ। ਠੀਕ ਹੈ ਜੀ। ਉਹ ਕਹਿੰਦਾ ਯਾਰ ਜਦੋਂ ਮੇਰੇ ਕੋਲ ਪਾਵਰ ਹੀ ਨਹੀਂ ਹੈਗੀ, ਮੇਰੇ ਤੋਂ ਟੈਕਸ ਤੁਸੀਂ ਲੈ ਰਹੇ ਹੋ, ਤਾਂ ਮੈਂ ਗਵਰਨਰ ਬਣ ਕੇ ਕੀ ਲੈਣਾ। ਠੀਕ ਹੈ। ਉਹਨੇ ਆਪਣਾ ਕੀ ਕਰਤਾ, ਅਸਤੀਫਾ ਦੇਤਾ। ਤਾਂ ਅਸਤੀਫਾ ਉਹਦਾ ਕੀ ਕਰ ਲੈਂਦੇ ਰਾਜੇ, ਮਨਜ਼ੂਰ ਕਰ ਲੈਂਦੇ ਆ। ਕੌਣ? ਅੰਗਰੇਜ਼ ਅਫਸਰ, ਕਿਉਂਕਿ ਅੰਗਰੇਜ਼ਾਂ ਨੂੰ ਦੇਣਾ ਉਸ ਟਾਈਮ ਤੇ। ਤਾਂ ਕਹਿੰਦੇ ਜੀ ਉਹ ਨਵਾਂ ਸੂਬੇਦਾਰ ਆਉਣ ਤੱਕ ਉਹਨੂੰ ਕਹਿੰਦੇ ਆ ਜੀ ਤੂੰ ਉਸ ਟਾਈਮ ਜਿੰਨੀ ਦੇਰ ਤੱਕ ਨਵਾਂ ਗਵਰਨਰ ਨਹੀਂ ਆਉਂਦਾ, ਸੂਬੇਦਾਰ ਨਹੀਂ ਆਉਂਦਾ, ਤਾਂ ਤੂੰ ਆਪਣੀਆਂ ਜਿਹੜੀਆਂ ਸੇਵਾਵਾਂ ਹੈਗੀਆਂ, ਸਰਵਿਸਿਜ਼ ਹੈਗੀਆਂ, ਉਹਨੂੰ ਕੰਟੀਨਿਊ ਰੱਖ। ਤੇ ਕਹਿੰਦਾ ਜੀ ਮਾਰਚ 1848 ਤੱਕ ਕਹਿੰਦਾ ਮਲਤਾਨ ਰੁਕਣ ਵਾਸਤੇ ਕਹਿ ਦਿੰਦੇ ਅੰਗਰੇਜ਼ ਉਹਨੂੰ। ਤਾਂ ਅੰਗਰੇਜ਼ਾਂ ਦਾ ਹੁਕਮ ਹੈ, ਉੱਥੇ ਮੰਨਣਾ ਪੈਣਾ ਸੀ ਉਹਨੂੰ। ਠੀਕ ਹੈ। 1848 ਤੱਕ ਉਹਨੂੰ ਮਜਬੂਰੀ ਬਸ ਉੱਥੇ ਕੀ ਹੈ, ਰੁਕਣਾ ਪਿਆ। ਤਾਂ ਰੁਕਣਾ ਪਿਆ। ਕਹਿੰਦਾ ਜੀ ਹੁਣ ਜਿਹੜਾ ਫਰੈਡਰਿਕ ਕਰੀ ਸੀਗਾ ਲਾਹੌਰ ਦਾ ਨਵਾਂ ਰੈਜ਼ੀਡੈਂਟ ਬਣ ਗਿਆ। ਤਾਂ ਫਰੈਡਰਿਕ ਕਰੀ ਜਿਹੜਾ ਹੈਗਾ ਰਾਜੇ, ਇਹਦਾ ਨਾਮ ਆਉਂਦਾ, ਬਹੁਤ ਜ਼ਿਕਰ ਆਉਂਦਾ ਹੈ। ਠੀਕ ਹੈ ਜੀ। ਇਹ ਨਵਾਂ ਰੈਜ਼ੀਡੈਂਟ ਬਣ ਗਿਆ, ਕਹਿਣ ਦਾ ਮਤਲਬ ਜ਼ਿਆਦਾਤਰ ਪਾਵਰਸ ਇਹਦੇ ਕੋਲੇ ਹੁੰਦੀਆਂ ਨੇ। ਠੀਕ ਹੈ ਜੀ। ਕਰੀ ਕੋਲੇ। ਤਾਂ ਅੱਗੇ ਕਹਿੰਦਾ ਜੀ ਇਹਨੇ ਕੀ ਕੀਤਾ, ਜਿਹੜਾ ਕਹਿੰਦਾ ਜੀ ਉਹਨਾਂ ਨੇ ਕਹਿੰਦਾ ਕਾਹਨ ਸਿੰਘ ਮਾਨ ਨੂੰ ਮਲਤਾਨ ਦਾ ਨਵਾਂ ਸੂਬੇਦਾਰ ਲਾ ਦਿੱਤਾ। ਕਹਿਣ ਦਾ ਮਤਲਬ ਮੂਲ ਰਾਜ ਨੂੰ ਹਟਾ ਕੇ ਕਹਿੰਦੇ ਜੀ ਕਿਸੇ ਬੰਦਾ ਤਾਂ ਕੋਈ ਲੈ ਕੇ ਆਉਣਾ ਸੀ, ਤਾਂ ਉਹਨਾਂ ਨੇ ਆਪਣਾ ਇੱਕ ਚਾਪਲੂਸ ਬੰਦਾ ਲੈ ਕੇ ਆਏ, ਕਾਹਨ ਸਿੰਘ ਮਾਨ। ਠੀਕ ਹੈ ਜੀ। ਉਹਨੂੰ ਨਵਾਂ ਸੂਬੇਦਾਰ ਲਗਾਉਣ ਵਾਸਤੇ ਅਨਾਉਂਸ ਕਰਤਾ। ਤੇ ਕਹਿੰਦਾ ਜੀ ਵੈਨਸ ਐਗਨਿਊ ਨੂੰ ਉਹਦਾ ਸਿਆਸੀ ਸਲਾਹਕਾਰ, ਤੇ ਲੈਫਟੀਨੈਂਟ ਐਡਰਸਨ ਨੂੰ ਉਹਦਾ ਅਸਿਸਟੈਂਟ ਬਣਾਤਾ। ਕਹਿਣ ਦਾ ਮਤਲਬ ਚਲੋ ਨਾਮ ਯਾਦ ਰੱਖਣ ਦੀ ਜ਼ਰੂਰਤ ਨਹੀਂ, ਐਗਜ਼ਾਮ 'ਚ ਨਹੀਂ ਪੁੱਛਿਆ ਜਾਊਗਾ, ਬਟ ਇਹ ਨਾਮ ਜ਼ਰੂਰ ਯਾਦ ਰੱਖਣਾ, ਕਾਹਨ ਸਿੰਘ ਮਾਨ। ਠੀਕ ਹੈ ਜੀ। ਇਹਨੂੰ ਉਸ ਥਾਂ ਤੇ ਸੂਬੇਦਾਰ ਲਗਾਇਆ ਗਿਆ, ਜਾਂ ਕਹਿ ਲਓ ਗਵਰਨਰ ਲਗਾਇਆ ਗਿਆ। ਠੀਕ ਹੈ ਜੀ। ਤੇ ਨਾਲ ਜਿਹੜਾ ਲੈਫਟੀਨੈਂਟ ਐਡਰਸਨ ਸੀਗਾ ਉਹਨੂੰ ਅਸਿਸਟੈਂਟ ਬਣਾਤਾ, ਤੇ ਐਗਿਊ ਨੂੰ ਕੀ ਬਣਾਤਾ, ਉਹਦਾ ਸਿਆਸੀ ਸਲਾਹਕਾਰ ਬਣਾਤਾ। ਠੀਕ ਹੈ ਜੀ। ਤਾਂ ਨੈਕਸਟ ਚੱਲਦੇ ਹਾਂ ਜੀ। ਕਹਿੰਦਾ ਜੀ 19 ਅਪ੍ਰੈਲ 1848 ਦੇ ਦਿਨ ਕਹਿੰਦਾ ਕਾਹਨ ਸਿੰਘ ਮਾਨ ਮੁਲਤਾਨ ਪੁੱਜਾ। ਤਾਂ ਉਹਨੂੰ ਜਦੋਂ ਗੱਦੀ ਮਿਲ ਗਈ, ਉਹਨੂੰ ਕਹਿੰਦਾ ਭਾਈ ਤੂੰ ਆ ਜਾ, ਤੈਨੂੰ ਗਵਰਨਰ ਬਣਾਉਣੇ ਆ। ਤਾਂ ਓਬਵੀਅਸ ਆ, ਬੰਦੇ ਨੂੰ ਹੋਰ ਕੀ ਚਾਹੀਦਾ, ਉਹ ਤਾਂ ਹੁਣ ਉੱਡਦਾ ਜਾਊਗਾ, ਭੱਜਿਆ ਜਾਊਗਾ ਖੁਸ਼ੀ ਦੇ ਵਿੱਚ ਕਿ ਹਾਂ ਯਾਰ ਮੈਨੂੰ ਤਾਂ ਉੱਥੇ ਕੀ ਆ, ਮੈਨੂੰ ਗੱਡੀ ਮਿਲ ਗਈ ਗਵਰਨਰ ਦੀ। ਤਾਂ ਚਲਾ ਗਿਆ, ਮੁਲਤਾਨ ਪੁੱਜ ਗਿਆ। ਤਾਂ ਕਹਿੰਦਾ ਜੀ ਦੀਵਾਨ ਮੂਲ ਰਾਜ ਨੇ ਉਹਨੂੰ ਸੂਬੇਦਾਰੀ ਦੇ ਸਾਰੇ ਚਾਰਜ ਸੰਭਾਲਤੇ। ਕਹਿਣ ਦਾ ਮਤਲਬ ਇਹਨੇ ਆਪਣਾ ਅਸਤੀਫਾ ਦੇਤਾ ਤੇ ਉਹਨੂੰ ਚਾਰਜ ਦੇਤਾ, ਭਾਈ ਅੱਜ ਤੋਂ ਬਾਅਦ ਤੂੰ ਹੀ ਆ। ਚਲੋ ਠੀਕ ਹੈ। ਠੀਕ ਹੈ ਵੀ ਸਮਾਂ ਸਾਡੇ ਅਨੁਕੂਲ ਨਹੀਂ ਹੈਗਾ, ਚਲੋ ਤੈਨੂੰ ਦੇਤਾ ਰਾਜ ਭਾਗ। ਤਾਂ ਅੱਗੇ ਗੱਲ ਕਰਦੇ ਆ। ਅੱਗੇ ਉੱਥੇ ਇੱਕ ਘਟਨਾ ਵਾਪਰਦੀ ਹੈ। ਘਟਨਾ ਕੀ ਵਾਪਰਦੀ ਹੈ, ਕਹਿੰਦੇ ਜਦੋਂ ਚਾਰਜ ਲੈ ਕੇ ਕਾਹਨ ਸਿੰਘ ਤੇ 2 ਅੰਗਰੇਜ਼ ਅਫਸਰ ਹੁੰਦੇ ਆ। ਠੀਕ ਹੈ। ਅੰਗਰੇਜ਼ ਅਫਸਰ ਬਾਹਰ ਨਿਕਲ ਰਹੇ ਹੁੰਦੇ ਆ, ਤਾਂ ਇੱਕ ਫੌਜੀ ਅਫਸਰ ਹੁੰਦਾ ਗੋਦੜ ਸਿੰਘ। ਉਹ ਕੀ ਕਰਦਾ ਜੀ, ਐਂਡਰਸਨ ਤੇ ਐਗਿਊ ਤੇ ਹਮਲਾ ਕਰਕੇ ਉਹਨਾਂ ਦਾ ਕਤਲ ਕਰ ਦਿੰਦਾ। ਕਹਿਣ ਦਾ ਮਤਲਬ ਗੋਦੜ ਸਿੰਘ ਜਿਹੜਾ ਹੈਗਾ ਇੱਕ ਵਿਚਾਰਾ ਸਿੱਖ ਫੌਜੀ ਅਫਸਰ ਹੈ, ਨਾਰਮਲ ਅਫਸਰ ਹੈ, ਬਟ ਉਹਦੇ ਅੰਦਰ ਇੰਨਾ ਜ਼ਿਆਦਾ ਭਰਿਆ ਪਿਆ ਸੀਗਾ। ਕਹਿਣ ਦਾ ਮਤਲਬ ਆਪਣੇ ਪੰਜਾਬ ਨਾਲ ਉਹਨੂੰ ਇੰਨਾ ਪਿਆਰ ਸੀਗਾ, ਆਪਣੇ ਰਾਣੀ ਦੇ ਪ੍ਰਤੀ ਇੰਨਾ ਸਤਿਕਾਰ ਸੀਗਾ, ਆਪਣੇ ਰਾਜੇ ਨਾਲ ਇੰਨਾ ਪਿਆਰ ਸੀਗਾ। ਉਹਨੂੰ ਆਇਆ ਸੀਗਾ ਵੀ ਬਦਲਾ ਲੈਣਾ ਕਿਸੇ ਤਰ੍ਹਾਂ। ਤਾਂ ਉਹਨੂੰ ਇੱਕ ਮੌਕਾ ਮਿਲਿਆ। ਉਹਨੂੰ ਮੌਕਾ ਕੀ ਮਿਲਿਆ, ਜਦੋਂ ਉਹ ਚਾਰਜ ਲੈ ਰਿਹਾ ਸੀ ਕਾਹਨ ਸਿੰਘ ਤੇ ਉਹ ਬਾਹਰ ਨਿਕਲ ਰਹੇ ਸੀ ਦਫ਼ਤਰ ਦੇ ਵਿੱਚੋਂ, ਤਾਂ ਇੱਕ ਉਹਨੇ ਨਾਲ ਉਹਦੇ 2 ਫੌਜੀ ਅਫਸਰ ਸੀਗੇ ਐਡਰਸਨ ਤੇ ਐਗਨਿਊ, ਉਹਨਾਂ ਦੋਵਾਂ ਦਾ ਹਮਲਾ ਕਰਕੇ ਕੀ ਕਰ ਦਿੰਦਾ, ਕਤਲ ਕਰ ਦਿੰਦਾ। ਤਾਂ ਕਤਲ ਕਰ ਦਿੰਦਾ। ਦੇਖੋ ਬਹੁਤ ਵੱਡਾ ਇੱਕ ਮਤਲਬ ਕਿ ਨੁਕਸਾਨ ਹੋ ਗਿਆ ਅੰਗਰੇਜ਼ਾਂ ਦਾ। ਤਾਂ ਕਹਿੰਦਾ ਜੀ ਸਿੱਖ ਫੌਜਾਂ ਵਿੱਚ ਕਹਿੰਦਾ ਅੰਗਰੇਜ਼ਾਂ ਵੱਲੋਂ ਪੰਜਾਬ ਤੇ ਕਬਜ਼ਾ ਕਰਨਾ, ਰਾਣੀ ਜਿੰਦਾ ਦੀ ਬੇਇੱਜ਼ਤੀ ਤੇ ਉਹਨੂੰ ਕੈਦ ਕਰਨਾ, ਸਿੱਖ ਜਰਨੈਲ ਅਫਸਰਾਂ ਦੀ ਤਾਕਤਾਂ ਖੋਣਾ, ਗਦਾਰਾਂ ਨੂੰ ਵੱਡੇ ਵੱਡੇ ਅਹੁਦੇ ਤੇ ਸਨਮਾਨ ਬਖਸ਼ਣਾ ਬਾਰੇ ਖਬਰਾਂ ਪੁੱਜਦੀਆਂ ਰਹਿੰਦੀਆਂ ਸੀਗੀਆਂ, ਜਿਹਦੇ ਕਰਕੇ ਉਹ ਅੰਦਰੋਂ ਅੰਦਰ ਹੀ ਬਹੁਤ ਗੁੱਸੇ ਨਾਲ ਭਰੇ ਪਏ ਸੀਗੇ। ਸਿਰਫ ਇਹ ਕਾਂਡ ਕਰਤਾ ਉਹਨੇ, ਕਿਹਨੇ, ਗੋਦੜ ਸਿੰਘ ਨੇ। ਠੀਕ ਹੈ ਜੀ। ਤਾਂ ਕਹਿੰਦਾ ਜੀ ਦੀਵਾਨ ਮੂਲ ਰਾਜ ਦੀ ਥਾਂ ਤੇ ਕਹਿੰਦਾ ਕਾਹਨ ਸਿੰਘ ਜਿਹੜਾ ਮਾਨ ਤੇ ਉਹ 2 ਅੰਗਰੇਜ਼ ਅਫਸਰਾਂ ਦੀ ਨਿਗਰਾਨੀ ਹੇਠ ਕਹਿੰਦਾ ਲਿਆ ਜਾਣ ਵਾਲਾ ਵਕਤੀ ਐਕਸ਼ਨ ਵੀ ਕਾਰਨ ਬਣਿਆ।
ਕਹਿੰਦੇ ਕੱਲਾ ਇਹ ਕਾਰਨ ਨਹੀਂ ਸੀਗਾ, ਇਸ ਤੋਂ ਇਲਾਵਾ ਕਹਿੰਦੇ ਜਿਹੜਾ ਮੂਲ ਰਾਜ ਨੂੰ ਹਟਾਉਣਾ, ਕਿਉਂਕਿ ਮੂਲ ਰਾਜ ਕੀ ਹੈ, ਇੱਕ ਤਰ੍ਹਾਂ ਦਾ ਸਿੱਖਾਂ ਦਾ ਹੀ ਬੰਦਾ ਸਮਝ ਲਓ, ਸਿੱਖਾਂ ਦਾ ਗਵਰਨਰ ਹੈ, ਤਾਂ ਉਹਨੂੰ ਹਟਾਉਣ ਦੇ ਕਰਕੇ ਉਹਦੀ ਥਾਂ ਤੇ ਕਾਹਨ ਸਿੰਘ ਨੂੰ ਲੈ ਕੇ ਆਉਣਾ, ਇਹ ਵੀ ਇੱਕ ਬਹੁਤ ਵੱਡਾ ਕਾਰਨ ਬਣਿਆ ਇਸ ਐਕਸ਼ਨ ਦਾ, ਉਹਨੂੰ ਕਤਲ ਕਰਨ ਦਾ। ਠੀਕ ਹੈ ਜੀ। ਤਾਂ ਨੈਕਸਟ ਦੇਖਦੇ ਹਾਂ ਹੁਣ ਆਪਾਂ, ਨੈਕਸਟ ਹੁੰਦਾ ਕੀ ਹੈ। ਨੈਕਸਟ ਕਹਿੰਦਾ ਜੀ ਜਦੋਂ 2 ਅਫਸਰ ਕਹਿੰਦੇ ਮਰ ਜਾਂਦੇ ਆ ਤਾਂ ਖਬਰ ਕਿਹਦੇ ਕੋਲ ਪਹੁੰਚ ਜਾਂਦੀ ਹੈ, ਜਿਹੜਾ ਅਸਿਸਟੈਂਟ ਹੈਗਾ ਜੀ ਫੈਡਰਿਕ ਕਰੀ, ਉਹ ਰੈਜ਼ੀਡੈਂਟ ਆ, ਉਹਦੇ ਕੋਲ ਪਹੁੰਚ ਜਾਂਦੀ ਹੈ। ਤਾਂ ਪਹਿਲਾਂ ਕੀ ਕਰਦਾ ਜੀ, ਉਹਨੇ ਜਿਹੜੀ ਫੌਜ ਆ ਮੁਲਤਾਨ ਜਾਣ ਦਾ ਹੁਕਮ ਦੇ ਦਿੰਦਾ, ਪਰ ਮਗਰੋਂ ਉਹਦਾ ਇਰਾਦਾ ਬਦਲ ਜਾਂਦਾ ਹੈ। ਉਹ ਹੁਣ ਕੀ ਕਹਿੰਦਾ ਯਾਰ, ਉਹ ਕਹਿੰਦਾ ਆਪਾਂ ਡਾਇਰੈਕਟ ਨਹੀਂ ਲੜਨਾਗਾ, ਆਪਾਂ ਡਾਇਰੈਕਟ ਨਹੀਂ ਲੜਨਾ ਕਿਉਂਕਿ ਆਪਾਂ ਪਹਿਲਾਂ ਹੀ ਹਾਰ ਚੁੱਕੇ ਹਾਂ ਦੋ ਲੜਾਈਆਂ। ਤਾਂ ਉਹ ਕਹਿੰਦਾ ਜੀ ਆਪਾਂ ਆਪਸੀ ਮਤਭੇਦ ਪੈਦਾ ਕਰੀਏ। ਆਪਸੀ ਮਤਭੇਦ ਕਿਹਦੇ ਵਿੱਚ, ਸਿੱਖਾਂ ਤੇ ਗਵਰਨਰ ਦੇ ਵਿੱਚ ਮਤਭੇਦ ਪੈਦਾ ਕਰੀਏ। ਇੱਥੇ ਸ਼ੇਰ ਸਿੰਘ ਦਾ ਨਾਮ ਵੀ ਆਉਂਦਾ, ਚਲੋ ਉਹ ਇੰਨਾ ਜ਼ਿਕਰ ਮੈਂ ਤਾਂ ਨਹੀਂ ਕੀਤਾ ਕਿਉਂਕਿ ਤੁਸੀਂ ਥੋੜਾ ਜਿਹਾ ਕਨਫਿਊਜ਼ ਹੋ ਜਾਓਗੇ। ਤਾਂ ਸ਼ੇਰ ਸਿੰਘ ਸੀਗਾ ਇੱਕ ਬੰਦਾ ਜਿਹੜਾ ਸਿੱਖਾਂ ਵਾਲਾ ਸੀਗਾ, ਤੇ ਮੂਲ ਰਾਜ ਪਹਿਲਾਂ ਦੋਸਤ ਸੀਗੇ ਦੋਨੇ ਜਾਣੇ, ਬਟ ਇਹਨਾਂ ਦੇ ਵਿਚਕਾਰ ਕੀ ਫੁੱਟ ਪੈਦਾ ਕਰ ਦਿੰਦੇ ਅੰਗਰੇਜ਼। ਤਾਂ ਫੁੱਟ ਪੈਦਾ ਕਰਨ ਵਾਸਤੇ ਹੀ ਇਹ ਕੀ ਕਰਦੇ ਨੇ, ਇਹ ਮਤਲਬ ਚਾਲ ਚੱਲਦੇ ਨੇ ਅੰਗਰੇਜ਼। ਤਾਂ ਕਹਿੰਦੇ ਜੀ ਇਸ ਲੜਾਈ ਨੂੰ ਕਹਿੰਦੇ ਸਿੱਖਾਂ ਤੇ ਥੋਪਣਾ ਚਾਹੁੰਦੇ ਸੀਗੇ, ਤੇ ਉਹਨਾਂ ਨੇ ਕੀ ਕੀਤਾ, ਇੱਕ ਤਕਰੀਬ ਘਟੀ, ਮਤਲਬ ਕਿ ਇੱਕ ਪਲੈਨਿੰਗ ਕੀਤੀ। ਤਾਂ ਇਹਨਾਂ ਨੇ ਇਹ 2 ਬੰਦਿਆਂ ਦੇ ਵਿਚਕਾਰ ਕੀ ਕਰਤਾ, ਫੁੱਟ ਪਾਤੀ। ਠੀਕ ਹੈ ਜੀ, ਫੁੱਟ ਪਾਤੀ। ਤਾਂ ਚਲੋ ਜੀ ਆਪਸ ਵਿੱਚ ਲੜਾਈ ਪਾਉਣ ਦੀ ਕੋਸ਼ਿਸ਼ ਕੀਤੀ। ਤਾਂ ਅੱਗੇ ਕਹਿੰਦਾ ਜੀ ਇਹ ਸੋਚ ਕੇ ਕਹਿੰਦਾ ਉਸਨੇ ਹਰਬਰਟ ਐਡਵਰਡਸ ਨੂੰ ਖੱਤ ਭੇਜ ਕੇ ਆਖਿਆ ਵੀ ਕਾਹਨ ਸਿੰਘ ਮਾਨ ਨੂੰ ਕਵੇ ਕਿ ਉਹ ਦੀਵਾਨ ਮੂਲ ਰਾਜ ਨੂੰ ਸੂਬੇਦਾਰ ਬਣਿਆ ਰਹਿਣ ਦੇਵੇ। ਤਾਂ ਕਹਿੰਦਾ ਵੀ ਹੁਣ ਆਪਾਂ ਕੀ ਕਰਨਾ, ਆਪਾਂ ਅਟੈਕ ਕਰਨਾ, ਆਪਣਾ ਆਪਦੇ ਬੰਦੇ ਤੇ ਅਟੈਕ ਥੋੜੀ ਕਰਾਂਗੇ। ਕਾਹਨ ਸਿੰਘ ਮਾਨ ਤਾਂ ਚਾਵਲੂਸ ਸੀਗਾ ਅੰਗਰੇਜ਼ਾਂ ਦਾ, ਤਾਂ ਉਹਨੂੰ ਕਹਿ ਵੀ ਤੂੰ ਗਵਰਨਰ ਰਹਿਣ ਦੇ ਬੰਨ ਨੂੰ, ਜਿਹੜਾ ਦੀਵਾਨ ਮੂਲ ਰਾਜ ਆ ਉਹਨੂੰ ਬਣਿਆ ਰਹਿਣ ਦੇ। ਠੀਕ ਹੈ, ਗਵਰਨਰ, ਠੀਕ ਹੈ ਜੀ, ਬਣਿਆ ਰਹਿਣ ਦੇ, ਕਿਉਂਕਿ ਅੱਗੇ ਅੱਗੇ ਉਹਨਾਂ ਨੇ ਕੀ ਕਰਨਾ, ਉੱਥੇ ਚਾਲਾਂ ਚੱਲਣੀਆਂ ਨੇ। ਹੁਣ ਚਾਲਾਂ ਕੀ ਚੱਲਣਗੇ, ਕਹਿੰਦਾ ਜੀ ਮਈ 1848 ਵਿੱਚ ਕਹਿੰਦਾ ਰੈਜ਼ੀਡੈਂਟ ਨੇ ਐਡਵਰਡਸ ਨੂੰ ਫੌਜ ਲੈ ਕੇ ਮੁਲਤਾਨ ਜਾਣ ਵਾਸਤੇ ਆਖ ਦਿੱਤਾ। ਇਸ ਵੇਲੇ ਤੱਕ ਕਹਿੰਦਾ ਇਧਰੋਂ ਜਦੋਂ ਤੁਰ ਪਿਆ ਸੀਗਾ ਇਹ, ਠੀਕ ਹੈ ਜੀ, ਐਡਵਰਡਸ ਤੁਰ ਪਿਆ ਸੀਗਾ, ਉਧਰੋਂ ਜਿਹੜਾ ਆਪਣੇ ਕਹਿੰਦਾ ਹੀਰਾ ਸਿੰਘ ਡੋਗਰਾ ਨੇ 1845 ਦੇ ਵਿੱਚ ਸ਼ਹੀਦ ਕੀਤਾ ਸੀ ਬਾਬਾ ਵੀਰ ਸਿੰਘ ਨਰੰਗਾਬਾਦ ਦੇ ਵਾਰਿਸ ਸੀਗੇ ਜਿਹੜੇ ਭਾਈ ਮਹਾਰਾਜ ਸਿੰਘ, ਉਹ ਵੀ ਮੁਲਤਾਨ ਪਹੁੰਚ ਗਏ। ਕਹਿਣ ਦਾ ਮਤਲਬ ਉਧਰੋਂ ਅੰਗਰੇਜ਼ ਪਹੁੰਚ ਗਏ ਐਡਵਰਡਸ, ਇਧਰੋਂ ਕੌਣ ਪਹੁੰਚ ਗਏ, ਭਾਈ ਮਹਾਰਾਜ ਸਿੰਘ। ਭਾਈ ਮਹਾਰਾਜ ਸਿੰਘ ਕੌਣ ਸੀਗੇ, ਬਾਬਾ ਵੀਰ ਸਿੰਘ ਨਰੰਗਾਬਾਦ ਦੇ ਵਾਰਿਸ ਸੀਗੇ, ਉਹਦੇ ਚੇਲੇ ਕਹਿ ਸਕਦੇ ਆਪਾਂ। ਠੀਕ ਹੈ ਜੀ। ਤਾਂ ਕਹਿੰਦੇ ਉਹਨਾਂ ਨੇ ਉੱਥੇ ਪਹੁੰਚ ਕੇ ਸਿੱਖ ਫੌਜਾਂ ਨੂੰ ਕੀ ਕਰਨਾ ਸ਼ੁਰੂ ਕਰਤਾ, ਜਥੇਬੰਦੀ ਕਰਨਾ ਸ਼ੁਰੂ ਕਰਤਾ, ਮਤਲਬ ਸੁਚੇਤ ਕਰਤਾ ਵੀ ਆਪਣੇ ਤੇ ਹਮਲਾ ਹੋ ਸਕਦਾ। ਉਧਰੋਂ ਉਹਨਾਂ ਦੀ ਵੀ ਤਿਆਰੀ ਹੋ ਗਈ, ਇਧਰੋਂ ਸਿੱਖਾਂ ਦੀ ਵੀ ਤਿਆਰੀ ਹੋ ਗਈ। ਕਹਿਣ ਦਾ ਮਤਲਬ ਲੜਾਈ ਹੁਣ ਲੱਗੂਗੀ। ਲੜਾਈ ਲੱਗਦੀ ਹੈ ਜੀ, ਅੱਗੇ ਆਪਾਂ ਦੇਖਦੇ ਹਾਂ। ਤਾਂ ਹੁਣ ਹੁੰਦਾ ਕੀ ਹੈ, ਜਿਹੜਾ ਮੂਲ ਰਾਜ ਆ ਰਾਜਾ, ਉਹਨੂੰ ਐਡਵਰਡਸ ਦਾ ਆਉਣ ਦਾ ਪਤਾ ਲੱਗ ਜਾਂਦਾ ਹੈ, ਥੋੜਾ ਜਿਹਾ ਉਹ ਡਰਪੋਕ ਹੋ ਜਾਂਦਾ, ਡਰ ਜਾਂਦਾ ਮਤਲਬ ਥੋੜਾ ਜਿਹਾ। ਤਾਂ ਉਹ ਕਹਿੰਦਾ ਯਾਰ ਮੈਂ ਨਹੀਂ, ਮੈਂ ਤਾਂ ਸ਼ਾਂਤੀ ਪ੍ਰਸਤਾਵ ਰੱਖੂੰਗਾ, ਮੈਂ ਅਮਨ ਸਮਝੌਤਾ ਕਰੂੰਗਾ। ਤਾਂ ਉਹ ਅਮਨ ਸਮਝੌਤਾ ਦੀ ਇੱਕ ਪੇਸ਼ਕਸ਼ ਕਰਦਾ, ਪਰ ਅੰਗਰੇਜ਼ ਕੀ ਕਰਦੇ, ਉਸ ਨੂੰ ਠੁਕਰਾ ਦਿੰਦੇ ਆ, ਉਹ ਹਮਲਾ ਹੀ ਕਰਨਾ ਚਾਹੁੰਦੇ ਆ। ਠੀਕ ਹੈ, ਅੰਗਰੇਜ਼ ਕੀ ਹੜਪਣਾ ਚਾਹੁੰਦੇ ਮੁਲਤਾਨ ਨੂੰ। ਤਾਂ ਕਹਿੰਦਾ ਜੀ ਪਹਿਲਾਂ ਨਿੱਕੀਆਂ ਮੋਟੀਆਂ ਝੜਪਾਂ ਹੁੰਦੀਆਂ, ਪਰ ਅਖੀਰ ਨੂੰ 18 ਜੂਨ 1848 ਨੂੰ ਇੱਕ ਵੱਡੀ ਲੜਾਈ ਹੁੰਦੀ ਹੈ, ਜਿਸ ਵਿੱਚ ਕਹਿੰਦਾ ਐਡਵਰਡਸ ਨੂੰ ਜਿੱਤ ਹਾਸਲ ਹੁੰਦੀ ਹੈ। ਉਹ ਜਿੱਤ ਦਾ ਕਾਰਨ ਵੀ ਇਹੀ ਹੁੰਦਾ, ਇਹਨਾਂ ਵਿੱਚ ਆਪਸੀ ਫੁੱਟ ਹੋ ਜਾਂਦੀ ਹੈ, ਥੋੜੀ ਜਿਹੀ ਫੁੱਟ ਪਾ ਦਿੰਦੇ ਅੰਗਰੇਜ਼, ਤੇ ਇਹ ਕੀ ਹੈ, ਇਕੱਲਾ ਰਹਿ ਜਾਂਦਾ ਹੈ, ਕੌਣ, ਮੂਲ ਰਾਜ। ਤਾਂ ਚਲੋ ਜੀ ਅੱਗੇ ਆ ਕੇ ਆਪਾਂ ਦੇਖਦੇ ਹਾਂ। ਕਹਿੰਦਾ ਜੀ ਅਖੀਰ ਲੜਾਈ ਕਹਿੰਦਾ 1 ਜੁਲਾਈ ਦੇ ਦਿਨ ਹੋਈ, ਤੇ ਜਿਸ ਵਿੱਚ ਦੀਵਾਨ ਮੂਲ ਰਾਜ ਦਾ ਹਾਥੀ ਮਾਰਿਆ ਗਿਆ, ਤੇ ਇਸ ਦੇ ਨਾਲ ਉਸਦੀ ਮੌਤ ਦੀ ਅਫਵਾਹ ਫੈਲ ਗਈ। ਤਾਂ ਮੌਤ ਦੀ ਅਫਵਾਹ ਫੈਲ ਗਈ ਤੇ ਫੌਜਾਂ ਕੀ ਹੋ ਗਈਆਂ, ਡਰ ਗਈਆਂ। ਕਹਿੰਦਾ ਇਸ ਨਾਲ ਉਸਦੇ ਸਾਥੀਆਂ ਦੇ ਹੌਸਲੇ ਡਿੱਗ ਪਏ, ਤੇ ਉਸਨੇ ਆਪਣੇ ਆਪ ਨੂੰ ਕਿਲੇ ਵਿੱਚ ਬੰਦ ਕਰ ਲਿਆ, ਤੇ ਅੰਗਰੇਜ਼ੀ ਫੌਜਾਂ ਨੇ ਇਸ ਕਿਲੇ ਨੂੰ ਚਾਰੇ ਪਾਸੋਂ ਘੇਰ ਲੈਂਦੀ ਹੈ। ਘੇਰ ਕੇ ਕੀ ਕਰਦੇ ਨੇ, ਫਿਰ ਦੇਖੋ ਤੁਹਾਨੂੰ ਪਤਾ ਹੀ ਹੈ ਨੈਕਸਟ ਘੇਰ ਕੇ ਕੀ ਕਰਨਗੇ। ਤਾਂ ਕਹਿੰਦਾ ਜੀ ਇਹ ਘੇਰਾਬਾਰੀ ਜਿਹੜੀ ਚੱਲਦੀ ਰਹਿੰਦੀ 4 ਹਫ਼ਤੇ ਤੱਕ ਜਾਰੀ ਰੱਖਦੇ ਆ। ਤੇ ਕਹਿੰਦਾ ਜੀ ਦੀਵਾਨ ਮੂਲ ਰਾਜ ਨੂੰ ਕਹਿੰਦਾ ਕਾਬਲ ਤੋਂ ਜਿਹੜਾ ਦੋਸਤ ਸੀਗਾ ਮੁਹੰਮਦ ਖਾਨ ਦੀ ਮਦਦ ਦੀ ਵੀ ਆਸ ਸੀਗੀ। ਤਾਂ ਕਹਿਣ ਦਾ ਮਤਲਬ ਉਹ ਅੰਦਰ ਕਿਲੇ ਦੇ ਵਿੱਚ ਬੈਠਾ ਸੋਚ ਰਿਹਾ ਹੁੰਦਾ ਸ਼ਾਇਦ ਉਹਦਾ ਦੋਸਤ ਜਿਹੜਾ ਹੈਗਾ ਕਾਬਲ ਤੋਂ ਮੁਹੰਮਦ ਖਾਨ ਉਹ ਆਊਗਾ, ਬਟ ਕੋਈ ਨਹੀਂ ਆਉਂਦਾ ਉਹਦੀ ਮਦਦ ਵਾਸਤੇ। ਪਰ ਕਹਿੰਦਾ ਕਾਬਲ ਤੋਂ ਕੋਈ ਵੀ ਮਦਦ ਨਾ ਪੁੱਜੀ। ਤਾਂ 17 ਦਸੰਬਰ 1848 ਨੂੰ ਅੰਗਰੇਜ਼ਾਂ ਨੇ ਫੌਜਾਂ ਨੇ ਕਿਲੇ ਤੇ ਕਹਿੰਦਾ ਇੱਕ ਜ਼ਬਰਦਸਤ ਹਮਲਾ ਕੀਤਾ, ਬੰਬ ਸੱਟ ਦਿੰਦੇ ਆ ਕਿਲੇ ਦੇ ਵਿੱਚ, ਤੇ ਅੰਦਰ ਦਾਖਲ ਹੋ ਜਾਂਦੇ ਆ ਦਰਵਾਜ਼ਾ ਤੋੜ ਕੇ। ਤਾਂ ਦਾਖਲ ਹੋ ਜਾਂਦੇ, ਕਹਿੰਦੇ ਜੀ ਅਖੀਰ ਮੂਲ ਰਾਜ ਨੇ ਹਥਿਆਰ ਸੱਟਤੇ, ਕਿਉਂਕਿ ਉਹਨੂੰ ਪਤਾ ਮੇਰੇ ਪਿੱਛੇ ਕੋਈ ਸਪੋਰਟ ਨਹੀਂ ਹੈਗੀ। ਤਾਂ ਕਹਿੰਦੇ ਜੀ ਦੀਵਾਨ ਮੂਲ ਰਾਜ ਤੇ ਕਤਲ, ਜੰਗ ਕਰਨ ਤੇ ਗਦਾਰੀ ਦਾ ਮੁਕੱਦਮਾ ਚਲਾ ਕੇ ਉਸਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ, ਜਿਹੜੀ ਬਾਅਦ ਦੇ ਵਿੱਚ ਉਮਰ ਕੈਦ ਵਿੱਚ ਬਦਲ ਦਿੱਤੀ ਜਾਂਦੀ ਹੈ। ਪਰ ਉਹਨੂੰ ਮਾਰਨ ਵਾਸਤੇ ਫਿਰ ਅੰਗਰੇਜ਼ ਕੀ ਕਰਦੇ ਨੇ, ਉਹਨੂੰ ਸ਼ਿਫਟ ਕਰ ਦਿੰਦੇ ਨੇ। ਕਿੱਥੇ ਸ਼ਿਫਟ ਕਰ ਦਿੰਦੇ ਨੇ, ਕਹਿੰਦੇ ਜੀ 1850 ਤੱਕ ਉਹਨੂੰ ਲਾਹੌਰ ਦੇ ਕਿਲੇ ਵਿੱਚ ਰੱਖਦੇ ਆ, ਤੇ ਬਾਅਦ ਦੇ ਵਿੱਚ ਫੋਰਟ ਵਿਲੀਅਮ ਜਿਹੜਾ ਕਲਕੱਤੇ ਆ ਉਹਨੂੰ ਉੱਥੇ ਭੇਜ ਦਿੰਦੇ ਆ। ਉੱਥੇ ਭੇਜ ਕੇ ਕੀ ਕਰਦੇ ਆ ਰਾਜੇ, ਉਹਨੂੰ ਕਹਿੰਦੇ ਜੀ ਉਹਨੂੰ ਸਿਹਤ ਉਹਦੀ ਖਰਾਬ ਹੋ ਜਾਂਦੀ ਹੈ, ਉਹਦਾ ਕਾਰਨ ਬਣਾ ਲੈਂਦੇ ਆ, ਸਿਹਤ ਖਰਾਬ ਹੋ ਗਈ, ਤੇ ਉਹਨੂੰ ਬਨਾਰਸ ਲੈ ਕੇ ਆਉਂਦੇ, ਜਿੱਥੇ ਉਹਨੂੰ ਹਲਕੀ ਜ਼ਹਿਰ ਦੇਣਾ ਸ਼ੁਰੂ ਕਰ ਦਿੰਦੇ ਆ, ਤੇ ਉਹਨੂੰ ਹੌਲੀ ਹੌਲੀ ਕੀ ਕਰ ਦਿੰਦੇ ਆ, ਮੌਤ ਦੇ ਮੂੰਹ ਦੇ ਵਿੱਚ ਧੱਕ ਦਿੰਦੇ ਆ। ਤਾਂ ਕਹਿਣ ਦਾ ਮਤਲਬ ਇੱਥੇ ਚਾਲਾਂ ਚੱਲਦੇ ਨੇ ਅੰਗਰੇਜ਼। ਤਾਂ ਇਹ ਸੀਗੀ ਜੀ ਆਪਣੀ ਮੁਲਤਾਨ ਦੀ ਲੜਾਈ, ਜਿਹਦੇ ਵਿੱਚ 11 ਅਗਸਤ 1851 ਦੇ ਦਿਨ 36 ਸਾਲ ਦੀ ਉਮਰ ਦੇ ਵਿੱਚ ਉਹ ਚੜਾਈ ਕਰ ਦਿੰਦਾ, ਕੌਣ, ਮੂਲ ਰਾਜ। ਤਾਂ ਕਹਿਣ ਦਾ ਮਤਲਬ ਇੱਥੇ ਕੀ ਹੋ ਗਈ, ਇੱਥੇ ਵੀ ਸਿੱਖਾਂ ਦੀ ਇੱਕ ਤਰ੍ਹਾਂ ਹਿਸਾਬ ਨਾਲ ਕੀ ਹੋ ਗਈ, ਹਾਰ ਹੋ ਗਈ। ਤਾਂ ਚੱਲਦੇ ਆ ਜੀ ਮੁਲਤਾਨ ਦੀ ਲੜਾਈ। ਇਸ ਤੋਂ ਬਾਅਦ ਕਹਿੰਦਾ ਜੀ ਦੀਵਾਨ ਮੂਲ ਰਾਜ ਬਾਰੇ ਕਹਿੰਦਾ ਲਾਰਡ ਡਲਹੌਜੀ ਕੀ ਕਹਿੰਦਾ, ਉਹਦੇ ਵਿਚਾਰ ਸੀਗੇ, ਕਹਿੰਦਾ ਜਿਹੜਾ ਮੂਲ ਰਾਜ ਹੈਗਾ, ਕਹਿੰਦਾ ਉਹ ਬਗਾਵਤ ਦੀ ਅਗਵਾਈ ਕਰਨ ਵਾਸਤੇ ਨਾ ਤਾਂ ਉਹਦੇ ਕੋਲ ਜਿਗਰਾ ਸੀ, ਨਾ ਹੀ ਖਾਹਿਸ਼ ਸੀਗੀ। ਕਹਿਣ ਦਾ ਮਤਲਬ ਜੇ ਉਹ ਮੂਲ ਰਾਜ ਇਹ ਚੀਜ਼ ਨੂੰ ਸੰਭਾਲ ਲੈਂਦਾ, ਹੋ ਸਕਦਾ ਅੰਗਰੇਜ਼ਾਂ ਦੀ ਕੀ ਹਾਰ ਹੋ ਜਾਂਦੀ, ਅੰਗਰੇਜ਼ਾਂ ਨੂੰ ਭਾਰੀ ਨੁਕਸਾਨ ਹੋ ਜਾਂਦਾ। ਪਰ ਉਹ ਕਹਿੰਦਾ ਜੀ ਜ਼ਿਆਦਾਤਰ ਉਹ ਕਹਿੰਦਾ ਜੀ ਜਿਹੜੀ ਇਹ ਲੜਾਈ ਹੋਈ ਹੈ ਇਹ ਮੂਲ ਰਾਜ ਦੇ ਬਗਾਵਤ ਕਰਕੇ ਨਹੀਂ। ਉਹ ਕਹਿੰਦਾ ਮੈਂ ਮੰਨਦਾ ਇਹ ਡਲਹੌਜੀ ਦੇ ਆਪਣੇ ਨਿੱਜੀ ਵਿਚਾਰ ਹੋ ਸਕਦਾ ਇਹ ਗਲਤ ਵੀ ਹੋਣ, ਉਹ ਕਹਿੰਦਾ ਮੂਲ ਰਾਜ ਕਰਕੇ ਨਹੀਂ ਇਹ ਲੜਾਈ ਹੋਏਗੀ,
ਕਹਿੰਦਾ ਇਹ ਲੜਾਈ ਤਾਂ ਹੋਈ ਹੈ ਜਿਹੜੀ ਐਡਵਰਡਸ ਨੇ ਬਹੁਤ ਜ਼ਿਆਦਾ ਜਾਤੀਆਂ ਕੀਤੀਆਂ ਉੱਥੇ ਸਿੱਖਾਂ ਤੇ ਸਿੱਖਾਂ ਦੇ ਅੰਦਰ ਕੀ ਉਹਦਾ ਰੋਸ ਪੈਦਾ ਹੋ ਗਿਆ ਸੀ, ਇਹ ਲੜਾਈ ਤਾਂ ਹੋਈ ਆ, ਮਤਲਬ ਆਪਣੀਆਂ ਸਫਾਈਆਂ ਦੇ ਰਿਹਾ, ਜਦ ਕਿ ਐਕਚੁਅਲ ਦੇ ਵਿੱਚ ਉਹ ਹੜਪਣਾ ਚਾਹੁੰਦੇ ਆ, ਮਤਲਬ ਕਿ ਵੱਧ ਤੋਂ ਵੱਧ ਇਲਾਕੇ ਸਿੱਖਾਂ ਦੇ। ਚਲੋ ਜੀ ਠੀਕ ਹੈ ਜੀ। ਤਾਂ ਹੁਣ ਜਿਹੜੀ ਸਭ ਤੋਂ ਬੈਸਟ ਲੜਾਈ ਹੈ, ਬੈਸਟ ਨਹੀਂ ਕਹਿ ਸਕਦੇ, ਸਭ ਤੋਂ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਹੈਗੀ ਹੈ ਜੀ ਗੁਜਰਾਤ ਦੀ ਲੜਾਈ, ਜਿਹਨੂੰ ਬੈਟਲ ਆਫ ਗਨ ਕਹਿ ਜਾਂਦੇ ਆ, ਬੰਦੂਕਾਂ ਦੀ ਲੜਾਈ। ਬੈਟਲ ਆਫ ਗਨ ਪੁੱਛਿਆ ਜਾਂਦਾ ਹੁੰਦਾ, ਬੈਟਲ ਆਫ ਗਨ ਕਿਹੜੀ ਆ, ਤੇ ਬੈਟਲ ਆਫ ਗਨ ਕਿਹੜੀ ਆ, ਗੁਜਰਾਤ। ਤੇ ਭਾਈ ਇਹ ਗੁਜਰਾਤ ਉਹ ਨਹੀਂ ਹੈਗਾ ਮੋਦੀ ਵਾਲਾ, ਇਹ ਗੁਜਰਾਤ ਹੈਗਾ ਆਪਣਾ ਪਾਕਿਸਤਾਨ ਦੇ ਵਿੱਚ ਹੈ, ਠੀਕ ਹੈ ਜੀ। ਪਾਕਿਸਤਾਨ ਦੇ ਵਿੱਚ ਇੱਕ ਇਲਾਕਾ ਹੈ, ਪਹਿਲਾਂ ਕੀ ਸੀਗਾ, ਇਹ ਸਿੱਖ ਰਾਜ ਦਾ ਇੱਕ ਹਿੱਸਾ ਸੀਗਾ ਗੁਜਰਾਤ, ਠੀਕ ਹੈ ਜੀ। ਤਾਂ ਗੱਲ ਕਰਦੇ ਆ ਜੀ, ਕਹਿੰਦਾ ਅਗਲੀ ਲੜਾਈ ਜਿਹੜੀ ਹੁੰਦੀ ਹੈ 21 ਫਰਵਰੀ 1849 ਦੇ ਦਿਨ ਗੁਜਰਾਤ ਦੇ ਸ਼ਹਿਰ ਦੇ ਬਾਹਰ ਇੱਕ ਚਨਾਬ ਦਰਿਆ ਦੇ ਕੰਢੇ ਹੁੰਦੀ ਆ। ਤੁਹਾਨੂੰ ਮੈਂ ਉਹ ਨਕਸ਼ਾ ਦਿਖਾਇਆ ਸੀਗਾ, ਚਨਾਬ ਦਰਿਆ ਦੇ ਕੰਢੇ ਤੇ ਲੜੀ ਜਾਂਦੀ ਹੈ ਜੀ ਇਹ ਗੁਜਰਾਤ ਦੀ ਲੜਾਈ। ਇਹਦੇ ਵਿੱਚ ਹੁੰਦਾ ਕੀ ਹੈ, ਇਸ ਲੜਾਈ ਦੇ ਵਿੱਚ ਕਹਿੰਦਾ ਜੀ ਚਤਰ ਸਿੰਘ ਦਾ ਸਾਥ ਦੇਣ ਵਾਸਤੇ ਅਫਗਾਨ ਤੋਂ ਫੌਜਾਂ ਵੀ ਪੁੱਜ ਜਾਂਦੀਆਂ ਨੇ, ਤੇ ਪਰ ਕਹਿੰਦਾ ਐਨ ਮੌਕੇ ਤੇ ਫੌਜਾਂ ਬਿਨਾਂ ਲੜੇ ਵਾਪਸ ਚਲੀਆਂ ਜਾਂਦੀਆਂ। ਤਾਂ ਚਤਰ ਸਿੰਘ ਲੜ ਰਿਹਾ ਇਧਰੋਂ, ਠੀਕ ਹੈ ਜੀ, ਉਧਰੋਂ ਕੀ ਅੰਗਰੇਜ਼ੀ ਫੌਜ ਹੈ, ਪਰ ਜਿਹੜੀਆਂ ਅਫਗਾਨ ਦੀਆਂ ਫੌਜਾਂ ਉਹਦਾ ਸਾਥ ਦੇਣ ਵਾਸਤੇ ਆਉਂਦੀਆਂ ਪਰ ਲੜਦੀਆਂ ਨਹੀਂ ਗਈਆਂ, ਠੀਕ ਹੈ ਜੀ। ਤਾਂ ਹੁਣ ਸਿੱਖ ਇਕੱਲੇ ਲੜ ਰਹੇ ਸੀ ਇਸ ਲੜਾਈ ਦੇ ਵਿੱਚ, ਤੇ ਉਹਨਾਂ ਕੋਲ ਲੜਨ ਵਾਸਤੇ ਸਿਰਫ ਤਲਵਾਰਾਂ ਹੀ ਸੀਗੀਆਂ, ਠੀਕ ਹੈ, ਸਿਰਫ ਸਿੱਖਾਂ ਕੋਲ ਤਲਵਾਰਾਂ ਸੀ, ਲੇਕਿਨ ਬ੍ਰਿਟਿਸ਼ ਫੌਜ ਕੋਲੇ ਕੀ ਸੀਗੀਆਂ, ਉਹਨਾਂ ਦੀ ਗਿਣਤੀ ਵੀ ਜ਼ਿਆਦਾ ਸੀਗੀ, ਉਹਨਾਂ ਕੋਲੇ ਬੰਦੂਕਾਂ ਵੀ ਸੀਗੀਆਂ। ਬਟ ਇਹ ਨਹੀਂ ਕਹਿ ਸਕਦੇ ਸਿਰਫ ਤਲਵਾਰਾਂ, ਇਹਨਾਂ ਕੋਲ ਕੁਝ ਬੰਦੂਕਾਂ ਵੀ ਸੀਗੀਆਂ, ਇਹਨਾਂ ਨੇ ਵੀ ਬੰਦੂਕਾਂ ਦੀ ਵਰਤੋਂ ਕੀਤੀ, ਉਹਨਾਂ ਨੇ ਤਾਂ ਬਹੁਤ ਜ਼ਿਆਦਾ ਬੰਦੂਕਾਂ ਦੀ ਵਰਤੋਂ ਕੀਤੀ ਹੈ। ਕਹਿੰਦਾ ਜੀ ਤੋਪਾਂ ਤੇ ਬੰਦੂਕਾਂ ਦੇ ਨਾਲ ਲੈਸ ਸੀਗੀ ਜਿਹੜੀ ਅੰਗਰੇਜ਼ੀ ਫੌਜ, ਉਹਨਾਂ ਨੂੰ ਪਤਾ ਸੀਗਾ ਵੀ ਸਿੱਖਾਂ ਨੂੰ ਖਤਮ ਕਰਨਾ ਹੈ। ਤਾਂ ਇਸ ਕਰਕੇ ਕਹਿੰਦਾ ਤਲਵਾਰਾਂ ਨਾਲ ਸਿੱਖ ਕਿੰਨਾ ਕੁ ਲੜ ਸਕਦੇ ਸੀਗੇ, ਕਹਿਣ ਦਾ ਮਤਲਬ ਕਿ ਉਹਨਾਂ ਕੋਲ ਤਾਕਤ ਜ਼ਿਆਦਾ ਸੀ, ਉਹਨਾਂ ਕੋਲ ਆਧੁਨਿਕ ਹਥਿਆਰ ਸੀਗੇ, ਸਿੱਖਾਂ ਕੋਲ ਤਲਵਾਰਾਂ ਸੀਗੀਆਂ, ਨੇਜੇ ਸੀਗੇ, ਠੀਕ ਹੈ ਜੀ, ਕੁਝ ਥੋੜੀਆਂ ਜਿਹੀਆਂ ਬੰਦੂਕਾਂ ਸੀਗੀਆਂ। ਤਾਂ ਗੱਲ ਕਰਦੇ ਹਾਂ ਜੀ ਅੱਗੇ। ਤੇ ਜਿਹੜੀ ਗੁਜਰਾਤ ਦੀ ਲੜਾਈ ਦੇ ਵਿੱਚ ਕਹਿੰਦਾ ਜੀ ਜਦੋਂ ਅੰਗਰੇਜ਼ਾਂ ਨੇ ਵੇਖਿਆ ਕਿ ਸਿੱਖ ਫੌਜਾਂ ਦੀ ਗਿਣਤੀ ਬਹੁਤ ਨਹੀਂ ਰਹੀ ਤੇ ਉਹਨਾਂ ਕੋਲੇ ਅਸਲਾ ਵੀ ਥੋੜਾ ਹੈ, ਤਾਂ ਉਹਨਾਂ ਨੇ ਸਿੱਖਾਂ ਨੂੰ ਚਾਰੇ ਪਾਸੋਂ ਤੋਂ ਘੇਰਾ ਪਾ ਲਿਆ ਤੇ ਸਿੱਖਾਂ ਉੱਤੇ ਅੰਨਾ ਵਾਹ ਗੋਲਾਬਾਰੀ ਸ਼ੁਰੂ ਕਰਤੀ। ਤਾਂ ਗੋਲਾਬਾਰੀ ਸ਼ੁਰੂ ਕਰਤੀ ਜੀ, ਕਹਿੰਦੇ ਜੀ ਗੋਲੀਆਂ ਦੀ ਵਿਛਾੜ ਤੋਂ ਬਚਣ ਵਾਸਤੇ ਸਿੱਖ ਫੌਜੀ ਇੱਧਰ ਉੱਧਰ ਭੱਜਣੇ ਸ਼ੁਰੂ ਹੋ ਗਏ, ਤੇ ਬ੍ਰਿਟਿਸ਼ ਫੌਜਾਂ ਨੇ ਕਹਿੰਦੇ ਦੌੜੇ ਜਾਂਦੇ ਸਿੱਖਾਂ ਦਾ ਫੌਜੀਆਂ ਦਾ ਪਿੱਛਾ ਕੀਤਾ ਤੇ ਉਹਨਾਂ ਤੇ ਜ਼ਬਰਦਸਤ ਹਮਲਾ ਕੀਤਾ। ਤਾਂ ਉਹਨਾਂ ਨੇ ਕੱਲੇ ਕੱਲੇ ਸਿੱਖ ਨੂੰ ਘੇਰ ਘੇਰ ਕੇ ਮਾਰਿਆ, ਕਿਉਂਕਿ ਅੰਗਰੇਜ਼ ਵੀ ਆਪਣਾ ਬਦਲਾ ਲੈਣਾ ਚਾਹੁੰਦੇ ਸੀਗੇ। ਤੇ ਕਹਿੰਦੇ ਜੀ ਬ੍ਰਿਟਿਸ਼ ਫੌਜਾਂ ਨੇ ਇੱਕ ਵੀ ਸਿੱਖ ਨੂੰ ਗ੍ਰਿਫਤਾਰ ਨਹੀਂ ਕੀਤਾ, ਬਲਕਿ ਉਹਨਾਂ ਨੂੰ ਮੌਤ ਦੇ ਘਾਟ ਉਤਾਰਤਾ। ਤਾਂ ਕਹਿਣ ਦਾ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਿੱਖਾਂ ਦਾ ਇਸ ਲੜਾਈ ਦੇ ਵਿੱਚ, ਗੁਜਰਾਤ ਦੀ ਲੜਾਈ ਦੇ ਵਿੱਚ। ਕਹਿੰਦਾ ਜੀ ਉਹਨਾਂ ਨੂੰ ਚੇਲਿਆਂ ਵਾਲੀ ਲੜਾਈ ਦਾ ਇੰਨਾ ਗੁੱਸਾ ਸੀਗਾ ਅੰਗਰੇਜ਼ਾਂ ਨੂੰ ਕਿ ਉਹਨਾਂ ਨੇ ਜ਼ਖਮੀ ਪਏ ਸਿੱਖਾਂ ਨੂੰ ਵੀ ਗੋਲੀਆਂ ਮਾਰੀਆਂ। ਤਾਂ ਕਹਿਣ ਦਾ ਮਤਲਬ ਉਹਨਾਂ ਦੇ ਵਿੱਚ ਵੀ ਬਹੁਤ ਗੁੱਸਾ ਸੀਗਾ ਅੰਗਰੇਜ਼ਾਂ ਦੇ ਵਿੱਚ, ਕਿਉਂਕਿ ਚੇਲਿਆਂ ਵਾਲੀ ਲੜਾਈ ਦੇ ਵਿੱਚ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਸੀਗਾ। ਤਾਂ ਕਹਿੰਦਾ ਜੀ ਗੋਲੀਆਂ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋਏ ਪਏ ਸਿੱਖਾਂ ਨੂੰ ਵੀ ਤਲਵਾਰਾਂ ਨਾਲ ਵੱਢਦੇ ਰਹੇ, ਉਹ ਕੌਣ, ਅੰਗਰੇਜ਼। ਤਾਂ ਠੀਕ ਹੈ ਜੀ, ਕਹਿੰਦਾ ਬ੍ਰਿਟਿਸ਼ ਫੌਜਾਂ ਨੇ ਬੜੀ ਬੇਰਹਿਮੀ ਨਾਲ ਆਪਣਾ ਪਿਛਲੀ ਹਾਰ ਦਾ ਗੁੱਸਾ ਕੱਢਿਆ, ਠੀਕ ਹੈ ਜੀ। ਤਾਂ ਇਹ ਸੀਗੀ ਬ੍ਰਿਟਿਸ਼ ਫੌਜ ਦੀ ਬਹਾਦਰੀ ਤੇ ਉਹਨਾਂ ਦੀ ਇਨਸਾਨੀਅਤ। ਕਹਿੰਦਾ ਮਤਲਬ ਹੈਗੇ ਤਾਂ ਕਾਇਰ ਨੇ, ਜੇ ਲੜਨਾ ਤਾਂ ਹਿੱਕ ਤੇ ਵੱਜੋ, ਠੀਕ ਹੈ ਜੀ। ਕਹਿੰਦਾ ਮਤਲਬ ਮਰੇ ਪਏ ਬੰਦੇ ਨਾਲ ਲੜਨ ਦਾ ਕੀ ਫਾਇਦਾ, ਹਨਾ, ਜਦੋਂ ਜਿਉਂਦੇ ਸੀਗੇ ਤਾਂ ਲੜ ਕੇ ਦਿਖਾਉਂਦੇ, ਸ਼ਾਮ ਸਿੰਘ ਟਾਰੀ ਵਾਲੇ ਵਰਗੇ ਬਹਾਦਰ ਸੂਰਮੇ ਨਾਲ, ਠੀਕ ਹੈ ਜੀ, ਹਰੀ ਸਿੰਘ ਨਲੂਆ ਜੀ ਵਰਗੇ ਨਾਲ, ਠੀਕ ਹੈ। ਤਾਂ ਇੱਕ ਕਾਇਰਤਾ ਹੁੰਦੀ ਹੈ, ਜੋ ਕਾਇਰਤਾ ਮੈਂ ਕਹਿੰਦਾ ਵੀ ਆਪਣੇ ਦੀਪ ਸਿੱਧੂ ਦੇ ਕੇਸ 'ਚ ਹੋਈ ਹੈ, ਜਾਂ ਫਿਰ ਅੰਬੀਆ ਜਿਹੜਾ ਸੰਦੀਪ ਨੰਗਲ ਅੰਬੀਆ, ਜਾਂ ਆਪਾਂ ਕਹਿ ਲਓ ਦੀਪ ਸਿੱਧ ਆਪਣਾ ਸਿੱਧੂ ਮੂਸੇਵਾਲੇ ਜੀ ਨਾਲ ਹੋਈ ਹੈ ਜਿਹੜੀ ਘਟਨਾ, ਇਹ ਇੱਕ ਬਹਾਦਰੀ ਨਹੀਂ ਕਹਿ ਸਕਦੇ ਆਪਾਂ, ਇਹ ਇੱਕ ਮਤਲਬ ਨਾਮਰਦੀ ਵਾਲਾ ਕੰਮ ਕੀਤਾ ਉਹਨਾਂ ਨੇ। ਜੇ ਕਿਸੇ ਨਾਲ ਦੁਸ਼ਮਣੀ ਹੈਗੀ ਆ, ਪਹਿਲੀ ਗੱਲ ਤਾਂ ਮਾਰਨਾ ਕੋਈ ਹੱਲ ਨਹੀਂ ਹੁੰਦਾ, ਬਟ ਜੇ ਤੁਸੀਂ ਦੁਸ਼ਮਣੀ ਨਿਭਾਉਣੀ ਹੈ ਤਾਂ ਪਰ ਸਾਹਮਣੇ ਵਾਰ ਕਰੋ, ਮਤਲਬ ਕਿ ਕਹਿ ਕੇ ਵਾਰ ਕਰਨਾ ਚਾਹੀਦਾ, ਠੀਕ ਹੈ। ਤਾਂ ਇਹ ਇੱਥੇ ਵੀ ਸੇਮ ਕੰਮ ਕਰ ਰਹੀਆਂ ਸੀਗੀਆਂ ਬ੍ਰਿਟਿਸ਼ ਫੌਜਾਂ, ਇੱਕ ਮਤਲਬ ਕਿ ਇਨਸਾਨੀਅਤ ਨਹੀਂ ਸੀਗੀ ਉਹਨਾਂ ਦੇ ਵਿੱਚ, ਐਂ ਕਹਿ ਲਓ ਕੋਈ ਇਹ ਮਤਲਬ ਕਿ ਬਹਾਦਰ ਸੂਰਮਿਆਂ ਦਾ ਕੰਮ ਨਹੀਂ ਸੀਗਾ ਜਿਹੜਾ ਕੰਮ ਇਹ ਕਰ ਰਹੇ ਸੀਗੇ। ਤਾਂ ਯਾਦ ਰੱਖਿਓ। ਨੈਕਸਟ ਗੱਲ ਕਰਦੇ ਹਾਂ ਆਪਾਂ ਜੀ। ਕਹਿੰਦਾ 21 ਫਰਵਰੀ 1849 ਨੂੰ ਕਹਿੰਦਾ ਗੁਜਰਾਤ ਦੀ ਹਾਰ ਮਗਰੋਂ, ਤਾਂ ਗੁਜਰਾਤ ਦੇ ਵਿੱਚ ਹਾਰ ਹੋ ਜਾਂਦੀ ਸਿੱਖਾਂ ਦੀ, ਤਾਂ ਮਗਰੋਂ ਚਤਰ ਸਿੰਘ ਤੇ ਸ਼ੇਰ ਸਿੰਘ ਨੂੰ ਅਫਗਾਨਿਸਤਾਨ ਵੱਲ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਅੰਗਰੇਜ਼ ਜਰਨੈਲ ਐਬਟ ਨੇ ਉਹਨਾਂ ਦਾ ਰਾਹ ਰੋਕ ਲਿਆ। ਕਹਿੰਦਾ ਮਤਲਬ ਉਹਨਾਂ ਨੂੰ ਰੋਕ ਲਿਆ, ਤੇ ਕਹਿੰਦਾ ਦੋਵਾਂ ਨੇ 14 ਮਾਰਚ 1849 ਦੇ ਦਿਨ ਰਾਵਲਪਿੰਡੀ ਕੋਲੇ ਜਨਰਲ ਗਿਲਬਰਟ ਅੱਗੇ ਹਥਿਆਰ ਸੁੱਟ ਦਿੱਤੇ। ਤਾਂ ਇਕੱਲੇ ਸੀਗੇ ਤੇ ਕੋਈ ਹਥਿਆਰ ਸੁੱਟਣੇ ਪੈਣੇ ਸੀਗੇ। ਤਾਂ ਕਹਿੰਦਾ ਜੀ ਥੈਕਵਿਲ ਇਸ ਹਥਿਆਰ ਸੁੱਟਣ ਦਾ ਹਾਲ ਦੱਸਦਿਆਂ ਲਿਖਦਾ ਹੈ, ਠੀਕ ਹੈ ਜੀ। ਤਾਂ ਕਹਿੰਦਾ ਜੀ ਹਥਿਆਰ ਸੁੱਟਣ ਵੇਲੇ ਇੱਕ ਸਿੱਖ ਬਜ਼ੁਰਗ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ, ਤੇ ਉਹਨਾਂ ਨੇ ਆਪਣੀ ਬੰਦੂਕ ਰੱਖਦਿਆਂ ਆਖਿਆ ਕਿ ਅੱਜ ਰਣਜੀਤ ਸਿੰਘ ਮਰ ਗਿਆ ਹੈ। ਤਾਂ ਕਹਿਣ ਦਾ ਮਤਲਬ ਅੱਜ ਅਸਲੀ ਮਰ ਗਿਆ ਬਾਬਾ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਕਿਉਂਕਿ ਹੁਣ ਕੀ ਹੋ ਗਿਆ, ਸਿੱਖ ਰਾਜ ਦਾ ਮੁਕੰਮਲ ਅੰਤ ਹੋ ਗਿਆ, ਬੜਾ ਦੁਖਦਾਈ ਅੰਤ। ਕਿ ਇਹ ਅੰਤ ਉਹਦੇ ਜਿਹੜੇ ਉਹਦੇ ਦਰਬਾਰ ਦੇ ਜਿਹੜੇ ਹੈਗੇ ਆ ਗਦਾਰ, ਉਹਨਾਂ ਕਰਕੇ ਹੋਇਆ। ਜੇ ਉਹ ਗਦਾਰ ਨਾ ਹੁੰਦੇ ਤਾਂ ਅੱਜ ਨਕਸ਼ਾ ਕੁਝ ਹੋਰ ਹੁੰਦਾ ਮੇਰੇ ਰੰਗਲੇ ਪੰਜਾਬ ਦਾ, ਮੇਰੇ ਦੇਸ਼ ਪੰਜਾਬ ਦਾ, ਠੀਕ ਹੈ। ਇਹ ਗਦਾਰਾਂ ਕਰਕੇ ਹੀ ਹੋਇਆ। ਤਾਂ ਕਹਿੰਦਾ ਜੀ ਇਹ ਲੜਾਈ ਦੇ ਵਿੱਚ ਦੋਵਾਂ ਧਿਰਾਂ ਵੱਲੋਂ ਬੰਦੂਕਾਂ ਦੀ ਵਰਤੋਂ ਹੋਈ ਹੈ। ਇੱਥੇ ਦੋਵਾਂ ਧਿਰ ਲਿਖੇ ਗਏ, ਲੇਕਿਨ ਜ਼ਿਆਦਾ ਅੰਗਰੇਜ਼ਾਂ ਕੋਲੇ ਬੰਦੂਕਾਂ ਸੀਗੀਆਂ, ਤਾਂ ਇਸ ਕਰਕੇ ਇਹਨੂੰ ਬੰਦੂਕਾਂ ਦੀ ਲੜਾਈ ਵੀ ਕਹਿੰਦੇ ਆ ਭਾਈ। ਇਹ ਤੁਹਾਡੇ ਪੇਪਰ ਵਾਸਤੇ ਇੰਪੋਰਟੈਂਟ ਹੈ। ਤੇ ਇਸ ਲੜਾਈ ਦੇ ਵਿੱਚ ਕਹਿੰਦਾ ਅੰਗਰੇਜ਼ਾਂ ਨੇ ਸਿੱਖਾਂ ਨੂੰ ਹਰਾ ਦਿੱਤਾ। ਤਾਂ ਹਰਾਤਾ ਜੀ। ਤਾਂ ਆਹ ਹੈਗਾ ਜੀ ਵੇਰਵਾ ਤੁਹਾਡਾ ਰਾਮਨਗਰ ਦੀ ਲੜਾਈ, ਚਿਲਿਆਂ ਵਾਲੀ, ਮਲਤਾਨ ਦੀ ਲੜਾਈ ਤੇ ਗੁਜਰਾਤ ਦੀ ਲੜਾਈ, ਠੀਕ ਹੈ ਜੀ। ਜਿੱਤੇ ਕੌਣ ਨੇ, ਪਹਿਲੀਆਂ ਦੋ ਲੜਾਈਆਂ ਸਿੱਖ ਫੌਜਾਂ ਜਿੱਤੀਆਂ, ਮਲਤਾਨ ਦੇ ਵਿੱਚ ਵੀ ਬ੍ਰਿਟਿਸ਼ ਫੌਜ ਜਿੱਤ ਗਈ ਹੈ, ਤੇ ਗੁਜਰਾਤ ਦੀ ਲੜਾਈ, ਤੇ ਗੁਜਰਾਤ ਦੀ ਲੜਾਈ ਯਾਦ ਰੱਖਣੀ ਹੈ ਬੈਟਲ ਆਫ ਗਨ ਕਰਕੇ, ਠੀਕ ਹੈ ਜੀ। ਡੇਟਸ ਯਾਦ ਰੱਖ ਲਿਓ।
ਤਾਂ ਇੱਕ ਆਪਾਂ ਨੂੰ ਕਾਰਨ ਦੱਸਦੇ ਹਾਂ। ਦੇਖੋ ਜੀ, ਜਦੋਂ ਗੁਜਰਾਤ ਦੀ ਲੜਾਈ ਹੁੰਦੀ ਹੈ, ਕਹਿੰਦੇ ਜੀ ਗੁਜਰਾਤ ਦੀ ਲੜਾਈ ਮਗਰੋਂ ਕਹਿੰਦੇ ਅੰਗਰੇਜ਼ਾਂ ਦਾ ਕੋਈ ਮੁਕਾਬਲਾ ਕਰਨ ਲਈ ਸਿੱਖਾਂ ਕੋਲੇ ਕੋਈ ਸੰਗਠਿਤ ਤਾਕਤ ਨਹੀਂ ਸੀਗੀ, ਕੋਈ ਮਤਲਬ ਜਥੇਦਾਰ ਨਹੀਂ ਸੀਗਾ, ਕੋਈ ਅੱਗੇ ਪੈਰਵਾਈ ਕਰਨ ਵਾਲਾ ਨਹੀਂ ਸੀਗਾ। ਤਾਂ ਕਹਿੰਦਾ ਜੀ ਅੰਤ ਨੂੰ 29 ਮਾਰਚ 1849 ਈਸਵੀ ਨੂੰ ਲਾਰਡ ਡਲਹੌਜੀ ਨੇ ਇੱਕ ਐਲਾਨ ਦੇ ਰਾਹੀਂ ਪੰਜਾਬ ਨੂੰ ਅੰਗਰੇਜ਼ੀ ਰਾਜ ਦਾ ਕੀ ਬਣਾ ਲਿਆ, ਇੱਕ ਹਿੱਸਾ ਬਣਾ ਲਿਆ। ਤੇ ਮਹਾਰਾਜਾ ਰਣਜੀਤ ਸਿੰਘ ਨੂੰ, ਮਹਾਰਾਜਾ ਦਲੀਪ ਸਿੰਘ ਨੂੰ ਕੀ ਲਗਾਤੀ, ਪੈਨਸ਼ਨ। ਹੁਣ ਪੈਨਸ਼ਨ ਵਾਲੀ ਕਹਾਣੀ ਸੁਣ ਲਓ, ਨਿਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨਹੀਂ ਹੈਗੀ, ਬਟ ਇੰਪੋਰਟੈਂਟ ਕੀ ਹੈ ਰਾਜੇ, ਇੰਪੋਰਟੈਂਟ ਇਹ ਹੈ ਕਿ ਦੇਖੋ ਜਿਹੜੇ ਗਦਾਰ ਸੀਗੇ ਉਹਨਾਂ ਨੇ ਹੁਣ ਇਹ ਕਹਿਤਾ ਵੀ ਜੇ ਦਲੀਪ ਸਿੰਘ ਆਪਣੀ ਮਾਂ ਦੀ ਛਤਰ ਛਾਇਆ ਹੇਠ ਪਲਿਆ ਵਧਿਆ, ਠੀਕ ਹੈ, ਵੱਡਾ ਹੋਇਆ, ਜਵਾਨ ਹੋਇਆ, ਤਾਂ ਇਹ ਵੱਡਾ ਹੋ ਕੇ ਤੁਹਾਡੇ ਤੋਂ ਜ਼ਰੂਰ ਬਦਲਾ ਲਊਗਾ। ਤਾਂ ਉਹਨਾਂ ਨੇ ਬੜੀ ਸੋਚੀ ਸਮਝੀ ਚਾਲ ਚੱਲੀ। ਉਹ ਨਾ ਇੱਕ ਦਿਨ ਕੀ ਕਰਦੇ ਆ, ਜਿਹੜੇ ਗਦਾਰ ਆ ਦਲੀਪ ਸਿੰਘ ਨੂੰ ਨਾ ਜੰਗਲ ਦੇ ਵਿੱਚ ਲੈ ਜਾਂਦੇ ਆ ਸ਼ਿਕਾਰ ਖੇਡਣ ਵਾਸਤੇ। ਮਗਰੋਂ ਉਹਦੀ ਜਿਹੜੀ ਮਦਰ ਹੁੰਦੀ ਹੈ ਜਿੰਦ ਕੌਰ ਜੀ, ਮਹਾਰਾਣੀ ਜਿੰਦਾ ਜਿਹਨੂੰ ਆਪਾਂ ਕਹਿੰਦੇ ਆ, ਉਹਨਾਂ ਨੂੰ ਕੀ ਬਣਾ ਲੈਂਦੇ ਆ, ਬੰਦੀ ਬਣਾ ਲੈਂਦੇ ਆ, ਉਹਨਾਂ ਨੂੰ ਪੰਜਾਬ ਤੋਂ ਬਾਹਰ ਲੈ ਜਾਂਦੇ ਆ। ਬਟ ਫਿਰ ਉਹ ਦਲੀਪ ਸਿੰਘ ਨੂੰ ਕੀ ਕਰਦੇ ਆ, ਹੌਲੀ ਹੌਲੀ ਦਲੀਪ ਸਿੰਘ ਦੇ ਆਸੇ ਪਾਸੇ ਦਾ ਮਾਹੌਲ ਇਦਾਂ ਦਾ ਸਿਰਜ ਦਿੰਦੇ ਆ ਕਿ ਉਹਨੂੰ ਮਤਲਬ ਕਿ ਜਿਹੜੇ ਉਹਦੇ ਪਹਿਰੇਦਾਰ ਹੁੰਦੇ ਆ, ਸਿੱਖ ਪਹਿਰੇਦਾਰ ਹੁੰਦੇ ਆ, ਉਹਨਾਂ ਨੂੰ ਕੀ ਕਰਦੇ ਆ ਰਾਜੇ, ਉਹ ਸਿੱਖ ਪਹਿਰੇਦਾਰ ਹਟਾ ਕੇ ਜਿਹੜੇ ਉੱਥੇ ਅੰਗਰੇਜ਼ੀ ਪਹਿਰੇਦਾਰ ਲਗਾ ਦਿੰਦੇ ਆ। ਕਹਿਣ ਦਾ ਮਤਲਬ ਉਹਦੇ ਆਸੇ ਪਾਸੇ ਪੰਜਾਬ ਦਾ ਜਿਹੜਾ ਜਿੰਨੀ ਵੀ ਕਹਾਣੀ ਹੁੰਦੀ ਪੰਜਾਬ ਦੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਉਹਨੂੰ ਇਦਾਂ ਦਾ ਮਾਹੌਲ ਸਿਰਜਿਆ ਜਾਂਦਾ, ਉਹਦੇ ਆਸੇ ਪਾਸੇ ਈਸਾਈ ਧਰਮ ਦਾ ਮਾਹੌਲ ਸਿਰਜਿਆ ਜਾਂਦਾ ਕਿ ਉਹਨੂੰ ਮਤਲਬ ਕਿ ਪੰਜਾਬ ਦੇ ਬਾਰੇ ਕੋਈ ਵੀ ਸਮਝ ਨਾ ਹੋਵੇ। ਲੇਕਿਨ ਉਹ ਵਿਚਾਰਾ ਬੱਚਾ ਸੀਗਾ, 8-10 ਸਾਲ ਦਾ ਸੀਗਾ, ਉਹਨੂੰ ਕਿੰਨੀ ਕੁ ਸਮਝ ਹੋਣੀ ਸੀਗੀ ਉਸ ਟਾਈਮ ਤੇ। ਤਾਂ ਜੋ ਉਹਨੂੰ ਦਿੱਤਾ ਗਿਆ ਉਹਨੇ ਉਹੀ ਚੀਜ਼ ਅਡਾਪਟ ਕੀਤੀ। ਤਾਂ ਕਹਿਣ ਦਾ ਮਤਲਬ ਆਪਣੇ ਆਸੇ ਪਾਸੇ ਦਾ ਮਾਹੌਲ ਆਪਣੇ ਵਾਸਤੇ ਬਹੁਤ ਵੱਡਾ ਇੱਕ ਰੋਲ ਪਲੇ ਕਰਦਾ। ਤਾਂ ਕਹਿੰਦਾ ਜੀ ਅਖੀਰ 5 ਅਪ੍ਰੈਲ 1849 ਨੂੰ, ਇਹ ਡੇਟ ਯਾਦ ਰੱਖਣੀ ਰਾਜੇ, ਅਖੀਰ 5 ਅਪ੍ਰੈਲ 1849 ਈਸਵੀ ਨੂੰ ਪੰਜਾਬ ਇੱਕ ਸੁਤੰਤਰ ਰਾਜ ਨਾ ਰਹਿ ਕੇ ਕਹਿੰਦਾ ਇੱਕ ਨਵਾਂ ਪ੍ਰਸ਼ਾਸਕੀ ਢਾਂਚਾ ਲਾਗੂ ਕੀਤਾ ਗਿਆ ਕਿ ਉੱਥੇ ਕੀ ਹੈ, ਬ੍ਰਿਟਿਸ਼ ਨੇ ਆਪਣਾ ਸਾਰਾ ਸਿਸਟਮ ਲੈ ਕੇ ਆਏ, ਠੀਕ ਹੈ ਜੀ। ਤਾਂ ਕਹਿੰਦਾ ਜੀ ਇਸ ਦੇ ਅਧੀਨ ਕਹਿੰਦਾ ਲਾਹੌਰ ਦਰਬਾਰ ਤੋਂ ਹਾਸਲ ਕੀਤੇ ਸਤਲੁਜ ਦੇ ਉੱਤਰ ਅਤੇ ਦੱਖਣ ਵਾਲੇ ਸਾਰੇ ਇਲਾਕਿਆਂ ਤੇ ਕਬਜ਼ਾ ਕਰ ਲਿਆ ਈਸਟ ਇੰਡੀਆ ਕੰਪਨੀ ਨੇ। ਤੇ ਨਵੇਂ ਪੰਜਾਬ ਦੀਆਂ ਸੀਮਾਵਾਂ ਹੁਣ ਕਹਿੰਦਾ ਜੰਮੂ ਤੋਂ ਸਿੰਧ ਤੱਕ ਫੈਲੀਆਂ ਸਨ। ਤਾਂ ਗੱਲ ਕਰਦੇ ਆ ਜੀ, ਦੇਖੋ ਤੁਹਾਨੂੰ ਮੈਂ ਮਾਹੌਲ ਦੀ ਗੱਲ ਕਰਦਾ ਸੀਗਾ, ਤਾਂ ਉਹਨਾਂ ਨੇ ਕੀ ਕੀਤਾ, ਜਿੰਦ ਕੌਰ ਨੂੰ ਕੈਦ ਕਰ ਲੈਂਦੇ ਆ। ਲੇਕਿਨ ਜਿੰਦ ਕੌਰ ਨਾ ਇੱਕ ਦਿਨ ਕੈਦ ਦੇ ਵਿੱਚੋਂ ਮਤਲਬ ਜਿਹੜਾ ਚਨਾਰ ਦਾ ਕਿਲਾ ਹੁੰਦਾ, ਤਾਂ ਚਨਾਰ ਦੀ ਕੈਦ ਦੇ ਵਿੱਚੋਂ, ਕਿਲੇ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦੀ ਆ, ਭੱਜ ਵੀ ਜਾਂਦੀ ਹੈ, ਸਫਲ ਹੋ ਜਾਂਦੀ ਹੈ। ਉਹਦੇ ਨਾਲ ਇੱਕ ਉਹਦੀ ਦਾਸੀ ਹੁੰਦੀ ਆ ਗੋਮਤੀ, ਉਹਦੇ ਨਾਲ ਭੱਜ ਜਾਂਦੀ ਹੈ। ਤਾਂ ਹੌਲੀ ਹੌਲੀ ਭੱਜ ਕੇ ਕਿੱਥੇ ਪਹੁੰਚਦੀ ਹੈ, ਨੇਪਾਲ ਵਾਲੀ ਸਾਈਡ ਭੱਜ ਜਾਂਦੀ ਹੈ। ਤਾਂ ਨੇਪਾਲ ਵਾਲੀ ਸਾਈਡ ਇੱਕ ਰਾਜਾ ਹੁੰਦਾ ਜੰਗ ਬਹਾਦਰ, ਇੱਕ ਰਾਜਾ ਹੁੰਦਾ ਜੰਗ ਬਹਾਦਰ। ਇਹ ਜੰਗ ਬਹਾਦਰ ਨਾ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਸਤਿਕਾਰ ਕਰਦਾ ਹੁੰਦਾ, ਜੰਗ ਬਹਾਦਰ ਸਿੰਘ ਇਹ ਬਹੁਤ ਸਤਿਕਾਰ ਕਰਦਾ ਹੁੰਦਾ, ਠੀਕ ਹੈ। ਤੇ ਇਹ ਇਹਨਾਂ ਨੂੰ ਪਨਾਹ ਦੇ ਲੈਂਦਾ ਰਾਣੀ ਨੂੰ। ਬਟ ਰਾਣੀ ਉਦੋਂ ਨਾ ਮਤਲਬ ਆਪਣੇ ਰਾਣੀ ਉਸ ਟਾਈਮ ਤੇ ਅਲੱਗ ਹੁੰਦੀ ਹੈ, ਦਲੀਪ ਸਿੰਘ ਪੰਜਾਬ ਹੁੰਦਾ, ਦਲੀਪ ਸਿੰਘ ਪੰਜਾਬ ਹੁੰਦਾ, ਤੇ ਜਿਹੜੀ ਰਾਣੀ ਹੁੰਦੀ ਹੈ ਨੇਪਾਲ ਹੁੰਦੀ ਹੈ। ਤਾਂ ਕਹਿਣ ਦਾ ਮਤਲਬ ਇੱਕ ਮਾਂ ਵਾਸਤੇ ਜਿਹੜਾ ਉਹਦਾ ਬੱਚੇ ਦਾ ਵਿਛੋੜਾ ਹੈ ਨਾ, ਸਭ ਤੋਂ ਵੱਡਾ ਦੁੱਖ ਹੁੰਦਾ ਹੈ। ਤਾਂ ਇੱਕ ਮਾਂ ਵਾਸਤੇ ਜਿਹੜਾ ਪੁੱਤਰ ਦਾ ਵਿਛੋੜਾ ਹੁੰਦਾ ਰਾਜੇ, ਸਭ ਤੋਂ ਵੱਡਾ ਦੁੱਖ ਹੁੰਦਾ। ਤੇ ਇੱਕ ਮਾਂ ਵਾਸਤੇ ਪੁੱਤਰ ਦੀ ਦਾਤ ਸਭ ਤੋਂ ਵੱਡੀ ਦਾਤ ਹੁੰਦੀ ਹੈ, ਠੀਕ ਹੈ। ਪੁੱਤਰ ਨੂੰ ਪ੍ਰਾਪਤ ਕਰਨਾ ਇੱਕ ਬਹੁਤ ਵੱਡਾ ਸੁੱਖ ਹੁੰਦਾ, ਲੇਕਿਨ ਪੁੱਤ ਦਾ ਵਿਛੋੜਾ ਸਭ ਤੋਂ ਵੱਡਾ ਕੀ ਦੁੱਖ ਹੁੰਦਾ ਮਾਂ ਵਾਸਤੇ। ਤਾਂ ਨੇਪਾਲ 'ਚ ਰਹਿੰਦੀ ਰਹਿੰਦੀ ਉਹਦੀ ਮਾਂ ਵਿਚਾਰੀ ਮਹਾਰਾਣੀ ਜਿੰਦ ਕੌਰ ਇੰਨਾ ਰੋਂਦੀ ਹੈ, ਇੰਨਾ ਰੋਂਦੀ ਹੈ ਕਿ ਉਹਦੀ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਉਹ ਬਸ ਇਹੀ ਚਾਹੁੰਦੀ ਆ ਕਿ ਮੈਂ ਮਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਪੁੱਤਰ ਦਾ ਮੂੰਹ ਦੇਖ ਲਵਾਂ। ਪਰ ਉਧਰ ਜਿਹੜਾ ਆਪਣਾ ਵਿਚਾਰਾ ਮਜਬੂਰ ਸੀਗਾ ਉਹ ਦਲੀਪ ਸਿੰਘ, ਉਹਦੇ ਆਸੇ ਪਾਸੇ ਮਾਹੌਲ ਇਦਾਂ ਦਾ ਸਿਰਜਿਆ ਗਿਆ, ਉਹਨੂੰ ਸਿੱਖ ਰਾਜ ਤੋਂ ਦੂਰ ਕਰਤਾ, ਸਿੱਖ ਇਤਿਹਾਸ ਤੋਂ ਦੂਰ ਕਰਤਾ। ਉਹਦੇ ਆਸੇ ਪਾਸੇ ਕੀ ਆ, ਸਾਰੇ ਅੰਗਰੇਜ਼ ਪਹਿਰੇਦਾਰ ਲਗਾ ਦਿੱਤੇ ਗਏ, ਉਹਨੂੰ ਸ਼ਰਾਬ ਦੇ ਨਸ਼ੇ ਵਿੱਚ ਡੁਬੋ ਦਿੱਤਾ ਗਿਆ, ਉਹਨੂੰ ਐਂ ਕਹਿ ਲਓ ਵੀ ਉਹਨੂੰ ਗਲਤ ਕੰਮਾਂ ਤੇ ਲਗਾ ਦਿੱਤਾ ਗਿਆ। ਜਦੋਂ ਬੰਦੇ ਦੇ ਆਸੇ ਪਾਸੇ ਮਾਹੌਲ ਇਦਾਂ ਦਾ ਹੁੰਦਾ, ਲੇਕਿਨ ਉਹਦੇ ਦਿਲ ਦੇ ਵਿੱਚ ਕਦੇ ਕਦੇ ਆਪਣੀ ਮਾਂ ਨੂੰ ਮਿਲਣ ਦੀ ਤਾਂਘ ਬੜੀ ਹੁੰਦੀ ਸੀ। ਫਿਰ ਉਹਦੇ ਨਾਲ ਇੱਕ ਅੰਗਰੇਜ਼ ਅਫਸਰ ਹੁੰਦਾ, ਉਹਦੀ ਮਦਦ ਕਰਦਾ। ਉਹ ਕਿਸੇ ਨਾ ਕਿਸੇ ਤਰੀਕੇ ਰਾਣੀ ਜਿੰਦ ਕੌਰ ਕੋਲ ਚਿੱਠੀਆਂ ਭੇਜਣ ਦੀ ਕੋਸ਼ਿਸ਼ ਕਰਦੇ ਨੇ ਕਿ ਹਾਂ ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ, ਤਾਂ ਬਾਅਦ ਵਿੱਚ ਮਿਲਦੇ ਵੀ ਆ। ਤਾਂ ਮੈਂ ਕਹਾਣੀ ਲੰਬੀ ਨਹੀਂ ਕਰਦਾ ਹੋਇਆ ਤੁਹਾਨੂੰ ਸ਼ਾਰਟ ਦੇ ਵਿੱਚ ਦੱਸ ਰਿਹਾ। ਤਾਂ ਜਦੋਂ ਮਿਲਦੇ ਆ ਨਾ, ਤਾਂ ਰਾਣੀ ਜਿੰਦ ਕੌਰ ਦੀ ਅੱਖਾਂ ਦੀ ਰੋਸ਼ਨੀ ਕੀ ਆ, ਬਿਲਕੁਲ ਮੱਧਮ ਹੋ ਜਾਂਦੀ ਹੈ, ਮਤਲਬ ਕਿ ਦਿਖਣਾ ਬੰਦ ਹੋ ਜਾਂਦਾ ਹੈ। ਤਾਂ ਜਦੋਂ ਮਿਲਦੇ ਆ ਨਾ, ਤਾਂ ਉਹ ਕੀ ਦੇਖਦੇ ਨੇ, ਜਿਹੜਾ ਦਲੀਪ ਸਿੰਘ ਆ ਨਾ, ਉਹ ਵਾਲ ਵਗੈਰਾ ਕਟਾ ਲੈਂਦਾ, ਆਪਣੇ ਕੇਸ ਕਤਲ ਕਰਾ ਲੈਂਦਾ ਹੈ। ਤੇ ਜਦੋਂ ਇਹਨਾਂ ਨੇ ਕੇਸ ਕਤਲ ਕਰਾਏ ਸੀ ਨਾ, ਇਹ ਕੇਸ ਇੱਕ ਸੋਨੇ ਦੇ ਬਕਸੇ ਵਿੱਚ ਪਾ ਕੇ ਅੰਗਰੇਜ਼ਾਂ ਨੇ ਮਹਾਰਾਣੀ ਵਿਕਟੋਰੀਆ ਨੂੰ ਭੇਜੇ ਸੀਗੇ ਵੀ ਹਾਂ ਸਾਡੀ ਸਭ ਤੋਂ ਵੱਡੀ ਜਿੱਤ ਹੋ ਗਈ ਹੈ, ਜੇ ਬੰਦਾ ਆਪਣੇ ਕੇਸ ਕਤਲ ਕਰਾ ਸਕਦਾ। ਉਸ ਟਾਈਮ ਤੇ ਕੇਸ ਕਤਲ ਕਰਾਉਣੇ ਰਾਜੇ ਬਹੁਤ ਵੱਡੀ ਚੀਜ਼ ਸੀ, ਅੱਜ ਵਾਂਗੂ ਨਹੀਂ ਜਿਵੇਂ ਭੇਡਾਂ ਵਾਂਗੂ ਮੁੱਲ ਲੈਂਦੇ ਆਪਾਂ ਕੇਸ। ਉਸ ਟਾਈਮ ਤੇ ਬਹੁਤ ਵੱਡੀ, ਦੇਖੋ ਜਿਹੜੀ ਕੇਸ ਹੈਗੀ ਆਪਣੇ ਗੁਰੂ ਦੀ ਬਖਸ਼ੀ ਹੋਈ ਦਾਤ ਹੈ। ਤਾਂ ਸਿੱਖ ਰਾਜ ਸੀਗਾ ਉਸ ਟਾਈਮ ਤੇ, ਤਾਂ ਕੇਸ ਕਤਲ ਕਰਾਉਣੇ ਤਾਂ ਬਹੁਤ ਦੂਰ ਦੀ ਗੱਲ ਸੀਗੀ। ਉਸ ਸਿੱਖ ਰਾਜ ਦੇ ਵਿੱਚ ਤਾਂ ਚੋਰੀ ਵੀ ਨਹੀਂ ਹੁੰਦੀ ਸੀਗੀ। ਤਾਂ ਕੇਸ ਕਤਲ ਕਰਾਉਣੇ ਤਾਂ ਬਹੁਤ ਵੱਡੀ ਇੱਕ ਮਤਲਬ ਕਹਿ ਸਕਦੇ ਹਾਂ ਆਪਾਂ, ਬਹੁਤ ਵੱਡੀ ਭੁੱਲ ਹੋ ਸਕਦੀ ਹੈ, ਬਹੁਤ ਵੱਡੀ ਕੀ ਇੱਕ ਗੁਨਾਹ ਹੋ ਸਕਦਾ ਹੈ। ਤਾਂ ਉਹ ਦੇਖੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁੱਤਰ ਹੀ ਕੇਸ ਕਤਲ ਕਰਾ ਦਿੰਦਾ। ਤਾਂ ਕਹਿਣ ਦਾ ਮਤਲਬ ਕਿ ਅੰਗਰੇਜ਼ਾਂ ਵਾਸਤੇ ਇੱਕ ਸਭ ਤੋਂ ਵੱਡੀ ਇੱਕ ਜਿੱਤ ਸੀਗੀ। ਉਹਨਾਂ ਨੂੰ ਐਂ ਲੱਗ ਗਿਆ ਸੀਗਾ ਕਿ ਹਾਂ ਭਾਈ ਇਹ ਦੁਬਾਰਾ ਨਹੀਂ ਉੱਠੇਗਾ, ਹੁਣ ਇਹ ਦੁਬਾਰਾ ਕਦੇ ਨਹੀਂ ਇਹਦੇ ਮਨ ਦੇ ਵਿੱਚ ਆਏਗਾ। ਤਾਂ ਕਹਿਣ ਦਾ ਮਤਲਬ ਤੁਸੀਂ ਜੇ ਬਲੈਕ ਪ੍ਰਿੰਸ ਦੇਖੋਗੇ ਸਤਿੰਦਰ ਸਰਤਾਜ ਵਾਲੀ, ਤੁਹਾਨੂੰ ਬਹੁਤ ਸਿੱਖਣ ਨੂੰ ਮਿਲੂਗਾ। ਚੰਗੀਆਂ ਚੀਜ਼ਾਂ ਦੇਖਿਆ ਕਰੋ, ਚੰਗੀਆਂ ਫਿਲਮਾਂ ਦੇਖਿਆ ਕਰੋ, ਚੰਗੇ ਗਾਣੇ ਸੁਣਿਆ ਕਰੋ, ਠੀਕ ਹੈ ਜੀ। ਚੰਗੀ ਚੀਜ਼ ਦੇਖੋਗੇ, ਚੰਗੀ ਮਨ ਦੇ ਵਿੱਚ ਖਿਆਲ ਆਉਣਗੇ, ਤੇ ਚੰਗਾ ਆਸੇ ਪਾਸੇ ਮਾਹੌਲ ਲੱਗੂਗਾ, ਤੇ ਚੰਗਾ ਤੁਸੀਂ ਅੱਗੇ ਗਿਆਨ ਵੰਡੋਗੇ। ਜੇ ਮਾੜੀ ਚੀਜ਼ ਦੇਖੋਗੇ, ਮਾੜਾ ਗਿਆਨ ਵੰਡੋਗੇ, ਤੇ ਆਸੇ ਪਾਸੇ ਮਾੜਾ ਹੀ ਮਾਹੌਲ ਰਹੂਗਾ, ਤੇ ਮਾੜੇ ਵਿਚਾਰ ਆਉਣਗੇ। ਤਾਂ ਕਹਿਣ ਦਾ ਮਤਲਬ ਇਹ ਵਿਚਾਰੇ ਦੇ ਆਸੇ ਪਾਸੇ ਮਾਹੌਲ ਹੀ ਇੰਨਾ ਮਾੜਾ ਸੀਗਾ, ਇਹਦਾ ਵੀ ਕਸੂਰ ਨਹੀਂ ਸੀਗਾ। ਇਹ 8-10 ਸਾਲ ਦਾ ਸੀਗਾ ਜਦੋਂ ਤੱਕ ਜਵਾਨ ਹੋਇਆ। ਇਹਦੀ 3 ਲੱਖ ਰੁਪਏ ਪੈਨਸ਼ਨ ਕੀਤੀ ਗਈ, ਤੇ ਇਹ ਸਾਰੀ ਪੈਨਸ਼ਨ ਅਯਾਸ਼ੀਆਂ ਤੇ ਉਡਾਉਣ ਲੱਗ ਗਿਆ। ਤੇ ਕਹਿਣ ਦਾ ਮਤਲਬ ਇਹਨੇ ਕਤਲ ਕਰਾ ਲਈ ਸੀ ਕੇਸ। ਜਦੋਂ ਆਪਣੀ ਮਾਂ ਨੂੰ ਮਿਲ ਜਾਂਦਾ
ਤਾਂ ਇਹਦੀ ਮਾਂ ਦੇਖੋ ਦੇਖ ਤਾਂ ਸਕਦੀ ਨਹੀਂ ਸੀਗੀ, ਲੇਕਿਨ ਉਹਨੇ ਹੱਥ ਨਾਲ, ਜਿਵੇਂ ਆਪਾਂ ਟੋਲਦੇ ਨਾ ਬੱਚੇ ਦਾ ਮੂੰਹ, ਮਤਲਬ ਕਿ ਹੱਥ ਲਗਾਉਣੇ ਆ, ਤਾਂ ਮਾਂ ਨੇ ਜਦੋਂ ਹੱਥ ਲਗਾਇਆ ਦੇਖਿਆ ਵੀ ਸਿਰ ਤੇ ਉਹਦੇ ਕੀ ਆ, ਮਤਲਬ ਕਿ ਪੱਗ ਹੀ ਹੈ ਨੀ ਗੀ, ਤਾਂ ਉਹਦੀ ਮਾਂ ਨੇ ਕਿਹਾ ਵੀ ਤੂੰ ਚਲਾ ਜਾ, ਦੂਰ ਹੋ ਜਾ ਮੇਰੇ ਅੱਖਾਂ ਤੋਂ, ਵੀ ਮੈਨੂੰ ਅੱਜ ਆਪਣੇ ਰਣਜੀਤ ਸਿੰਘ ਦੇ ਮਰਨ ਦਾ ਇੰਨਾ ਦੁੱਖ ਨਹੀਂ ਹੋਇਆ ਜਿੰਨਾ ਤੇਰੇ ਅੱਜ ਕਤਲ ਕੇਸ ਕਰਾਉਣ ਦਾ ਦੁੱਖ ਹੋਇਆ। ਤਾਂ ਇਹ ਮਤਲਬ ਕਿ ਅੰਦਰੋਂ ਝੰਜੋੜਿਆ ਗਿਆ, ਤਾਂ ਇਹਨੇ ਹੁਣ ਮਤਲਬ ਕਿ ਕਹਿਣ ਦਾ ਮਤਲਬ ਕਿ ਇਹਨੇ ਵੀ ਫਿਰ ਮਤਲਬ ਫੈਸਲਾ ਕਰ ਲਿਆ ਕਿ ਮੈਂ ਦੁਬਾਰਾ ਆਪਣੇ ਇਤਿਹਾਸ ਨਾਲ ਜੁੜੂੰਗਾ, ਮੈਂ ਦੁਬਾਰਾ ਆਪਣਾ ਜਿਹੜਾ ਸਿੱਖ ਰਾਜ ਹੈ ਵਾਪਸ ਲਿਆਉਣ ਦੀ ਕੋਸ਼ਿਸ਼ ਕਰੂੰਗਾ। ਚਲੋ ਫਿਲਹਾਲ ਸਿੱਖ ਰਾਜ ਤਾਂ ਵਾਪਸ ਨਹੀਂ ਆਇਆ, ਲੇਕਿਨ ਇਸ ਬੰਦੇ ਨੇ ਬਾਅਦ ਦੇ ਵਿੱਚ ਆਪਣੇ ਕੀ ਹੈ ਦੁਬਾਰਾ ਕੇਸ ਰੱਖ ਲਏ ਸੀਗੇ, ਦਾੜਾ ਰੱਖ ਲਿਆ ਸੀਗਾ। ਤਾਂ ਕਹਿਣ ਦਾ ਮਤਲਬ ਇਹਨੇ ਆਪਣੀ ਮਾਂ ਦੀ ਆਖਰੀ ਇੱਛਾ ਪੂਰੀ ਕੀਤੀ ਸੀਗੀ। ਤਾਂ ਲੰਬੀ ਕਹਾਣੀ ਆ, ਚਲੋ ਇਹ ਆਪਣੇ ਪੇਪਰਾਂ ਵਾਸਤੇ ਪੜ੍ਹਨ ਨਹੀਂ ਹੈਗੀ, ਜੇ ਤੁਸੀਂ ਕਹੋਗੇ ਤਾਂ ਤੁਹਾਨੂੰ ਮੈਂ ਸੁਣਾ ਵੀ ਦਊਂਗਾ, ਲੇਕਿਨ ਕਹਾਣੀ ਬਹੁਤ ਵਧੀਆ, ਕਹਾਣੀ ਨਹੀਂ ਕਹਿ ਸਕਦੇ, ਆਪਣਾ ਇਤਿਹਾਸ ਹੈ, ਸੱਚਾਈ ਹੈ, ਇਹ ਤੁਹਾਨੂੰ ਸੁਣਾਉਣੀ ਬਹੁਤ ਜ਼ਰੂਰੀ ਹੈ। ਮੈਂ ਕਿਸੇ ਨਾ ਕਿਸੇ ਦਿਨ ਕਿਸੇ ਐਕਸਟਰਾ ਵੀਡੀਓ 'ਚ ਸੁਣਾ ਦੂੰਗਾ, ਜਿਹੜੀ ਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਪੜ੍ਹਨ ਨਹੀਂ ਹੋਊਗੀ, ਲੇਕਿਨ ਤੁਹਾਡੀ ਜ਼ਿੰਦਗੀ ਵਾਸਤੇ ਬਹੁਤ ਇੰਪੋਰਟੈਂਟ ਹੈ। ਤਾਂ ਇਸ ਤਰ੍ਹਾਂ ਸਿੱਖ ਰਾਜ ਦਾ ਅੰਤ ਹੋ ਜਾਂਦਾ ਭਾਈ। ਤਾਂ ਇਹ ਸੀਗਾ ਜੀ ਆਪਣਾ ਸਾਰੀ ਆਪਣੀ ਜਿਹੜੀ ਹਿਸਟਰੀ ਹੈ ਖਤਮ ਹੋ ਚੁੱਕੀ ਹੈ। ਇਸ ਤੋਂ ਬਾਅਦ ਆਪਣੇ ਮਾਡਰਨ ਹਿਸਟਰੀ ਵੱਲ ਆਪਾਂ ਮੂਵ ਕਰਾਂਗੇ। ਤਾਂ ਇਹਨੂੰ ਬਹੁਤ ਧਿਆਨ ਦੇ ਨਾਲ ਪੜ੍ਹਨਾ। ਤੇ ਵੀਡੀਓ ਕਿਵੇਂ ਦੀ ਲੱਗੀ ਹੈ ਪਲੀਜ਼ ਲਾਈਕ ਜ਼ਰੂਰ ਕਰਕੇ ਜਾਇਆ ਕਰੋ, ਤੁਹਾਡੇ ਜਿਹੜੇ ਲਾਈਕ ਮੈਨੂੰ ਬੂਸਟ ਅਪ ਕਰਦੇ ਆ। ਕਮੈਂਟ ਵੀ ਕਰਿਆ ਕਰੋ ਜੇ ਕੋਈ ਤੁਹਾਨੂੰ ਲੱਗਦਾ ਕੋਈ ਕਮੀ ਪੇਸ਼ੀ ਹੈ, ਤਾਂ ਜੇ ਵਧੀਆ ਲੱਗੂਗੀ ਤਾਰੀਫ ਵੀ ਕਰਦਿਆ ਕਰੋ ਭਾਈ, ਥੋੜੀ ਬਹੁਤੀ ਤਾਰੀਫ ਵੀ ਚਾਹੀਦੀ ਹੈ। ਤੇ ਸ਼ੇਅਰ ਕਰਦਿਆ ਕਰੋ ਤਾਂ ਜੋ ਵੱਧ ਤੋਂ ਵੱਧ ਜਿਹੜੇ ਬੱਚੇ ਆ ਜਿਹੜੇ ਅਫੋਰਡ ਨਹੀਂ ਕਰ ਸਕਦੇ ਕੋਰਸ ਵਗੈਰਾ, ਉਹ ਪੜ੍ਹ ਸਕਣ ਬੇਟੇ ਬਹੁਤ ਵਧੀਆ ਢੰਗ ਦੇ ਨਾਲ। ਤੇ ਬੈਲ ਆਈਕਨ ਨੂੰ ਨੱਪ ਲਿਆ ਕਰੋ, ਜਿਹੜੇ ਬੱਚੇ ਨਵੇਂ ਨੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਤੇ ਬੈਲ ਆਈਕਨ ਨੱਪ ਲਿਆ ਕਰੋ ਤਾਂ ਜੋ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਨਵੀਆਂ ਨਵੀਆਂ ਵੀਡੀਓਜ਼ ਦੀਆਂ। ਤੇ ਨਾਲ ਹੀ ਆਪਣੀ PYQ ਸੀਰੀਜ਼ ਚੱਲ ਰਹੀ ਹੈ ਕੰਪਿਊਟਰ ਦੀ, ਉਹਦੇ ਰਿਗਾਰਡਿੰਗ ਵੀ ਵੀਡੀਓ ਪਾਉਂਦੇ ਰਹਿੰਦੇ ਆਪਾਂ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ, ਤੰਦਰੁਸਤੀਆਂ ਬਖਸ਼ੇ, ਪੰਜਾਬ ਨੂੰ ਖੁਸ਼ਹਾਲੀਆਂ ਬਖਸ਼ੇ, ਸਾਰੀਆਂ ਮਾਵਾਂ ਦੇ ਪੁੱਤ ਸਲਾਮਤ ਰਹਿਣ। ਤੇ ਆਪਣਾ ਖਿਆਲ ਰੱਖੋ, ਆਪਣੇ ਮਾਂ ਬਾਪ ਦਾ ਖਿਆਲ ਰੱਖੋ। ਸ਼ੁਕਰੀਆ ਜੀ, ਧੰਨਵਾਦ।